ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਜੋ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸਈ ਆਗੇ ਆਖੀਐ, ਦਰਗਹਿ ਪਾਵਹਿ ਸਾਚੀ ਮਾਣੋ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਦਕ ਸ਼ਹੀਦ ਭਰਮ ਭਉ ਖੋਵਣਾ। ਲੂਣ ਸਾਹਿਬ ਦਾ ਖਾਏ ਕੈ, ਰਣ ਅੰਦਰ ਲੜ ਮਰੈ ਸੋ ਜਾਪੈ। ਸੀਸ ਵੱਡੇ ਹਥਿਆਰ ਕਰ, ਵਰਿਆਮਾ ਵਰਿਆਮ ਸੰਯਾਪੈ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਵੱਡ ਭਾਗੀ ਸਤ ਸੰਗੀ ਜਨੋ, ਵਿਦਿਆਰਥੀ ਜਨੋ, ਗੁਰੂ ਕੇ ਪਿਆਰਿਓ, ਬਾਲਕ ਬਿਰਧ ਨੌਜਵਾਨੋ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਇਹ ਦਿਨ ਚੱਲ ਰਹੇ ਹਨ, ਇਹਨਾਂ ਦਿਨਾਂ ਅੰਦਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਿੱਖਾਂ ਦੇ ਪਾਸੋਂ ਬਹੁਤ ਵੱਡੀ ਤਪੱਸਿਆ ਕਰਾਈ ਸ਼੍ਰੀ ਅਨੰਦਪੁਰ ਸਾਹਿਬ। ਫਿਰ ਅਨੰਦਪੁਰ ਸਾਹਿਬ ਦੀਆਂ ਸ਼ਹੀਦੀਆਂ ਰਸਤੇ ਵਿੱਚ, ਔਰ ਸਰਸਾ ਨਦੀ ਦੇ ਕੰਢੇ 'ਤੇ ਸ਼ਹਾਦਤਾਂ, ਔਰ ਚਮਕੌਰ ਸਾਹਿਬ ਦੀਆਂ ਸ਼ਹਾਦਤਾਂ ਹੋਈਆਂ ਹਨ। ਹਜ਼ੂਰ ਦੇ ਵੱਡੇ ਸਾਹਿਬਜ਼ਾਦੇ ਲਖਤੇ ਜਿਗਰ ਸਾਹਿਬ ਅਜੀਤ ਸਿੰਘ, ਜੁਝਾਰ ਸਿੰਘ ਅਤੇ ਹੋਰ ਅਤਿਅੰਤ ਪਿਆਰੇ ਸਿੰਘਾਂ ਦੀਆਂ ਸ਼ਹਾਦਤਾਂ ਚਮਕੌਰ ਦੇ ਵਿੱਚ ਹੋਈਆਂ। ਸਤਿਗੁਰਾਂ ਦੇ ਮਾਤਾ ਜੀ ਜਗਤ ਮਾਤਾ, ਗੁਰੂ ਮਾਤਾ, ਮਾਤਾ ਗੁਜਰ ਕੌਰ ਜੀ ਅਤੇ ਛੋਟੇ ਫਰਜ਼ੰਦ ਹਜ਼ੂਰ ਦੇ ਸਾਹਿਬ ਜ਼ੋਰਾਵਰ ਸਿੰਘ ਅਤੇ ਸਾਹਿਬ ਫਤਿਹ ਸਿੰਘ ਜੀ, ਜਿਨ੍ਹਾਂ ਦੀ ਸ਼ਹਾਦਤ ਸਰਹੰਦ ਵਿਖੇ ਹੋਈ ਹੈ। ਇਹਨਾਂ ਸ਼ਹਾਦਤਾਂ ਨੂੰ ਨਤਮਸਤਕ ਹੋਣ ਲਈ, ਯਾਦ ਕਰਨ ਲਈ, ਆਪਣਿਆਂ ਪੁਰਖਿਆਂ ਦੇ ਇਤਿਹਾਸ ਨੂੰ ਵਿਚਾਰਨ ਲਈ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਪ੍ਰੇਮੀ ਜਨ ਵੱਸਦੇ ਹਨ,
ਉੱਥੇ ਉੱਥੇ ਹੀ ਹਰ ਸਾਲ ਸਮਾਗਮ ਕੀਤੇ ਜਾਂਦੇ ਹਨ। ਔਰ ਇਸੇ ਤਹਿਤ ਇੱਥੇ ਕੁਝ ਗੁਰਮੁਖਾਂ ਨੇ ਇਹ ਪ੍ਰਬੰਧ ਕੀਤਾ, ਇੰਤਜ਼ਾਮ ਕੀਤਾ, ਇਹ ਗੁਰਮਤਿ ਦਾ ਕੈਂਪ ਲਾਇਆ ਹੈ। ਅਤੇ ਇਸ ਕੈਂਪ ਵਿੱਚ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੁਝ ਦਿਨ ਗੁਰਮਤਿ ਪੜ੍ਹਾਈ ਜਾ ਰਹੀ ਹੈ। ਗੁਰੂ ਕਾ ਇਤਿਹਾਸ ਸੁਣਾਇਆ ਜਾ ਰਿਹਾ, ਗੁਰੂ ਕੀ ਬਾਣੀ, ਵਿਚਾਰ, ਪ੍ਰਸ਼ਨਾਂ ਦੇ ਜਵਾਬ ਆਦਿਕ ਜੋ ਜੋ ਸ਼ੰਕੇ ਹਨ ਪੈਦਾ ਹੁੰਦੇ, ਉਹਨਾਂ ਦਾ ਸਮਾਧਾਨ ਕਰਨ ਦਾ ਇਹ ਯਤਨ ਕੀਤਾ ਜਾ ਰਿਹਾ। ਦਾਸ ਤੋਂ ਪਹਿਲਾਂ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਆਪ ਜੀ ਨੇ ਬਹੁਤ ਪ੍ਰੇਮ ਪੂਰਵਕ ਬੈਠ ਕੇ ਸ਼ਬਦ ਕੀਰਤਨ ਹਜ਼ੂਰ ਦੀ ਬਾਣੀ ਦੁਆਰਾ ਹਰੀ ਦਾ ਜਸ, ਵਾਹਿਗੁਰੂ ਜੀ ਦਾ ਜਸ ਔਰ ਹਜ਼ੂਰ ਕਲਗੀਧਰ ਪਾਤਸ਼ਾਹ ਦੇ ਸ਼ਬਦਾਂ ਦੁਆਰਾ ਵੀ ਆਪ ਜੀ ਨੇ ਆਪ ਜੀ ਨੂੰ, ਸੰਗਤ ਨੂੰ ਇਹ ਹਜ਼ੂਰ ਦੇ ਮੁੱਖ ਵਾਕ ਬਚਨਾਂ ਦੁਆਰਾ ਜੋ ਦਰਸਾਇਆ ਗਿਆ ਹੈ ਕਿ ਵਾਹਿਗੁਰੂ ਜੀ ਇਹ ਮੈਨੂੰ ਵਰ ਬਖਸ਼ੋ ਕਿ ਸ਼ੁਭ ਕਰਮਾਂ ਤੋਂ ਕਦੇ ਮੈਂ ਟਲਾਂ ਨਾ। ਅਤੇ ਜਦੋਂ ਉਮਰ ਦੀ ਹੱਦ ਹੋ ਜਾਏ, ਉਮਰ ਦੀ ਹੱਦ ਮੁੱਕ ਜਾਏ, ਅਤਿਅੰਤ ਹੀ ਜੰਗ ਵਿੱਚ, ਰਣ ਵਿੱਚ ਜੂਝਦਾ ਹੋਇਆ ਮੈਂ ਮਰਾਂ, ਮਤਲਬ ਸ਼ਹੀਦ ਹੋ ਜਾਵਾਂ, ਕੁਰਬਾਨ ਹੋ ਜਾਵਾਂ, ਇਸ ਪ੍ਰਕਾਰ ਦੀ ਭਾਵਨਾ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ੀ ਹੈ। ਉਹ ਆਪ ਜੀ ਨੇ ਸਰਵਣ ਕੀਤਾ ਹੈ। ਔਰ ਕਲਗੀਧਰ ਪਾਤਸ਼ਾਹ ਦਾ ਆਪਣੇ ਜਾਨ ਤੋਂ ਵੱਧ ਪਿਆਰੇ ਸਿੰਘਾਂ ਅਤੇ ਸਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਮਾਛੀਵਾੜੇ ਵਿਖੇ ਜੰਗਲ ਵਿੱਚ ਨੰਗੀ ਧਰਤ ਉੱਪਰ ਖੁੱਲ੍ਹੇ ਅਸਮਾਨ ਦੇ ਥੱਲੇ ਹਜ਼ੂਰ ਬਰਾਜੇ ਹਨ, ਉੱਥੇ ਗਾਇਆ ਗਿਆ, ਬੋਲਿਆ ਗਿਆ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਵੀ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਦਾਸ ਨੂੰ ਆਗਿਆ ਹੋਈ ਹੈ ਕਿ ਸਰਹੰਦ ਵਿਖੇ ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਉਹ ਕਿੱਸਾ ਬਿਆਨ ਕੀਤਾ ਜਾਏ, ਆਪ ਜੀ ਨੂੰ ਸਰਵਣ ਕਰਾਇਆ ਜਾਏ। ਦਾਸ ਆਰੰਭ ਕਰ ਰਿਹਾ ਹੈ ਕਿ ਅਨੰਦਪੁਰ ਸਾਹਿਬ ਤੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਸ ਵੇਲੇ ਚੱਲੇ ਤਾਂ ਚਮਕੌਰ ਸਾਹਿਬ ਤੱਕ ਆ ਕੇ ਫਿਰ ਅੱਗੇ ਤੱਕ ਵਿੱਚੋਂ ਕੁਛ ਬਚਨ ਆਪ ਜੀ ਨਾਲ ਪਹਿਲਾਂ ਸਾਂਝੇ ਕਰੇਗਾ। ਕਈ ਬਚਨ ਬਾਅਦ ਵਿੱਚ ਖੋਜਾਂ ਹੋਈਆਂ ਅਤੇ ਸਾਹਮਣੇ ਆਏ ਹਨ, ਕਿਉਂਕਿ ਸਾਡਾ ਇਤਿਹਾਸ ਇੱਕ ਥਾਂ ਇਕੱਠਾ ਲਿਖਿਆ ਹੋਇਆ ਨਹੀਂ ਹੈ। ਕਿਸੇ ਵਿਦਵਾਨ ਦੇ ਤਾਈਂ ਜੋ ਪ੍ਰਾਪਤ ਹੋਇਆ ਉਸਨੇ ਲਿਖ ਦਿੱਤਾ, ਕਿਸੇ ਹੋਰ ਨੂੰ ਜੋ ਪ੍ਰਾਪਤ ਹੋਇਆ ਉਸਨੇ ਲਿਖ ਦਿੱਤਾ। ਪੁਰਾਤਨ ਸਮੇਂ ਦੇ ਜੋ ਗ੍ਰੰਥ ਨੇ, ਜਿਵੇਂ ਪ੍ਰਾਚੀਨ ਪੰਥ ਪ੍ਰਕਾਸ਼ ਹੈ ਜੋ ਰਤਨ ਸਿੰਘ ਭੰਗੂ ਜੀ ਦਾ ਲਿਖਿਆ ਹੋਇਆ, ਇਸੇ ਪ੍ਰਕਾਰ ਮਹਿਮਾ ਪ੍ਰਕਾਸ਼ ਕਾਵ ਅਤੇ ਵਾਰਤਕ ਸਰੂਪ ਦਾਸ ਭੱਲਾ ਜੀ ਦਾ ਲਿਖੇ ਹੋਏ ਦੋਵੇਂ ਗ੍ਰੰਥ, ਔਰ ਇਸੇ ਪ੍ਰਕਾਰ ਫਿਰ ਭਾਈ ਸੰਤੋਖ ਸਿੰਘ ਦਾ ਲਿਖਿਆ ਹੋਇਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, 10 ਪਾਤਸ਼ਾਹੀਆਂ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਦਾ ਇਤਿਹਾਸ, ਔਰ ਇਸੇ ਪ੍ਰਕਾਰ ਕੁਝ ਐਸੀਆਂ ਲਿਖਤਾਂ ਜੋ ਪਾਸੇ ਰਹਿ ਗਈਆਂ ਜਿਨ੍ਹਾਂ ਨੂੰ ਭੱਟ ਵਹੀਆਂ ਕਿਹਾ ਜਾਂਦਾ ਹੈ। ਖੋਜ ਕੀਤੀ ਵਿਦਵਾਨਾਂ ਨੇ, ਪਿਆਰਾ ਸਿੰਘ ਪਦਮ ਵਰਗਿਆਂ ਨੇ ਔਰ ਹੋਰ ਅਨੇਕਾਂ ਨੇ ਕਿ ਉਹ ਭੱਟ ਵਹੀਆਂ ਵੀ ਲੱਭੀਆਂ ਹਨ। ਭੱਟ ਵਹੀ ਪਰਗਣਾ ਜੀਂਦ ਵਾਲੀ, ਭੱਟ ਵਹੀ ਮੁਲਤਾਨ ਵਾਲੀ ਆਦਿਕ, ਉਹਨਾਂ ਭੱਟ ਵਹੀਆਂ ਦੇ ਵਿੱਚ ਵੀ ਬੜਾ ਕੁਛ ਲਿਖਿਆ ਹੋਇਆ ਸਾਨੂੰ ਮਿਲਿਆ ਹੈ। ਔਰ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਜੋ ਪੰਥ ਪ੍ਰਕਾਸ਼ ਹੈ, ਇਸੇ ਤਰ੍ਹਾਂ ਜਿਹੜੀ ਬੰਸਾਵਲੀ ਹੈ ਗੁਰਬੰਸਾਵਲੀ, ਔਰ ਇਸੇ ਪ੍ਰਕਾਰ ਪਾਤਸ਼ਾਹੀ ਛੇਵੀਂ ਬਾਰੇ, 10ਵੇਂ ਪਾਤਸ਼ਾਹ ਬਾਰੇ ਲਿਖਤਾਂ ਵੱਖਰੀਆਂ ਹਨ, ਕਿਉਂਕਿ ਉਸੇ ਵਕਤ ਨਾਲੋਂ ਨਾਲ ਸਾਰਾ ਕੁਛ ਨਹੀਂ ਲਿਖਿਆ ਗਿਆ। ਬਾਅਦ ਵਿੱਚ ਸੀਨਾ ਬਸੀਨਾ ਸੁਣ ਕੇ, ਗਿਆਨ ਪ੍ਰਾਪਤ ਕਰਕੇ, ਥਾਵਾਂ 'ਤੇ ਪਹੁੰਚ ਕੇ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਜਾਂ ਜੋ ਕੁਛ ਉਹਨਾਂ ਨੂੰ ਮਿਲਿਆ ਉਹ ਉਹਨਾਂ ਲਿਖਿਆ। ਰੋਹ ਵਿਚਾਰ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਨੇ ਉਹਨਾਂ ਦੀਆਂ ਖਾਧੀਆਂ ਸਹੁੰਆਂ ਕਰਕੇ, ਔਰੰਗਜ਼ੇਬ ਨੇ ਜਿਹੜੀ ਸਹੁੰ ਖਾਧੀ ਸੀ, ਕੁਰਾਨ ਸ਼ਰੀਫ ਸੱਜੇ ਪਾਸਿਓਂ ਲਿਖਣਾ ਸ਼ੁਰੂ ਹੁੰਦਾ, ਖੱਬੇ ਪਾਸੇ ਜਾ ਕੇ ਸਮਾਪਤ ਹੁੰਦਾ, ਅਤੇ ਕੁਰਾਨ ਸ਼ਰੀਫ ਦੀ ਜਿਲਦ ਦੇ ਉੱਪਰ ਲਿਖਤੀ ਤੌਰ 'ਤੇ ਸਹੁੰ ਔਰੰਗਜ਼ੇਬ ਵੱਲੋਂ ਆਈ ਸੀ। ਉਹ ਕਲਗੀਧਰ ਪਾਤਸ਼ਾਹ ਜ਼ਫਰਨਾਮੇ ਜ਼ਿਕਰ ਕਰਦੇ ਕਿ ਤੇਰਾ ਸੁਗੰਧ ਵਾਲਾ, ਸਹੁੰ ਵਾਲਾ, ਕਸਮ ਵਾਲਾ ਕੁਰਾਨ ਸ਼ਰੀਫ ਅਸੀਂ ਸਾਂਭ ਕੇ ਰੱਖਿਆ। ਔਰੰਗਜ਼ੇਬ ਨੂੰ ਕਹਿੰਦੇ ਨੇ
ਮਿਲੇਗਾ ਤਾਂ ਤੈਨੂੰ ਵਿਖਾ ਦਿਆਂਗੇ। ਤੁਸੀਂ ਧਰਮ ਦੇ ਰਾਹ 'ਤੇ ਚੱਲਣ ਵਾਲੇ ਲੋਕ ਨਹੀਂ ਹੋ। ਔਰ ਇਹ ਵੀ ਹਜ਼ੂਰ ਨੇ ਲਿਖਿਆ, ਤੁਰਾ ਮਨ ਨਾ ਦਾਨਮ ਕੇ ਯਜ਼ਦਾਂ ਸ਼ਨਾਸ, ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਛਾਣਨ ਵਾਲਾ ਨਹੀਂ ਹੈ। ਤੁਰਾ ਮਨ ਨਾ ਦਾਨਮ ਕੇ ਯਜ਼ਦਾਂ ਸ਼ਨਾਸ, ਕਿਉਂ ਬਰਾਮਦ ਜੇ ਤੂੰ ਕਾਰਾ ਦਿਲ ਖਰਾਸ, ਤੇਰੇ ਹੱਥੋਂ ਉਹ ਕਰਮ ਹੋ ਆਏ ਹਨ। ਤੂੰ ਰਾਜਾ ਸੀ, ਦੇਸ਼ ਦਾ ਮੁਖੀਆ ਸੀ, ਬਾਦਸ਼ਾਹ ਸੀ, ਤੇਰੇ ਹੱਥੋਂ ਪਰਜਾ ਨੂੰ ਸੁਖ ਮਿਲਣਾ ਚਾਹੀਦਾ ਸੀ, ਪਰ ਤੂੰ ਆਪਣੀ ਪਰਜਾ ਇਸ ਖਲਕਤ ਰੱਬ ਦੇ ਜਿਹੜੇ ਜੀਵ ਹਨ ਇਹਨਾਂ ਦੇ ਦਿਲ ਦਿਖਾਉਣ ਵਾਲੇ ਕਰਮ ਕੀਤੇ ਨੇ। ਤੇਰੇ ਹੱਥੋਂ ਐਸੇ ਕਰਮ ਹੋਏ ਹਨ, ਉਹਨਾਂ ਕਰਮਾਂ ਪਾਪਾਂ ਦਾ ਬੋਝ ਤੇਰੇ ਉੱਪਰ ਚੜ੍ਹ ਗਿਆ, ਤੂੰ ਪਰਮਾਤਮਾ ਨੂੰ ਨਹੀਂ ਪਛਾਣ ਸਕਦਾ। ਔਰ ਇਹ ਵੀ ਹਜ਼ੂਰ ਨੇ ਲਿਖਿਆ ਹੈ ਕਿ ਅਸੀਂ ਮਰਦ ਉਸ ਨੂੰ ਮੰਨਦੇ ਹਾਂ ਜਿਹਦੇ ਮੁਖ ਵਿੱਚ ਵੀ ਉਹੀ ਤੇ ਢਿੱਡ ਹਿਰਦੇ ਅੰਦਰ ਵੀ ਉਹੀ ਬਚਨ ਹੋਵੇ। ਮੁਖ 'ਚ ਕੁਝ ਹੋਰ ਤੇ ਹਿਰਦੇ 'ਚ ਕੁਝ ਹੋਰ, ਉਹਨੂੰ ਅਸੀਂ ਮਰਦ ਨਹੀਂ ਮੰਨਦੇ। ਹਮੂ ਨਰ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ। ਦਿਗਰ ਨਾਮ ਦੂਜੀ ਗੱਲ, ਝੂਠ ਫਰੇਬ। ਨਾ ਹਿਰਦੇ 'ਚ ਹੀ ਝੂਠ ਹੋਵੇ, ਨਾ ਜ਼ੁਬਾਨ 'ਤੇ ਹੀ ਝੂਠ ਹੋਵੇ। ਹਿਰਦੇ 'ਚ ਵੀ ਸੱਚ ਤੇ ਮੁਖ 'ਚ ਵੀ ਸੱਚ ਹੋਏ, ਉਹ ਅਸਲ ਮਰਦ ਹੁੰਦਾ। ਤੂੰ ਮਰਦ ਨਹੀਂ ਹੈ। ਤੇਰੀ ਫੌਜ ਵੀ ਮਰਦਾਨਗੀ ਵਾਲੀ ਨਹੀਂ ਸੀ। ਔਰ ਤੇਰੀ ਸਾਰੀ ਫੌਜ ਵਿੱਚੋਂ ਜਿਹੜਾ 10 ਲੱਖ ਦਾ ਘੇਰਾ ਸਾਨੂੰ ਪਵਾਇਆ ਚਮਕੌਰ ਸਾਹਿਬ, ਉਹਦੇ 'ਚ ਇੱਕੋ ਹੀ ਮਰਦ ਸੀ। ਉਹਦੀ ਸਿਫਤ ਵੀ ਕੀਤੀ ਹੈ ਹਜ਼ੂਰ ਨੇ। ਸ਼ੇਰ ਮੁਹੰਮਦ ਖਾਂ ਮਲੇਰਕੋਟਲੀਏ ਦਾ ਸਕਾ ਭਰਾ ਸੀ, ਨਾਹਰ ਖਾਂ, ਜੋ ਕਲਗੀਧਰ ਦੇ ਤੀਰ ਨਾਲ ਮਰਿਆ। ਕਹਿੰਦੇ ਸ਼ਾਬਾਸ਼ ਉਸ ਮਾਈ ਦੇ ਲਾਲ ਦੇ ਜਿਹਨੇ ਦਮਗਜਾ ਮਾਰਿਆ ਸੀ, ਤੇ ਜੋ ਬਚਨ ਕੀਤਾ ਉਹ ਪਗਾਉਣ ਵੇਸ ਵੀ ਆਪਣੀ ਕੋਸ਼ਿਸ਼ ਕੀਤੀ। ਮੇਰੀ ਗੜੀ ਨੂੰ ਪੌੜੀ ਲਾ ਕੇ ਉੱਪਰ ਚੜ੍ਹਨ ਦਾ ਯਤਨ ਕੀਤਾ। ਸ਼ਾਬਾਸ਼ ਉਸ ਮਾਂ ਦੇ ਬੱਚੇ ਦੇ। ਹਜ਼ੂਰ ਨੇ ਕਿਹਾ ਇਕੱਲਾ ਹੀ ਮਰਦ ਸੀ, ਜੋ ਕਿਹਾ ਉਹ ਕਰਨ ਦਾ ਯਤਨ ਵੀ ਕੀਤਾ। ਵੱਖਰੀ ਗੱਲ ਕਿ ਮੈਂ ਇੱਕ ਤੀਰ ਉਹਨੂੰ ਬਖਸ਼ ਦਿੱਤਾ ਤੇ ਸਦਾ ਦੀ ਨੀਂਦ ਸਵਾ ਦਿੱਤਾ, ਪਰ ਸ਼ਾਬਾਸ਼ ਉਸ ਮਰਦ ਦੇ। ਔਰ ਹਜ਼ੂਰ ਨੇ ਦੁਸ਼ਮਣ ਦੀ ਵੀ ਸਿਫਤ ਲਿਖੀ। ਰਹੋ ਵਿਚਾਰ ਇਉਂ ਉਹਨਾਂ ਦੀਆਂ ਆਟੇ ਦੀਆਂ ਗਊਆਂ ਬਣਾ ਕੇ ਖਾਧੀਆਂ ਕਸਮਾਂ ਇਤਿਆਦਿਕ। ਫਿਰ ਵੀ ਹਜ਼ੂਰ ਨੇ ਕਿਹਾ ਸੀ, ਸਿੰਘੋ ਇਹ ਰਾਜਨੀਤਿਕ ਲੋਕਾਂ ਦੀਆਂ ਕਸਮਾਂ 'ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਪਰ ਭੁੱਖ ਦਾ ਦੁੱਖ ਬੜਾ ਜ਼ਬਰਦਸਤ ਹੁੰਦਾ। ਕਈ ਮਹੀਨਿਆਂ ਤੋਂ ਘੇਰਾ ਪਿਆ ਹੋਇਆ ਸੀ, ਦੁਸ਼ਮਣ ਦੇ ਸਿਪਾਹੀ ਵੀ ਅਕਲਾ ਚੁੱਕੇ ਸੀ, ਦੁਖੀ ਸਨ। ਪਰ ਕੁਝ ਸਿੰਘ ਸਤਿਗੁਰੂ ਮਹਾਰਾਜ 'ਤੇ ਜ਼ੋਰ ਪਾਉਣ ਲੱਗੇ ਕਿ ਹੁਣ ਤੋਂ ਕਸਮਾਂ ਖਾ ਰਹੇ ਨੇ ਮਹਾਰਾਜ, ਤੇ ਇੱਥੇ ਕਿਵੇਂ ਲੜਾਂਗੇ ਅਸੀਂ। ਮਾਤਾ ਜੀ ਨੂੰ ਅੱਗੇ ਕਰ ਦਿੱਤਾ। ਤਾਂ ਹਜ਼ੂਰ ਨੇ ਫਿਰ ਭਾਈ ਦਇਆ ਸਿੰਘ ਹੋਰਾਂ ਨਾਲ ਸਲਾਹ ਕੀਤੀ ਕਿ ਨੀਤੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਆਪਣੇ ਨਾਲ ਦੇ ਸਾਥੀ ਬਹੁ ਗਿਣਤੀ 'ਚ ਦੂਜੇ ਪਾਸੇ ਹੋ ਜਾਣ, ਛੱਡ ਕੇ ਜਾਣ ਨੂੰ ਤਿਆਰ ਹੋ ਜਾਣ, ਤੇ ਫਿਰ ਉਹਨਾਂ ਦੇ ਨਾਲ ਨਿਕਲਣਾ ਚਾਹੀਦਾ। ਇੱਕ ਗੌਰ ਫਰਮਾਓ, ਇੱਥੇ ਅਨੰਦਪੁਰ ਸਾਹਿਬ ਬੇਦਾਵਾ ਨਹੀਂ ਲਿਖਿਆ ਗਿਆ। ਅਨੰਦਪੁਰ ਸਾਹਿਬ ਬੇਦਾਵਾ ਨਹੀਂ ਲਿਖਿਆ ਗਿਆ ਕਿਉਂਕਿ ਦਲੀਲ ਦੀ ਕਸਵੱਟੀ ਤੇ ਇਹ ਗੱਲ ਪੂਰੀ ਨਹੀਂ ਉਤਰਦੀ। ਬੇਦਾਵਾ ਲਿਖ ਕੇ ਜਿਨ੍ਹਾਂ ਨਿਕਲਣਾ ਸੀ ਬਦਾਵੀਆਂ ਨੇ, ਉਹਨਾਂ ਦੇ ਮੱਥੇ 'ਤੇ ਨਹੀਂ ਲਿਖਿਆ ਹੋਇਆ ਕਿ ਗੁਰੂ ਨੂੰ ਬਦਾਵਾ ਦੇ ਕੇ ਆਏ ਨੇ, ਦੁਸ਼ਮਣ ਨੇ ਛੱਡਣਾ ਨਹੀਂ ਹੈ। ਦੁਸ਼ਮਣ ਤਾਂ ਦੁਸ਼ਮਣ ਹੈ, ਤੇ ਇਸ ਕਰਕੇ ਬਦਾਵਾ ਅਨੰਦਪੁਰ ਸਾਹਿਬ ਬਿਲਕੁਲ ਨਹੀਂ ਲਿਖਿਆ ਗਿਆ। ਭਾਈ ਵੀਰ ਸਿੰਘ ਜੀ ਵੀ ਇਸ ਗੱਲ ਨਾਲ ਸਹਿਮਤ ਨਹੀਂ। ਅਨੰਦਪੁਰ ਸਾਹਿਬ ਬਦਾਵਾ ਨਹੀਂ ਲਿਖਿਆ ਗਿਆ। ਔਰ ਉੱਥੇ ਇਕੱਲੇ ਮਾਝੇ ਵਾਲੇ ਨਹੀਂ ਸੀ, ਮਲਵਈ ਵੀ ਸਨ, ਤੇ ਇਸੇ ਤਰ੍ਹਾਂ ਦੁਆਬੇ ਵਾਲੇ ਵੀ ਸਨ, ਹੋਰ ਪੋਠੋਹਾਰੀਏ ਵੀ ਸਨ, ਬੜੇ ਸਿੱਖ ਸਨ ਉੱਥੇ। ਖੈਰ ਇਹ ਬਦਾਵਾ ਜਿਹੜਾ ਬਾਅਦ ਵਿੱਚ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਤੇ ਮੁਕਤਸਰ ਸਾਹਿਬ ਦੀ ਜੰਗ ਤੋਂ ਪਹਿਲਾਂ ਇਹ ਮਾਝੇ ਦੇ ਪਿੰਡਾਂ ਦੇ ਮੁਖੀ ਲੋਕ ਗਏ ਸਨ। ਰਾਮੇਆਣਾ ਪਿੰਡ ਆ, ਉੱਥੇ ਗੁਰਦੁਆਰਾ ਸਾਹਿਬ ਬਣਿਆ ਬੇਦਾਵਾ ਸਰ, ਗੁਰਦੁਆਰਾ ਸਾਹਿਬ ਬਣਿਆ ਹੋਇਆ ਮੁਕਤਸਰ ਸਾਹਿਬ ਤੋਂ ਕੁਝ ਵਿੱਥ 'ਤੇ, ਉੱਥੇ ਬੇਦਾਵਾ ਲਿਖਿਆ ਗਿਆ। ਤੇ ਥੋੜ੍ਹੇ ਦਿਨਾਂ ਬਾਅਦ ਹੀ ਮਾਈ ਭਾਗ ਕੌਰ ਤੇ ਭਾਈ ਮਹਾਂ ਸਿੰਘ ਨੇ ਆ ਕੇ ਸ਼ਹੀਦੀਆਂ ਪਾ ਕੇ ਬੇਦਾਵਾ ਪੜਵਾ ਦਿੱਤਾ। ਇਹ ਉਦੋਂ ਲਿਖਿਆ ਜ਼ਰੂਰ ਗਿਆ, ਲਿਖਤ ਹੋਈ ਹੈ ਉੱਥੇ। ਸੋ ਖੈਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਲਾਹ ਕੀਤੀ ਕਿ ਸਾਨੂੰ ਨਿਕਲਣਾ ਚਾਹੀਦਾ। ਔਰ ਹਜ਼ੂਰ ਨਿਕਲੇ, ਤੇ ਜਿਹੜਾ ਵਹੀਰ ਸੀ ਜਿਹਦੇ ਵਿੱਚ ਬੀਬੀਆਂ, ਬੱਚੇ ਤੇ ਬਜ਼ੁਰਗ ਸਨ, ਉਹਨਾਂ ਦੇ 4 ਚਫੇਰੇ ਸਿੰਘਾਂ ਦਾ ਪਹਿਰਾ ਸੀ, ਹਥਿਆਰਬੰਦ। ਮੂਹਰਲੇ ਪਾਸੇ ਭਾਈ ਉਦੈ ਸਿੰਘ ਸਨ, ਭਾਈ ਮਨੀ ਸਿੰਘ ਦੇ ਫਰਜ਼ੰਦ ਭਾਈ ਉਦੈ ਸਿੰਘ, ਉਹਨਾਂ ਨੂੰ 100 ਸਿੰਘਾਂ ਦਾ ਜਥਾ ਦੇ ਕੇ ਅੱਗੇ ਭੇਜਿਆ ਗਿਆ ਸੀ। ਤੇ ਇਸੇ ਪ੍ਰਕਾਰ ਇੱਕ ਪਾਸੇ ਤੇ ਇੱਕ ਮਾਤਾ ਸੀ, ਬੀਬੀ ਸੀ, ਜਿਹਦਾ ਨਾਮ ਭਿੱਖਾਂ ਦੇਈ ਸੀ। ਪਹਿਲਾਂ ਅੰਮ੍ਰਿਤ ਛਕ ਕੇ ਭਿੱਖਾਂ ਕੌਰ ਜਾਂ ਕੁਛ ਵੀ ਉਹਦਾ ਨਾਮ ਰੱਖਿਆ ਹੋਵੇਗਾ, ਲਿਖਤਾਂ ਵਿੱਚ ਭਿੱਖਾਂ ਦੇਈ ਆਇਆ। ਇਹ ਭੱਟਵਈ 'ਚ ਲਿਖਿਆ ਹੋਇਆ। ਔਰ ਉਹ ਕੌਣ ਸੀ? ਭਾਈ ਬੱਜਰ ਸਿੰਘ ਦੀ ਸਪੁੱਤਰੀ ਸੀ। ਇਹ ਸਿੰਘਣੀਆਂ ਨੂੰ, ਬੀਬੀਆਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿਆ ਕਰਦੀ ਸੀ। ਜਥੇਦਾਰ ਨਹੀਂ ਸੀ, ਤੇ ਬਹੁਤ ਹੀ ਸੂਰਮ ਗਤੀ ਵਾਲਾ ਦਾ ਸੁਭਾਅ ਸੀ।
ਰਾਜਪੂਤਾਂ ਦੇ ਵਿੱਚ ਇੱਕ ਗੋਤ ਹੈ ਰਣ ਬਾਂਕੇ ਰਠੌਰ, ਰਣ ਬਾਂਕੇ ਰਠੌਰ ਅੱਜ ਵੀ ਚੱਲਦੀ ਹੈ, ਉਸ ਬੰਸ ਵਿੱਚੋਂ ਇਹ ਹੋਈ ਹੈ। ਔਰ ਜਿਹੜਾ ਇਹਦਾ ਪਿਤਾ ਸੀ ਭਾਈ ਬੱਜਰ ਸਿੰਘ, ਉਹਦੇ ਦਾਦਾ ਜੀ ਭਾਈ ਸੁਖੀਆ ਜੀ, ਗੁਰੂ ਸਰ ਮਹਾਰਾਜ ਜਿਹੜੀ ਜੰਗ ਹੋਈ ਹੈ 6ਵੇਂ ਪਾਤਸ਼ਾਹ ਦੀ ਤੀਜੀ, ਉਸ ਜੰਗ ਵਿੱਚ ਉਹਨੇ ਸ਼ਹਾਦਤ ਪਾਈ ਹੈ। ਔਰ ਉਦੋਂ ਤੋਂ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਇਹ ਭਾਈ ਬੱਜਰ ਸਿੰਘ ਦੀ ਸਪੁੱਤਰੀ ਬੀਬੀ ਭਿੱਖਾਂ ਦੇਈ, ਇਹ ਭਾਈ ਆਲਮ ਸਿੰਘ ਚੌਹਾਨ ਦੇ ਨਾਲ ਵਿਆਹੀ ਹੋਈ ਸੀ, ਉਹ ਵੀ ਰਾਜਪੂਤ ਸਨ, ਰਾਜਪੂਤਾਂ 'ਚ ਰਿਸ਼ਤੇ ਕਰਦੇ ਸੀ। ਔਰ ਭਾਈ ਆਲਮ ਸਿੰਘ ਗੁਰੂ ਕਲਗੀਧਰ ਦਾ ਨਿਕਟਵਰਤੀ ਸਿੰਘ ਸੀ, ਉਹਦੇ ਨਾਲ ਵਿਆਹੀ ਹੋਈ ਸੀ। ਤੇ ਸਤਿਗੁਰੂ ਮਹਾਰਾਜ ਇਸ ਬੀਬੀ ਨੂੰ ਵੀ ਬੜਾ ਸਤਿਕਾਰ ਦਿੰਦੇ ਸਨ, ਹਜੂਰ ਦੀ ਉਮਰ ਨਾਲੋਂ ਕੁਛ ਵੱਡੀ ਸੀ। ਔਰ ਇਹ ਭਾਈ ਬੁੱਢਾ ਸਿੰਘ ਜੀ ਹੋਏ ਨੇ ਗੁਰੂ ਕਲਗੀਧਰ ਦੇ ਨਾਲ ਰਹਿਣ ਵਾਲੇ, ਉਹਨਾਂ ਦੇ ਨਾਲ ਸੀ, ਇਹ ਇੱਕ ਪਾਸੇ ਸਨ। ਔਰ ਇਸੇ ਪ੍ਰਕਾਰ ਪਿਛਲੇ ਪਾਸੇ ਵਹੀਰ ਦੇ ਆ ਰਹੇ ਸਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਉਹਨਾਂ ਨੇ ਰਾਖੀ ਕਰਨੀ ਸੀ, ਉਹਨਾਂ ਦੇ ਨਾਲ ਵੀ ਜਥਾ ਸੀ ਸਿੰਘਾਂ ਦਾ। ਹਜੂਰ ਕਲਗੀਧਰ ਪਾਤਸ਼ਾਹ ਇਹ ਸਾਰਿਆਂ ਦੇ ਵਿੱਚ ਦੀ ਲੰਘ ਕੇ ਅਗਲੇ ਪਾਸੇ ਗਏ ਨੇ, ਜਿੱਥੇ ਸ਼ਾਹੀ ਟਿੱਬੀ ਹੈ ਕੀਰਤਪੁਰ ਸਾਹਿਬ ਦੇ ਨਜ਼ਦੀਕ, ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਉਦੈ ਸਿੰਘ ਨੂੰ ਜਾਂਦੇ ਹੋਏ ਸੁਨੇਹਾ ਦੇ ਗਏ ਸੀ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਹਿਣਾ ਤੁਸੀਂ ਰਸਤੇ 'ਚ ਰੁਕ ਕੇ ਜੰਗ ਨਹੀਂ ਕਰਨਾ, ਸਾਡੇ ਪਿੱਛੇ ਆ ਕੇ ਸਾਨੂੰ ਮਿਲੋ। ਇਸ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਹੁਕਮ ਮੰਨ ਕੇ ਅੱਗੇ ਨਿਕਲ ਗਏ ਹਨ। ਅਤੇ ਭਾਈ ਉਦੈ ਸਿੰਘ ਜੀ ਜਦੋਂ ਦੁਸ਼ਮਣ ਆ ਕੇ ਪਿਆ ਕੀਰਤਪੁਰ ਸਾਹਿਬ ਦੇ ਨੇੜੇ, ਉਹਨਾਂ ਹਮਲਾ ਕੀਤਾ। ਇੱਥੇ ਭਾਈ ਉਦੈ ਸਿੰਘ ਜੀ ਨਾਲ ਦੇ ਸਾਥੀਆਂ ਸਮੇਤ ਸ਼ਹਾਦਤ ਪ੍ਰਾਪਤ ਕਰ ਗਏ, ਉਹਨਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਔਰ ਇਸੇ ਪ੍ਰਕਾਰ ਮਾਈ ਭਿੱਖਾਂ ਵੀ ਦੁਸ਼ਮਣਾਂ ਦੇ ਆਹੂ ਲੈਂਦੀ ਹੋਈ ਆਪਣੇ ਸਾਥੀਆਂ ਸਮੇਤ ਸ਼ਹੀਦ ਹੋਈ ਹੈ। ਭਾਈ ਬੁੱਢਾ ਸਿੰਘ ਜੀ ਬਚ ਗਏ ਸਨ। ਔਰ ਇਸੇ ਪ੍ਰਕਾਰ ਇੱਕ ਪਾਸੇ ਭਾਈ ਬਚਿੱਤਰ ਸਿੰਘ ਜੀ ਸਨ ਜਥਾ ਨਾਲ ਲੈ ਕੇ, ਅਤੇ ਭਾਈ ਜੀਵਨ ਸਿੰਘ ਜੀ, ਭਾਈ ਜੈਤਾ ਜੀ ਤੋਂ ਅੰਮ੍ਰਿਤ ਛਕ ਕੇ ਜੋ ਜੀਵਨ ਸਿੰਘ ਬਣੇ। ਜੀਵਨ ਸਿੰਘ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ ਸਨ। ਇੱਧਰ ਗੁਰੂ ਕਲਗੀਧਰ ਪਾਤਸ਼ਾਹ ਪਹੁੰਚ ਗਏ ਸਰਸਾ ਦੇ ਕੰਢੇ, ਜਿੱਥੋਂ ਸਰਸਾ ਪਾਰ ਕੀਤਾ ਅਤੇ ਅੰਮ੍ਰਿਤ ਵੇਲਾ ਹੋ ਗਿਆ ਸੀ। ਤਾਂ ਹਜ਼ੂਰ ਨੇ ਕਿਹਾ ਭਾਈ ਸੰਤ ਸਿੰਘ ਜੀ ਅੰਮ੍ਰਿਤ ਵੇਲਾ ਹੈ, ਆਸਾ ਦੀ ਵਾਰ ਲਗਾਈਏ। ਸਿੰਘਾਂ ਨੇ ਕਿਹਾ ਮਹਾਰਾਜ ਦੁਸ਼ਮਣ ਦਲ ਪਿੱਛੇ ਚੜ੍ਹਿਆ ਆ ਰਿਹਾ। ਹਜ਼ੂਰ ਕਹਿਣ ਲੱਗੇ ਜੇ ਖਾਲਸਾ ਆਸਾ ਦੀ ਵਾਰ ਦਾ ਕੀਰਤਨ ਕਰਦਾ ਸ਼ਹਾਦਤ ਪ੍ਰਾਪਤ ਕਰ ਜੇ ਤੇ ਸਸਤਾ ਹੀ ਸੌਦਾ ਹੈ, ਕੀਰਤਨ ਹੋਵੇਗਾ। ਔਰ ਸਿੰਘਾਂ ਨੇ ਡੱਕਾ ਲਾ ਛੱਡਿਆ। ਇੱਧਰ ਇੱਕ ਪਾਸੇ ਜੰਗ ਹੋ ਰਿਹਾ ਸੀ, ਇੱਕ ਪਾਸੇ ਕੀਰਤਨ ਹੋ ਰਿਹਾ ਆਸਾ ਦੀ ਵਾਰ ਦਾ। ਔਰ ਭਾਈ ਬਚਿੱਤਰ ਸਿੰਘ ਜੀ ਇਉਂ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਆਪਣੇ ਸਾਥੀਆਂ ਸਮੇਤ ਉਹ ਵੀ ਬੇਹੋਸ਼ ਹੋ ਕੇ ਡਿੱਗ ਪਏ ਸਨ, ਜ਼ਖਮੀ ਬਹੁਤ ਹੋ ਗਏ। ਔਰ ਹਜ਼ੂਰ ਸਰਸਾ ਨਾਲਾ ਪਾਰ ਕਰ ਗਏ। ਇਹਦੇ ਵਿੱਚ 700 ਦੇ ਕਰੀਬ ਸਿੰਘ ਰੁੜ ਕੇ ਸ਼ਹੀਦ ਹੋਏ ਨੇ। ਇਹ 40 ਸਿੰਘ ਹਜ਼ੂਰ ਦੇ ਨਾਲ ਪਾਰ ਕਰਕੇ ਗਏ। ਜਿਸ ਵੇਲੇ ਹਜ਼ੂਰ ਅੱਗੇ ਪਹੁੰਚੇ ਤੇ ਇਹ ਜਿਹੜਾ ਕੋਟਲੇ ਪਿੰਡ ਵਾਲਾ ਨਿਹੰਗ ਖਾਂ ਸੀ, ਥੋੜ੍ਹਾ ਜਿਹਾ ਇਹਦੇ ਬਾਰੇ ਵੀ ਜ਼ਿਕਰ ਕਰਦੇ ਹਾਂ, ਲਿਖਤ ਜੋ ਪੁਰਾਤਨ ਹੈ। ਇਹ ਨਿਹੰਗ ਖਾਂ ਦਾ ਦਾਦਾ ਨਾਰ ਖਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸੇਵਕ ਸੀ। ਇਹ ਉਹ ਬੰਸ ਚੱਲੀ ਆ ਰਹੀ ਹੈ। ਇਹ ਨਿਹੰਗ ਖਾਂ ਦੀ ਸਕੀ ਭੈਣ ਬੀਬੀ ਉਮਰੀ ਮਾਛੀਵਾੜੇ ਵਿਆਹੀ ਹੋਈ ਸੀ। ਔਰ ਉਹਦੇ ਦੋ ਸਪੁੱਤਰ ਹਨ, ਨਬੀ ਖਾਂ ਅਤੇ ਗਨੀ ਖਾਂ। ਯਾਨੀ ਕਿ ਇਸ ਕੋਟਲੇ ਵਾਲੇ ਨਿਹੰਗ ਖਾਂ ਦੇ ਦੋਵੇਂ ਭਾਣਜੇ ਹਨ, ਨਬੀ ਖਾਂ ਅਤੇ ਗਨੀ ਖਾਂ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ। ਔਰ ਨਬੀ ਖਾਂ ਅਤੇ ਗਨੀ ਖਾਂ ਘੋੜਿਆਂ ਦੇ ਵਪਾਰੀ ਵੀ ਸਨ। ਖੈਰ ਬੀਬੀ ਉਮਰੀ ਜਿਹੜੀ ਸੀ, ਉਹਨੇ ਆਪਣੇ ਭਰਾ ਦੀ ਬੇਟੀ ਦਾ ਯਾਨੀ ਕਿ ਨਿਹੰਗ ਖਾਂ ਦੀ ਬੇਟੀ ਮੁਮਤਾਜ਼ ਦਾ ਰਿਸ਼ਤਾ ਬੱਸੀ ਪਠਾਣਾ ਕਰਾਇਆ ਹੋਇਆ ਸੀ। ਅਜੇ ਵਿਆਹ ਨਹੀਂ ਸੀ ਹੋਇਆ, ਨਿਕਾਹ ਨਹੀਂ ਸੀ ਹੋਇਆ। ਅਤੇ ਜਦੋਂ ਹਜ਼ੂਰ ਭੱਠੇ ਦੇ ਕੋਲ ਪਹੁੰਚੇ ਨੇ ਅਤੇ ਉੱਥੇ ਨਿਹੰਗ ਖਾਂ ਦਾ ਨੌਕਰ ਸੀ ਭੱਠੇ ਦੇ ਉੱਪਰ, ਅਤੇ ਉਸ ਨੂੰ ਕਿਹਾ ਕਿ ਕੁਝ ਵਿਸ਼ਰਾਮ ਕਰਨਾ ਸੀ, ਰਹਿ ਰਸ ਦਾ ਪਾਠ ਕਰਨਾ, ਕੋਈ ਜਗ੍ਹਾ ਹੈ। ਉਹਨੇ ਗੁੱਸੇ ਦੇ ਨਾਲ ਕਿਹਾ ਕਿ 20 ਕੋਲ ਸੱਥਰ ਵਿਛਾ ਕੇ ਆਏ ਹੋ, ਲਹੂ ਲੁਹਾਣ ਧਰਤੀ ਕਰ ਦਿੱਤੀ, ਹੁਣ ਜਗ੍ਹਾ ਲੱਭਦੇ। ਤਾਂ ਉਹਨੇ ਇਸ਼ਾਰਾ ਕੀਤਾ ਉਹ ਭੱਠਾ ਹੀ ਆ ਮੇਰੇ ਕੋਲ, ਹੋਰ ਤਾਂ ਕੁਛ ਨਹੀਂ। ਹਜ਼ੂਰ ਨੇ ਐਡੀ ਲਾਈ ਨਹੀਂ ਲਿਆ, ਜੇ ਦੁਨੀਆ ਦੇ ਹਿਰਦੇ ਠਾਰਦੇ ਆਏ ਭੱਠਾ ਸਾਡੇ ਅੱਗੇ ਕਿਹਾ ਹੈ। ਅਜੇ ਵੀ ਪੌੜ ਲੱਗੇ ਹੋਏ ਨੇ, ਭੱਠੇ 'ਤੇ ਪੌੜ ਲੱਗੇ ਹਜ਼ੂਰ ਦੇ ਘੋੜੇ ਦੇ। ਹਜ਼ੂਰ ਉਤਰੇ, ਭਾਈ ਦਇਆ ਸਿੰਘ ਨੇ ਦੁਸ਼ਾਲਾ ਵਿਛਾਇਆ। ਹਜ਼ੂਰ ਨੇ ਉੱਥੇ ਬੈਠ ਕੇ ਕੰਘਾ ਕੀਤਾ ਅਤੇ ਰਹਿ ਰਾਸਾ ਦਾ ਪਾਠ ਕੀਤਾ। ਉੱਥੋਂ ਫਿਰ ਸਤਿਗੁਰੂ ਮਹਾਰਾਜ ਜੀ ਨਿਹੰਗ ਖਾਂ ਨੂੰ ਪਤਾ ਲੱਗ ਗਿਆ ਸੀ, ਉਹ ਭੱਜਾ ਆਇਆ, ਚਰਨ ਬੰਦਨਾ ਕੀਤੀ ਅਤੇ ਉਹ ਘਰ ਲੈ ਗਿਆ। ਰਾਤ ਦਾ ਸਮਾਂ ਸੀ, ਉੱਥੇ ਕੁਝ ਵਿਸ਼ਰਾਮ ਕੀਤਾ ਹੈ। ਅਤੇ ਉੱਧਰੋਂ ਖਬਰ ਆ ਗਈ ਕਿ ਤੁਹਾਡਾ ਸਿੰਘ ਭਾਈ ਬਚਿੱਤਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਹਾਲਤ 'ਚ ਦੁਸ਼ਮਣ ਜਾ ਚੁੱਕੇ ਨੇ, ਬਾਕੀ ਦੇ ਸਿੰਘ ਸ਼ਹੀਦ ਹੋ ਚੁੱਕੇ ਨੇ। ਹਜ਼ੂਰ ਨੇ ਆਪਣੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਬੁੱਢਾ ਸਿੰਘ ਦੋਨਾਂ ਨੂੰ ਭੇਜਿਆ ਸੀ, ਲੈ ਕੇ ਆਓ। ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹੋਏ ਨੂੰ ਪਤਾ ਨਹੀਂ ਬਚਣਾ ਕਿ ਨਹੀਂ, ਹਜ਼ੂਰ ਆਪਣਾ ਸਾਹਿਬਜ਼ਾਦਾ ਭੇਜ ਰਹੇ ਨੇ, ਬੇਟਾ ਲੈ ਕੇ ਆਓ। ਔਰ ਚੱਪਾ ਚੱਪਾ ਪੱਤਾ ਪੱਤਾ ਦੁਸ਼ਮਣ ਬਣਿਆ ਹੋਇਆ ਚਾਰ ਚਫੇਰੇ।
ਔਰ ਉਸ ਵੇਲੇ ਸਾਹਿਬਜ਼ਾਦਾ ਜੀ ਘੋੜੇ 'ਤੇ ਲੱਦ ਕੇ ਲਿਆਏ ਨੇ ਭਾਈ ਬੁੱਢਾ ਸਿੰਘ ਦੀ ਸਹਾਇਤਾ ਨਾਲ। ਭਾਈ ਬਚਿੱਤਰ ਸਿੰਘ ਦੇ ਉੱਪਰ ਜਿਹੜੇ ਸਾਰੇ ਕੱਪੜੇ ਫਟ ਚੁੱਕੇ, ਲਹੂ ਲੁਹਾਨ ਸਨ ਔਰ ਬੇਹੋਸ਼ ਸਨ। ਇੱਥੇ ਆ ਕੇ ਉਹਨਾਂ ਦੀ ਮਲਮ ਪੱਟੀ ਆਦਿ ਸੇਵਾ ਹੋਣ ਲੱਗੀ। ਜਿਹੜੀ ਚਾਦਰ ਉੱਤੇ ਦਿੰਦੇ ਸੀ ਖੂਨ ਨਾਲ ਲਿਬੜ ਜਾਂਦੀ ਸੀ। ਤਾਂ ਹਜ਼ੂਰ ਫਿਰ ਇਸ ਹਾਲਤ ਵਿੱਚ ਵੇਖ ਕੇ ਕਿ ਅੱਗੇ ਜਾਣ ਦੇ ਯੋਗ ਨਹੀਂ, ਭਾਈ ਬਚਿੱਤਰ ਸਿੰਘ ਨਾ ਜੰਗ ਕਰ ਸਕਦਾ ਨਾ ਘੋੜੇ ਦੀ ਸਵਾਰੀ, ਹਜ਼ੂਰ ਕਹਿ ਗਏ ਕਿ ਤੁਸੀਂ ਇਹਦੀ ਸੇਵਾ ਕਰੋ, ਅਸੀਂ ਅੱਗੇ ਜਾਂਦੇ ਹਾਂ। ਤੁਹਾਨੂੰ ਖਤਰਾ ਜੇ ਅਸੀਂ ਇੱਥੇ ਰਹੇ ਤੇ ਹਕੂਮਤ ਜਿਹੜੀ ਹੈ ਉਹ ਤੁਹਾਡਾ ਵੀ ਕਾਣ ਬੱਚਾ ਪੀੜ ਦੇਵੇਗੀ। ਇਸ ਕਰਕੇ ਸਤਿਗੁਰੂ ਮਹਾਰਾਜ ਤੜਕੇ ਤੋਂ ਪਹਿਲਾਂ, ਹੋ ਸਕਦਾ ਅੱਧੀ ਰਾਤ ਜਾਂ ਚੌਥਾ ਹਿੱਸਾ ਰਾਤ ਰਹਿੰਦੀ ਹੋਵੇ ਜਦੋਂ ਇੱਥੋਂ ਨਿਕਲ ਤੁਰੇ, ਔਰ ਪਿੱਛੋਂ ਦਿਨ ਚੜ੍ਹਦੇ ਨੂੰ ਜਾਫਰ ਬੇਗ ਇੱਥੋਂ ਦਾ ਹਕੂਮਤ ਜਿਹੜਾ ਸੀਗਾ ਹਾਕਮ, ਉਹਨੂੰ ਕਿਸੇ ਨੇ ਖਬਰ ਦੇ ਦਿੱਤੀ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਇੱਥੇ ਠਹਿਰੇ ਹੋਏ। ਉਹ ਆਇਆ ਹੈ ਚੈੱਕ ਕਰਨ ਵਾਸਤੇ, ਤਲਾਸ਼ੀ ਲੈਣ ਵਾਸਤੇ। ਜਦੋਂ ਨਿਹੰਗਾਂ ਦੇ ਘਰ ਵੜੇ, ਬਾਕੀ ਦਰਵਾਜ਼ੇ ਖੁੱਲ੍ਹੇ ਸੀ, ਕਮਰਿਆਂ ਦੇ ਇੱਕ ਦਰਵਾਜ਼ਾ ਬੰਦ ਸੀ। ਮੁਸਲਮਾਨਾਂ ਦੇ ਵਿੱਚ ਇੱਕ ਨਿਯਮ ਸੀ, ਜਿੱਥੇ ਕਹਿ ਦਿੱਤਾ ਜਾਏ ਕਿ ਮੇਰੇ ਧੀ ਜਵਾਈ ਨੇ, ਉੱਥੇ ਤਲਾਸ਼ੀ ਨਹੀਂ ਲਈ ਜਾਂਦੀ। ਇਹਨੇ ਕਹਿਤਾ ਸੀ ਇਸ ਕਰਕੇ ਬਚਾਅ ਕਰਨ ਵਾਸਤੇ ਕਿ ਸ਼ਾਇਦ ਭਾਈ ਬਚਿੱਤਰ ਸਿੰਘ ਬਚ ਜਾਣ ਅਤੇ ਨਾਲੇ ਅਸੀਂ ਨਾ ਮਾਰੇ ਜਾਈਏ। ਇਹਨੇ ਕਹਿਤਾ ਇਸ ਕਮਰੇ 'ਚ ਮੇਰੇ ਧੀ ਜਵਾਈ ਨੇ, ਅਤੇ ਉਹ ਹਕੂਮਤੀ ਬੰਦੇ ਚਲੇ ਗਏ। ਬਾਅਦ ਵਿੱਚ ਉਸ ਬੱਚੀ ਨੇ ਕਿਹਾ ਸੀ ਕਿ ਤੁਸੀਂ ਕਹਿ ਦਿੱਤਾ ਪਿਤਾ ਜੀ ਕਿ ਮੇਰੇ ਧੀ ਜਵਾਈ ਨੇ, ਇਸ ਕਰਕੇ ਮੈਂ ਸ਼ਹੀਦ ਦੀ ਪਤਨੀ ਹਾਂ, ਮੈਂ ਵਿਆਹ ਨਹੀਂ ਕਰਾਵਾਂਗੀ। ਭਾਈ ਬਚਿੱਤਰ ਸਿੰਘ ਚੜ੍ਹਾਈ ਕਰ ਗਏ, ਸ਼ਹੀਦ ਹੋ ਗਏ, ਸ਼ਹੀਦੀ ਪ੍ਰਾਪਤ ਕਰ ਗਏ। ਉਹਨਾਂ ਦਾ ਦਾਹ ਸੰਸਕਾਰ ਵੀ ਇਸ ਪਰਿਵਾਰ ਨੇ ਚੋਰੀ ਛਿਪੇ ਕੀਤਾ ਅਤੇ ਉਹਨਾਂ ਦੀ ਰਾਖ ਦੱਬ ਦਿੱਤੀ, ਸਮਾਧ ਬਣਾ ਕੇ ਸਾਰੀ ਉਮਰ ਬੀਬੀ ਮੁਮਤਾਜ਼ ਦੀਵਾਵਟੀ ਕਰਦੀ ਰਹੀ ਹੈ। ਇਹ ਉਸ ਬੱਚੀ ਦੀ ਕੁਰਬਾਨੀ ਹੈ। ਔਰ ਇਸੇ ਪ੍ਰਕਾਰ ਹਜ਼ੂਰ ਬਾਹਮਣ ਮਾਜਰਾ, ਬੂੜ ਮਾਜਰਾ ਅਤੇ ਬੂਰ ਮਾਜਰਾ ਪਿੰਡ ਜਦੋਂ ਪਹੁੰਚੇ ਹਨ ਸੱਚੇ ਪਾਤਸ਼ਾਹ, ਅਤੇ ਉਸ ਵੇਲੇ ਸ਼ਾਮਾਂ ਦਾ ਸਮਾਂ ਸੀ। ਉੱਥੇ ਹਜ਼ੂਰ ਇੱਕ ਸਿੰਘ ਦੇ ਕੋਲੋਂ ਜਲ ਪਵਾ ਰਹੇ ਸੀ, ਹਸਤ ਕਮਲਾਂ 'ਤੇ ਮੁੱਖ 'ਤੇ ਪਾ ਰਹੇ ਸਨ। ਤਾਂ ਇੱਕ ਸਰਕਾਰੀ ਸੂਹੀਆ ਲੰਘਦਾ ਜਾ ਰਿਹਾ ਸੀ, ਉਹ ਅੰਦਰੋਂ ਸਤਿਗੁਰਾਂ ਦਾ ਸ਼ਰਧਾਲੂ ਸੀ। ਉਸਨੇ ਖਬਰ ਦਿੱਤੀ ਕਿ ਮਹਾਰਾਜ ਬਹੁਤ ਵੱਡੀ ਗਿਣਤੀ ਵਿੱਚ ਫੌਜ ਦਿੱਲੀ ਅਤੇ ਲਾਹੌਰ ਤੋਂ ਹੋਰ ਆ ਰਹੀ ਹੈ। ਉਹਨਾਂ ਨੂੰ ਪਤਾ ਤੁਸੀਂ ਇਸ ਇਲਾਕੇ ਵਿੱਚ ਹੋ ਅਤੇ ਘੇਰਾ ਪਾਉਣ ਵਾਲੇ ਨੇ, ਕੁਝ ਟਿਕਾਣਾ ਲੱਭ ਸਕਦੇ ਤੇ ਆਪ ਜੀ ਲੱਭ ਲਓ। ਮਹਾਰਾਜ ਕਹਿੰਦੇ ਧੰਨਵਾਦ ਤੇਰਾ, ਤੂੰ ਨਿਕਲ ਜਾ। ਔਰ ਫਿਰ ਸੱਚੇ ਪਾਤਸ਼ਾਹ ਜੀ ਚਮਕੌਰ ਨਗਰ ਆਏ। ਇਸ ਨਗਰ ਦੇ ਭੇਤੀ ਹਨ ਸਾਰੇ ਸਿੰਘ ਵੀ, ਪਹਿਲਾਂ ਵੀ ਇੱਕ ਜੰਗ ਇੱਥੇ ਹੋਈ ਸੀ ਚਮਕੌਰ ਵਿਖੇ, ਇੱਕ ਛੋਟਾ ਜਿਹਾ ਜੰਗ ਪਹਿਲਾਂ ਵੀ ਹੋ ਚੁੱਕਾ। ਹਜ਼ੂਰ ਇੱਥੇ ਵੀ ਰਹੇ ਸਨ 3 ਦਿਨ ਉਦੋਂ। ਇਸ ਕਰਕੇ ਹਜ਼ੂਰ ਇੱਥੇ ਆਏ, ਪਹਿਲਾਂ ਬਾਗ ਵਿੱਚ ਉਤਾਰਾ ਕੀਤਾ ਹੈ ਅਤੇ ਉਸ ਤੋਂ ਬਾਅਦ ਫਿਰ ਵਿਚਾਰਿਆ ਕਿ ਇਉਂ ਖੁੱਲ੍ਹੇ ਮੈਦਾਨ, ਰੜੇ ਮੈਦਾਨ ਦੁਸ਼ਮਣ ਨਾਲ ਜੰਗ ਕਰਨਾ ਨੁਕਸਾਨਦੇਹ ਜ਼ਿਆਦਾ ਹੈ, ਕਿਉਂਕਿ ਦੁਸ਼ਮਣ ਦੇ ਵੀ ਆਊ ਲਾਉਣੇ ਚਾਹੀਦੇ ਨੇ, ਸ਼ਹਾਦਤਾਂ ਤਾਂ ਹੋਣਗੀਆਂ, ਪਰ ਕੋਈ ਪ੍ਰਬੰਧ ਕੀਤਾ ਜਾਏ। ਫਿਰ ਇਹ ਬੁੱਧੀ ਚੰਦ ਅਤੇ ਗਰੀਬੂ 2 ਭਰਾ, ਉਹਨਾਂ ਦੀ ਹਵੇਲੀ ਸੀ। ਤਾਂ ਉਹਨੂੰ ਸਮਝਾ ਦਿੱਤਾ ਸੀ ਕਿ ਹਕੂਮਤੀ ਬੰਦੇ ਪੁੱਛਣ ਤਾਂ ਕਹਿਣਾ ਕਿ ਜ਼ਬਰਦਸਤੀ ਉਹਨਾਂ ਹਵੇਲੀ 'ਤੇ ਕਬਜ਼ਾ ਕਰ ਲਿਆ, ਤੁਸੀਂ ਹੁਣ ਪਾਸੇ ਹੋ ਜਾਓ। ਤਾਂ ਬੁੱਧੀ ਚੰਦ ਜਿਹੜਾ ਸੀ ਸ਼ਰਧਾਲੂ ਸੀ ਵੈਸੇ, ਉਹ ਹਵੇਲੀ ਛੱਡ ਕੇ ਪਾਸੇ ਹੋ ਗਏ। ਤਾਂ ਸ਼ਾਮਾਂ ਦੇ ਵਕਤ ਇਸ ਚਮਕੌਰ ਦੀ ਗੜ੍ਹੀ, ਜੋ ਕਿ ਕੱਚੀ ਗੜ੍ਹੀ ਸੀ, ਦੁਛੱਤੀ ਹਵੇਲੀ ਸੀ, 2 ਛੱਤਾਂ ਸਨ ਇਹਦੀਆਂ। ਤਾਂ ਹਜ਼ੂਰ 40 ਸਿੰਘਾਂ ਸਮੇਤ ਇਹਦੇ ਵਿੱਚ ਪ੍ਰਵੇਸ਼ ਕਰਦੇ ਨੇ। ਔਰ ਅੱਲਾ ਯਾਰ ਖਾਂ ਜੋਗੀ ਲਿਖਦਾ, ਜਿਸ ਦਮ ਹੁਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ, ਚਲਾਏ हुए शेर से थे सब गैज के मारे, गैज नाम गुस्से दा, और आँखों से निकलते थे दलेरों के शरारे, सतगुर के सिवा और गजबनाक थे सारे। ਇਉਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਉੱਥੇ ਪ੍ਰਵੇਸ਼ ਕੀਤਾ। ਸਿੰਘਾਂ ਨੂੰ ਵੀਰ ਰਸ ਬਹੁਤ ਜ਼ਿਆਦਾ ਸੀ, ਭੁੱਖੇ ਪਿਆਸੇ ਸਨ, ਦੁਸ਼ਮਣ ਦਲ ਪਿੱਛਾ ਨਹੀਂ ਛੱਡ ਰਿਹਾ। ਤਾਂ ਉਸ ਵੇਲੇ ਅੱਲਾ ਯਾਰ ਖਾਨ ਲਿਖਦਾ ਹੈ ਕਿ ਸਿੰਘਾਂ ਨੂੰ ਬਹੁਤ ਜ਼ਿਆਦਾ ਰੋਹ ਸੀ। ਜਬ ਕਿਲਾ में जा उतरी सतगुर की सवारी, वाहिगुरु जी की फतेह सी सिंहों ने पुकारी, वो होम आ शेरों का वो जलाल था भारी, थर थर्रा गया चमकौर भी हुआ जलजला तारी। मानो ਪਚਾਲ ਆ ਗਿਆ। ਔਰ ਸਿੰਘ ਭਾਵੇਂ 40 ਸਨ, ਜਦੋਂ ਜਕਾਰੇ ਛੱਡੇ ਤੇ ਉਸ ਵੇਲੇ ਮਨ ਨੂੰ ਚਮਕੌਰ ਦੇ ਵਿੱਚ ਭੁਚਾਲ ਆ ਗਿਆ। ਔਰ ਹਜੂਰ ਨੇ ਮੇਨ ਦਰਵਾਜ਼ਾ ਬੰਦ ਕਰਵਾ ਦਿੱਤਾ ਹੈ। ਫਿਰ ਇੱਥੇ ਰਹਿ ਰਾਸ ਦਾ ਦੀਵਾਨ ਸਜਾਇਆ ਹਜੂਰ ਨੇ। ਦੀਵਾਨ ਰਹਿ ਰਾਸ ਦਾ ਭੋਗ ਪੈਣ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਇੱਕ ਭਾਸ਼ਣ ਦਿੱਤਾ ਕਿ ਖਾਲਸਾ ਜੀ, 4 ਚਫੇਰੇ ਮੌਤ ਦਾ ਸਮੁੰਦਰ ਮੰਡਰਾ ਰਿਹਾ ਹੈ। ਮੌਤ ਅਵਸ਼ ਹੈ। ਇਹ ਮਖਮਲੀ ਬਿਸਤਰਿਆਂ 'ਤੇ ਪਿਆਂ ਲੋਕਾਂ ਨੂੰ ਵੀ ਆ ਜਾਂਦੀ ਹੈ। ਇਹ ਸਰੀਰਕ ਮੌਤ ਖਾਲਸੇ ਨੂੰ ਮਾਰ ਨਹੀਂ ਸਕਦੀ। ਇਹ ਪਹਾੜੇ ਦੇ ਖਰੀਦੇ ਹੋਏ ਲੋਕ 4 ਚਫੇਰੇ ਤੁਹਾਡੇ ਇਕੱਠੇ ਹੋਏ ਨੇ। ਕੱਲ੍ਹ ਨੂੰ ਮੈਦਾਨੇ ਜੰਗ ਜੂਝ ਕੇ ਇਹਨਾਂ ਨੂੰ ਦੱਸ ਜਾਣਾ ਹੈ ਕਿ ਧਰਮ ਨਾਲ ਜੀਉ ਉੱਠੇ ਬੰਦੇ ਕਿਵੇਂ ਮੌਤ ਨੂੰ ਮੁਖਾਲਾਂ ਕਰਦੇ ਨੇ।
ਔਰ ਇਹ 20 ਰੱਸੀ ਪ੍ਰਚਾਰ ਉਪਦੇਸ਼ ਭਾਸ਼ਣ ਗੁਰੂ ਕਲਗੀਧਰ ਨੇ ਦਿੱਤਾ। ਫਿਰ ਉਸ ਵੇਲੇ ਕੁਛ ਲੇਟ ਕੇ ਖਾਕ ਪੇ ਜੀ ਪੋਸ਼ ਵਿਛਾ ਕਰ, ਜੀ ਨਾਮ ਹੈ ਕਾਠੀ ਦਾ, ਘੋੜੇ ਦੀ ਕਾਠੀ ਤੇ ਪੋਸ਼ ਉੱਪਰਲਾ ਕੱਪੜਾ ਉਹ ਵਿਛਾ ਕੇ ਸਰਾਣੇ ਰੱਖ ਲਿਆ। ਕੁਛ ਲੇਟ ਕੇ ਖਾਕ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਲੱਗਾ ਦੇਣੇ कोई तलवार उठा कर, गोविंद भी शबबाश हुए खैमे में जाकर, जब देखा तो बैठे हैं गर्दन को झुका कर। भाई मदन सिंह ते कोठा सिंह कहने लगे असीं पहरा देंगे, सानू नींद नहीं आउंदी। उधर सतगुरु महाराज जिस वेले अंदर वड़े, जब देखा तो बैठे हैं गर्दन को झुका कर, है वाहेगुरु वाहेगुरु मुँह से निकलता है, तू ही तू मुँह से निकलता। जब 1.5 घड़ी रात गई जिक्र खुदा में, परमात्मा का सिमरन करदे हजूर नूं 1.5 घड़ी रात गुजरी। खैमे से निकल आए सरकार हवा में, कदमों से टहलते थे मगर दिल था दुआ में। बोले या खुदावंद खुश हूँ तेरी रजा में, और करतार से कहते थे गोया रूबरू होकर, मैं कल जाऊँगा चमकौर से सुरखरू होकर। और जिस वेले ने हजूर ने इत्थे उतारा कीता सी ते कच्ची गड़ी दी कंध नालों थोड़ी जी मिट्टी अपने खंजर नाल लाई ते हथ दी हथेली ते रख के हजूर ने फूक मार के उड़ाई। ਸਿੰਘਾਂ ने पुछया महाराज ये की खेड? हजूर कहन लगे ये गड़ी भी बड़ी भागां वाली है, इत्थे बड़े उच्चे निशान झुलणगे। दया ਸਿੰਘਾ तुहानूं चेता होवेगा, जिस खित्ते में हम कहते थे आना ये वही है, कल जिस जगह से लुट कर है जाना ये वही है, जिस जगह पे बच्चों को कटाना ये वही है, मट्टी कह रही है ठिकाना ये वही है। ये वो ठिकाना है हुण आया। और इस प्रकार फिर सच्चे पातशाह बाहर आके ਸਿੰਘਾਂ ਦੇ प्रति भगती प्रगट कर रहे हैं। चूमा कभी हलकुम किसी का गला चुमिया कि खालसा कल नूं अपने इस पवित्र शरीर का कतरा कतरा खून का वहा के धर्म की जग बेदी तो तू कुर्बान हो जाना, तेरे दर्शन फिर मैनू नहीं होणगे, तेरा गला चुम लावां। चूमा कभी हलकुम कभी दहन चूमने बैठे, चेहरा चुम लिया, तेरे इस नूरानी चेहरे दे कल तो बाद मैनू दर्शन नहीं होने। 35 जब आए तब चरण चूमने बैठे, किसी सिंह दे पैरां वाले पासे आए तो उहदे पैरां नूं चूमण लग पे कलगीधर पातशाह। और फिर अल्लाह यार खां जोगी लिखदा है, बाली से शहीदों के हुआ जब के गुजरना, शहीदां दे सराणे वल्लों दी जदों गुजरना होया तब मुश्किल हुआ कदम आगे को तरना। कलगीधर पातशाह विराग दे नाल ਸਿੰਘਾਂ ਦੇ सराणे बैठ गए, बड़ा विराग कर रहे हैं। अल्लाह यार खां लिखदा, हाशा किसी मुर्शद में ये इसार नहीं है, मैं ना सुनिया ते ना पढ़िया कदों। दुनिया के इतिहास विच किसी पैगंबर दे कोल ये कुर्बानी का जज्बा नहीं है। हाशा किसी मुर्शद में ये इसार नहीं है, ये प्यार किसी पीर में ज़नहार नहीं है। और भगती में गुरु अर्श संसार जमी है, जिहड़ी अपने मुरीदां दी भगती कीती गुरु गोबिंद सिंह साहब ने, उहदे नाल आप जी का रुतबा आसमान ते चला गया। बाकी सारे ऋषियों का रुतबा गुरु गोबिंद ने बढ़ाया, ये भी लिखा उसने। सारे पैगंबरां दा रुतबा वधाता गुरु गोबिंद सिंह साहब ने, भाव उच्चा मरतबा पाया। ऐसे कलगीधर पातशाह। और खैर दिन चढ़न तो पहला पहला सिंह उठ खड़े होए। हजूर ने विਉਂਤ समझाई कि 8-8 ਸਿੰਘਾਂ ਦਾ जथा 4 कोनियां ते रहेगा। जिथे हजूर आप उपर सन ममटी ते, भाव दूजी छत ते छाती तक इत्थे तक कंध सी, हजूर का चेहरा दुश्मन नूं दिसदा सी, होर कुछ नहीं। और सारे पत्थे खाली कर दिते गए, तीर विछाते गए। 2 ਸਿੰਘ कोल हन तीर फड़ फड़ के फड़ाउण वास्ते। हजूर कहण लगे गड़ी दे नेड़े तां मैं थोड़ी कीती नहीं किसी नूं आउण दिंदा, तुसीं बाहर नहीं अजे निकलना और पहरा रखना, घुमदे रहना विच ਸਿੰਘਾਂ ने, ते 8-8 ਸਿੰਘ बाहियां ते रहणगे। फिर एक आया सी पहला थोड़ा जिहा गड़ी दे कोल कुछ फौज नाल लैके, तां उस नूं सच्चे पातशाह ने तीर चलाया ते वो मरिया ते दौड़ गए सारे। और फिर ये मलेरकोटली दा भरा नार खां इन्हें दमगजा मारिया सी कि मैं फड़ के लियावांगा गुरु गोबिंद सिंह नूं जिउंदा। और इसने गड़ी दी कंध नाल पौड़ी लाई। जदों थोड़ा जिहा सिर उपर होया तो हजूर ने तीर छड्डिया, ये मुख विच वज्जा सी ते गिची विच दी बाहर निकलिया सी। और इतना ये पटका के थले डिग्गा। ये बारे जिक्र करदा ना, मलेर खां कोटले वाले ने जदों कहा सी सूबे ने भी अपने भरा का बदला ला ला साहबजादियां तो, कहण लगा बदला ही लेना होगा तो लेंगे बाप से, इन्हां दे पिता नाल तो बदला लवांगा। है विरोधी सी
ਪਰ ਉਹ ਇਸ ਪਾਪ ਤੋਂ ਕੰਬਿਆ ਸੀ ਕਿ ਛੋਟੇ ਬੱਚਿਆਂ ਨਾਲ ਵਧੀਕੀ ਨਹੀਂ ਕੀਤੀ ਜਾ ਸਕਦੀ, ਇਸਲਾਮ ਇਜਾਜ਼ਤ ਨਹੀਂ ਦਿੰਦਾ। ਕੁਰਾਨ ਸ਼ਰੀਫ 'ਚ ਐਸੀ ਕੋਈ ਆਇਤ ਨਹੀਂ ਹੈ, ਇਹ ਆਪ ਹੀ ਵਿਗੜ ਜਾਂਦੇ ਨੇ ਲੋਕ। ਖੈਰ ਉਹ ਚੰਗਾ ਨਿਕਲਿਆ ਇਸ ਗੱਲੋਂ। ਉਹ ਤਿੰਨੇ ਭਰਾ ਜੰਗ ਵਿੱਚ ਮੌਜੂਦ ਸਨ। ਇੱਕ ਤੀਸਰੇ ਦਾ ਜ਼ਿਕਰ ਕੀਤਾ ਹਜ਼ੂਰ ਨੇ, ਖਵਾਜਾ ਮਰਦੂਦ ਲਿਖਿਆ, ਉਹਦਾ ਨਾਮ ਸੀ ਖਵਾਜਾ ਖਿਜਰ ਖਾਂ, ਅਤੇ ਉਹ ਮਰਦੂਦ ਲਿਖਿਆ। ਮਰਦੂਦ ਦਾ ਅਰਥ ਹੁੰਦਾ ਨਕਾਰਿਆ ਹੋਇਆ, ਦਰਕਾਰਿਆ ਹੋਇਆ, ਪਿਟਿਆ ਹੋਇਆ, ਕੱਢਿਆ ਹੋਇਆ। ਹਜ਼ੂਰ ਨੇ ਕਿਹਾ ਕਿ ਉਹਨੇ ਵੀ ਦਮਗਜਾ ਮਾਰਿਆ ਸੀ, ਪਰ ਜਿਸ ਵੇਲੇ ਮੇਰੀ ਕਲਗੀ ਦੀ ਚਮਕ ਉਸਨੇ ਵੇਖੀ ਤੇ ਹੇਠਾਂ ਡਿੱਗਾ ਤੇ ਕੰਧ ਦੀ ਛਾਂ ਥੱਲੇ ਹੋ ਕੇ ਭੱਜ ਕੇ ਉਹਨੇ ਆਪਣੀ ਜਾਨ ਬਚਾਈ। ਉਹ ਮਰਦ ਨਹੀਂ ਸੀ, ਜੇ ਹੁੰਦਾ ਤੇ ਇੱਕ ਤੀਰ ਬਾਹ ਲਾਚਾਰ ਗਈ, ਮੈਂ ਉਹਨੂੰ ਵੀ ਬਖਸ਼ ਦਿੰਦਾ। ਇਸ ਪ੍ਰਕਾਰ ਹਜ਼ੂਰ ਨੇ ਨਾਲ ਇਹ ਵੀ ਲਿਖਿਆ, ਔਰੰਗਜ਼ੇਬ, ਲੋਕਾਂ ਦਾ, ਮਨੁੱਖਾਂ ਦਾ ਖੂਨ ਵਹਾਉਣਾ ਮੇਰਾ ਸ਼ੌਂਕ ਨਹੀਂ ਹੈ। ਮੈਂ ਇਹ ਸ਼ਸਤਰ ਲੋਕਾਂ ਦਾ ਖੂਨ ਵਹਾਉਣ ਲਈ ਨਹੀਂ ਚੁੱਕੇ, ਖੂਨ ਵਹਾਉਣ ਵਾਲਿਆਂ ਦਾ ਬੂਥਾ ਭੰਨਣ ਲਈ ਚੁੱਕੇ। ਸੋ ਇਸ ਪ੍ਰਕਾਰ ਇਹ ਮੇਰੀ ਤਲਵਾਰ ਬੇਮਿਆਨੀ ਤਾਂ ਹੋਈ ਕਿਉਂਕਿ ਤੁਸੀਂ ਅੱਤ ਕੀਤੀ ਜ਼ੁਲਮ ਦੀ। ਚੂੰਕਾਰ ਅਜ਼ ਹਮਾਹਿਲ ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ। ਖੈਰ ਮੁੱਕਦੀ ਗੱਲ, ਪੰਜ ਸਿੰਘਾਂ ਦਾ ਜਥਾ ਬਾਹਰ ਜਾ ਕੇ ਵਾਰੀ ਸ਼ਹਾਦਤ ਨੂੰ ਪ੍ਰਾਪਤ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਆਗਿਆ ਮੰਗ ਲਈ ਹੈ, ਹਜ਼ੂਰ ਨੇ ਭੇਜਿਆ ਹੈ, ਔਰ ਉਹਨੇ ਅਨੇਕਾਂ ਦੇ ਆਹੂ ਲਾਏ ਸਨ। ਉਹਨਾਂ ਕੋਲ ਸੀ ਇੱਕ ਨੇਜਾ, ਇੱਕ ਵੱਡੀ ਸ੍ਰੀ ਸਾਹਿਬ ਅਤੇ ਇੱਕ ਤੀਰਾਂ ਵਾਲਾ ਪੱਥਾ ਅਤੇ ਕਮਾਨ, ਔਰ ਪਹਿਲਾਂ ਤੀਰਾਂ ਦੇ ਨਾਲ ਦੁਸ਼ਮਣਾਂ ਨੂੰ ਪਰੋਇਆ ਸੀ। ਹਜ਼ੂਰ ਦੀ ਵਿਉਂਤ ਇਹ ਸੀ, ਜਿਹੜਾ ਸਿੰਘ ਜਾਏ ਬਾਹਰ, ਕਿਉਂਕਿ ਪੰਜ ਸਿੰਘਾਂ ਦਾ ਜਥਾ ਭੇਜ ਰਹੇ ਸਨ, ਜਿਹੜੇ ਸਿੰਘ ਜਾਣਗੇ ਜਿੱਥੇ ਤੇ ਉਹ ਲੜਦੇ ਹੋਣਗੇ ਆਪ ਆਹੂ ਲਾਉਣਗੇ, ਜਿਹੜੇ ਦੁਆਲਿਓਂ ਹੋਰ ਦੁਸ਼ਮਣ ਆਉਣਗੇ ਨੇੜੇ, ਉਹਨਾਂ ਨੂੰ ਤੀਰਾਂ ਨਾਲ ਮੈਂ ਪਰੋਵਾਂਗਾ। ਅਤੇ ਇਸ ਤਰ੍ਹਾਂ ਗੁਰੂ ਕਲਗੀਧਰ ਦੇ ਤੀਰਾਂ ਦੀ ਧਾਕ ਮੱਚੀ ਹੋਈ ਸੀ ਦੁਸ਼ਮਣ ਦਲ ਵਿੱਚ, ਕਿ ਉਹਨਾਂ ਦਾ ਚੱਲਿਆ ਤੀਰ ਖਾਲੀ ਨਹੀਂ ਜਾਏਗਾ। ਇੱਕ ਇਹ ਵੀ ਤੁਹਾਡੀ ਗਿਆਤ ਵਾਸਤੇ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਰਗਾ ਤੀਰ ਅੰਦਾਜ਼ ਅਜੇ ਤੱਕ ਦੁਨੀਆ 'ਤੇ ਨਹੀਂ ਹੋਇਆ। ਹਜ਼ੂਰ ਦੀ ਕਮਾਨ ਦਾ ਵਜਨ ਸੀ 9 ਟੰਕੀ, 25 ਸੇਰ ਹੋਏ ਤੇ ਇੱਕ ਟੰਕ ਬਣਦਾ, ਇੱਕ ਵੱਟੇ ਦਾ ਨਾਮ ਹੈ ਟੰਕ। 25 ਸੇਰ ਮਤਲਬ 2.25 ਕੁਆਂਟਲ ਵਜਨ ਉਹਦੀ ਤੰਦੀ ਨਾਲ ਬੰਨ੍ਹਿਆ ਜਾਏ ਤੇ ਫਿਰ ਤੰਦੀ ਪੂਰੀ ਖਿੱਚੀ ਜਾਂਦੀ ਸੀ। ਐਡਾ 9 ਟੰਕੀ ਦਾ ਕਮਾਨ ਅਜੇ ਤੱਕ ਕੋਈ ਉਸ 'ਤੇ ਤੀਰ ਨਹੀਂ ਚਲਾ ਸਕਿਆ। ਵੱਧ ਤੋਂ ਵੱਧ 7 ਟੰਕੀ ਦਾ ਕਮਾਨ ਕੋਈ ਚਲਾ ਸਕਿਆ, ਤੇ ਗੁਰੂ ਕਲਗੀਧਰ ਦਾ 9 ਟੰਕੀ ਦਾ ਕਮਾਨ ਸੀ। ਔਰ ਇਹ ਵੀ ਕਿ ਰਾਮ ਚੰਦਰ ਜੀ ਤੇ ਅਰਜਨ ਦੇ ਬਾਣ ਅਮੋਘ ਮੰਨੇ ਗਏ ਨੇ, ਪਰ ਕੇਵਲ ਸੱਜੇ ਹੱਥ ਨਾਲ ਚੱਲੇ ਹੋਏ। ਹਜ਼ੂਰ ਕਲਗੀਧਰ ਨੂੰ ਮੁਹਾਰਤ ਹਾਸਲ ਸੀ ਕਿ ਸੱਜੇ ਤੇ ਖੱਬੇ ਦੋਵਾਂ ਹੱਥਾਂ ਨਾਲ ਜਦੋਂ ਤੀਰ ਚਲਾਉਂਦੇ ਸੀ, ਨਿਸ਼ਾਨਾ ਫੁੰਡਦਾ ਹੀ ਫੁੰਡਦਾ ਸੀ, ਚਾਹੇ ਅਗਲਾ ਮਰ ਜਾਏ ਚਾਹੇ ਜ਼ਖਮੀ ਹੋ ਜਾਏ। ਤਾਂ ਹੀ ਹਜ਼ੂਰ ਦੇ ਤੀਰ ਨਾਲ 1.25 ਤੋਲਾ ਇੱਕ ਮੋਹਰ ਸੋਨੇ ਦੀ ਜਿਹੜੀ ਲਵਾਈ ਜਾਂਦੀ ਸੀ, ਕਿ ਦੁਸ਼ਮਣ ਦੇ ਖਫਣ ਦੇ ਕੰਮ ਆ ਜਾਏ ਜਾਂ ਮਲਮ ਪੱਟੀ ਦੇ ਕੰਮ ਆਏ। ਇਸ ਕਰਕੇ ਹਜ਼ੂਰ ਦੀ ਤੀਰ ਅੰਦਾਜ਼ੀ ਤੋਂ ਉਹ ਖੌਫਜ਼ਦਾ ਸਨ। ਤਾਂ ਹੀ ਉਹਨਾਂ ਦੇ ਜਰਨੈਲ ਨੇੜੇ ਨਹੀਂ ਸੀ ਆਉਂਦੇ, ਸਿਪਾਹੀ ਅੱਗੇ ਭੇਜਦੇ ਸਨ, ਅਤੇ ਹਜ਼ੂਰ ਨੇ ਬੜੇ ਪਰੋਏ ਤੀਰਾਂ ਦੇ ਨਾਲ। ਇੱਕ ਮੈਂ ਆਪਦੀ ਅਰਜ਼ ਵਾਸਤੇ ਬੇਨਤੀ ਕਰਾਂ, ਇੱਕ ਸਿੰਘ ਅਜੇ ਜਿਉਂਦਾ ਹੈ, ਉਹਦਾ ਦਾਦਾ 1899 'ਚ ਵੀ ਜਨਮਿਆ ਸੀ, ਅਤੇ ਉਸ ਦੇ ਦਾਦੇ ਨੇ ਕਿਹਾ ਕਿ ਜਿਹੜਾ ਉਸਤਾਦ ਮੈਨੂੰ ਫਾਰਸੀ ਪੜ੍ਹਾਉਂਦਾ ਰਿਹਾ, 10 ਕੁ ਸਾਲ ਦੀ ਮੇਰੀ ਉਮਰ ਸੀ ਜਦੋਂ ਮੈਨੂੰ ਫਾਰਸੀ ਪੜ੍ਹਾਉਂਦਾ ਸੀ, ਅਤੇ ਉਸ ਨੇ ਦੱਸਿਆ ਕਿ ਮੇਰੇ ਦਾਦੇ ਪੜਦਾਦੇ ਚਮਕੌਰ ਦੀ ਜੰਗ ਵਿੱਚ ਸ਼ਾਮਲ ਸਨ, ਮੁਸਲਮਾਨ ਜਾਨੀ। ਅਤੇ ਉਹ ਦੱਸਦੇ ਸਨ ਕਿ ਜਿਵੇਂ ਮੀਂਹ ਪੈ ਕੇ ਪਾਣੀ ਦਾ ਵਹਾਅ ਚੱਲਦਾ, ਇੰਜ ਖੂਨ ਚੱਲਦਾ ਸੀ ਇੱਥੇ। ਦੂਸਰੀ ਗੱਲ ਉਹਨਾਂ ਇਹ ਦੱਸੀ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਮੈਦਾਨੇ ਜੰਗ 'ਚ ਆਏ ਸਨ, ਅਤੇ ਜਿਵੇਂ ਬਿਜਲੀਆਂ ਲਿਸ਼ਕਦੀਆਂ ਹਨ ਇਸ ਤਰ੍ਹਾਂ ਦੀ ਉਹ ਹੋਈ ਸੀ, ਬਹੁਤ ਜ਼ਿਆਦਾ ਪ੍ਰਕਾਸ਼ ਚਾਨਣ ਹੋਇਆ ਸੀ ਸਾਹਿਬਜ਼ਾਦਾ ਜਦੋਂ ਅਜੀਤ ਸਿੰਘ ਬਾਹਰ ਆਏ। ਨਾਲ ਪੰਜਾਂ ਦਾ ਜਥਾ ਸੀ, ਅਨੇਕਾਂ ਨੂੰ ਮਾਰਿਆ, ਅਤੇ ਫਿਰ ਇਹਨਾਂ ਦੇ ਕੋਲੋਂ ਤੀਰ ਮੁੱਕ ਗਏ। ਫਿਰ ਇਹਨਾਂ ਨੇ ਆਪਣਾ ਨੇਜਾ ਕੱਢ ਲਿਆ ਬਾਹਰ, ਪਿੱਛੋਂ ਖਿੱਚ ਲਿਆ ਨੇਜਾ। ਅਤੇ ਇੱਕ ਖਵਾਜਾ ਅਨਵਰ ਖਾਂ ਨਾਂ ਦਾ ਬੰਦਾ ਸੀ, ਉਹ ਹਾਥੀ 'ਤੇ ਚੜ੍ਹਿਆ ਹੋਇਆ ਸੀ, ਅਤੇ ਉਹ ਇਹਨਾਂ ਦੇ ਨੇੜੇ ਆਇਆ, ਅਤੇ ਸਾਹਿਬਜ਼ਾਦਾ ਜੀ ਘੋੜੇ 'ਤੇ ਸਨ। ਇਹ ਵਿਚਾਰਦੇ ਸਨ ਵੀ ਇਹਦੇ ਨੇਜਾ ਕਿੱਥੇ ਮਾਰਿਆ ਜਾਏ। ਜਿਹੜੇ ਉਹਨਾਂ ਦੇ ਜਰਨੈਲ ਹੁੰਦੇ ਸੀ ਉਹ ਜ਼ਿਰਾ ਬਗਤਰ ਨਾਲ ਟੱਕੇ ਹੁੰਦੇ ਸਨ, ਆਮ ਸਿਪਾਹੀ ਨਹੀਂ, ਪਰ ਜਿਹੜੇ ਜਰਨੈਲ ਮੁਖੀਏ ਸਨ, ਸਰਦਾਰ 100-200 ਦੇ ਜਥੇਦਾਰ ਵੀ, ਉਹ ਟੱਕੇ ਹੁੰਦੇ ਸੀ ਸੰਜੋਆਂ ਨਾਲ। ਫਿਰ ਸਾਹਿਬਜ਼ਾਦਾ ਜੀ ਨੇ ਇਹ ਨੇਜਾ ਆਪਣਾ ਮਾਰਿਆ ਐਸੀ ਜੁਗਤੀ ਨਾਲ ਕਿ ਉਹਦੀ ਛਾਤੀ ਪਾੜ ਕੇ ਨੇਜਾ ਅੱਗੇ ਤਾਂ ਲੰਘ ਗਿਆ, ਪਰ ਪਿੱਛੇ ਨਹੀਂ ਨਿਕਲ ਸਕਿਆ, ਉਹਦਾ ਡੰਡਾ ਟੁੱਟ ਗਿਆ, ਡੰਡਾ ਹੱਥ ਰਹਿ ਗਿਆ। ਫਿਰ ਸਾਹਿਬਜ਼ਾਦਾ ਜੀ ਨੇ ਤਲਵਾਰ ਧੂ ਲਈ, ਅਤੇ ਤਲਵਾਰ ਧੂ ਕੇ ਫਿਰ ਦੁਸ਼ਮਣਾਂ ਦੇ ਆਹੂ ਲਾਏ। ਇੰਨੇ ਚਿਰ ਨੂੰ ਦੁਸ਼ਮਣ ਦਲ ਦੇ ਵਿੱਚ ਰੌਲਾ ਪੈ ਗਿਆ ਕਿ ਗੁਰੂ ਦਾ ਸਪੂਤ ਹੈ, ਇਹਨੂੰ ਮਾਰ ਲਿਆ ਤੇ ਗੁਰੂ ਗੋਬਿੰਦ ਸਿੰਘ ਦਾ ਦਮ ਟੁੱਟ ਜਾਏਗਾ। ਅਤੇ ਉਹਨਾਂ ਨੇ ਵੰਗਾਰਿਆ, ਜਰਨੈਲਾਂ ਨੇ ਵੀ ਕਰਦੇ ਕਿ ਉਹ ਸਾਰੇ ਟੁੱਟ ਕੇ ਪੈ ਗਏ। ਫਿਰ ਅਨੇਕਾਂ ਤੀਰ ਚੱਲੇ, ਸਾਹਿਬਜ਼ਾਦਾ ਦੀ ਛਾਤੀ ਵਿੰਨ੍ਹੀ ਗਈ, ਔਰ ਆਪ ਜੀ ਫਿਰ ਡਿੱਗੇ। ਗੁਰੂ ਪਿਤਾ ਜੀ ਵੱਲ ਨੂੰ ਮੁੱਖ ਕਰਕੇ ਫਤਿਹ ਬੁਲਾਈ ਸਾਹਿਬਜ਼ਾਦਾ ਜੀ ਨੇ। 394 ਫੱਟ ਲੱਗੇ ਸਨ ਸਾਹਿਬਜ਼ਾਦਾ ਅਜੀਤ ਸਿੰਘ ਦੇ ਸਰੀਰ 'ਤੇ, 394 ਜ਼ਖਮ ਸਨ ਜਦੋਂ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ। ਇਸ ਪ੍ਰਕਾਰ ਫਿਰ
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਆਗਿਆ ਮੰਗ ਲਈ ਸੀ। ਫਿਰ ਹਜੂਰ ਉਹਨੂੰ ਤੋਰਨ ਲੱਗੇ, ਦਇਆ ਸਿੰਘ ਹੋਰਾਂ ਰੋਕਿਆ, ਯਤਨ ਕੀਤਾ ਪਰ ਨਹੀਂ, ਹਜੂਰ ਨੇ ਭੇਜਿਆ, ਦਇਆ ਸਿੰਘ ਜੀ ਹੁਕਮ ਮੰਨੋ। ਦਰਵਾਜ਼ਾ ਖੁੱਲ੍ਹਿਆ, ਸਾਹਿਬਜ਼ਾਦਾ ਜੀ ਸਿੰਘਾਂ ਸਮੇਤ ਬਾਹਰ ਆਏ। ਅਨੇਕਾਂ ਨੂੰ ਮਾਰ ਕੇ ਅੱਲਾ ਯਾਰ ਖਾਂ ਨੇ ਲਿਖਤ ਪੜ੍ਹੀ ਤੇ ਆਪ ਲਿਖੀ ਹੈ ਕਿ 40 ਦੇ ਕਰੀਬ ਉਹਨੇ ਦੁਸ਼ਮਣ ਮਾਰੇ। ਔਰ ਫਿਰ ਆਖਰ ਉਹਨਾਂ ਦੀ ਵੀ ਸ਼ਹਾਦਤ ਹੋਈ। ਤੇ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ, ਹੱਸ ਸ਼ਹੀਦੀ ਪਾ ਗਿਆ ਜਬ ਲਾਲ ਛੁਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ, ਹੱਸ ਕਲਗੀਧਰ ਜੀ ਬੋਲਦੇ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ, ਔਰ ਇਸ ਪ੍ਰਕਾਰ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਕਾਰੇ ਛੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ। ਫਿਰ ਆਪ ਕਮਰ ਕੱਸਾ ਕਰਕੇ ਸੱਚੇ ਪਾਤਸ਼ਾਹ ਨੇ ਤਿਆਰੀ ਕੀਤੀ, ਕਹਿਣ ਲੱਗੇ ਘੋੜਾ ਲਿਆਓ ਮੇਰਾ। ਤਾਂ ਉਸ ਵੇਲੇ ਸਿੰਘਾਂ ਨੇ ਕਿਹਾ, ਮਹਾਰਾਜ ਇਹ ਨਾ ਕੰਮ ਕਰੋ, ਜੇ ਤੁਸੀਂ ਉਹ ਤੇ ਲੱਖਾਂ ਸਾਡੇ ਵਰਗੇ ਸਾਜ ਲਓਗੇ, ਜੇ ਮਹਾਰਾਜ ਤੁਸੀਂ ਨਾ ਰਹੇ ਤੇ ਸਾਡੇ ਵਰਗਿਆਂ ਨੇ ਗੁਰੂ ਕਿੱਥੋਂ ਬਣਾ ਲੈਣਾ। ਤਾਂ ਹਜੂਰ ਕਹਿਣ ਲੱਗੇ, ਨਹੀਂ ਦਇਆ ਸਿੰਘਾ। ਫਿਰ ਦਇਆ ਸਿੰਘ ਪਿਛਾਂ ਹਟੇ। ਭਾਈ ਰਾਮ ਸਿੰਘ ਜੀ ਅੱਗੋਂ ਕੰਨ 'ਚ ਕਹਿਣ ਲੱਗੇ ਵੀ ਕਲਗੀਧਰ ਨੇ ਸਾਨੂੰ ਗੁਰੂ ਖਾਲਸਾ ਖਾਲਸਾ ਗੁਰੂ ਕਿਹਾ ਹੈ, ਸਿੱਖ ਪੰਚਨ ਮੈਂ ਮੇਰੋ ਵਾਸਾ। 5 ਸਿੰਘ ਹੋ ਕੇ ਚਲੀਏ, 5 ਇਕੱਠੇ ਹੋ ਕੇ ਆਏ, ਕੀਤੀ ਬੇਨਤੀ ਸੀ, ਪਰ ਹਜੂਰ ਨੇ ਹੁਕਮ ਮੰਨ ਕੇ ਕਿ ਤੁਹਾਡਾ ਹੁਕਮ ਹੈ ਤਾਂ ਮੈਂ ਚਲਾ ਜਾਵਾਂਗਾ, ਪਰ ਮੈਂ ਇੱਕ ਸ਼ਰਤ ਤੁਹਾਡੇ ਅੱਗੇ ਰੱਖਦਾ ਹਾਂ, ਮੇਰੀ ਉਹ ਬੇਨਤੀ ਮੰਨੋ ਕਿ ਮੈਂ ਨਰਸਿੰਘਾ ਵਜਾ ਕੇ ਤੇ ਪੀਰੇ ਹਿੰਦ ਮੇਰ ਵੱਧ ਉੱਚੀ ਬੁਲੰਦ ਆਵਾਜ਼ ਵਿੱਚ ਬੋਲ ਕੇ ਦੱਸ ਕੇ ਨਿਕਲਣਾ, ਚੋਰਾਂ ਦੀ ਤਰ੍ਹਾਂ ਨਹੀਂ। ਤਾਂ ਕਹਿਣ ਲੱਗੇ, ਠੀਕ ਮਹਾਰਾਜ, ਜਿਵੇਂ ਤੁਹਾਡੀ ਰਜ਼ਾ ਹੈ। ਤਾਂ ਫਿਰ ਕਲਗੀਧਰ ਪਾਤਸ਼ਾਹ ਨੇ ਅੱਧੀ ਰਾਤ ਤੋਂ ਬਾਅਦ ਨਾਲ ਵਿਉਂਤ ਦੱਸੀ, 5 ਸਿੰਘਾਂ ਨੂੰ ਬਿਠਾ ਕੇ ਕਲਗੀ ਤੋੜਾ ਲਾ ਕੇ ਅੱਗੇ ਰੱਖਿਆ। ਤੇ ਇੱਥੇ ਥੋੜ੍ਹਾ ਜਿਹਾ ਮਤਭੇਦ ਹੈ। ਭਾਈ ਵੀਰ ਸਿੰਘ ਤੇ ਸੰਤ ਗੁਰਬਚਨ ਸਿੰਘ ਜੀ ਕਹਿੰਦੇ ਨੇ ਕਿ ਉਹ ਕਲਗੀ ਤੋੜਾ ਭਾਈ ਸੰਤ ਸਿੰਘ ਪੱਟੀ ਸ਼ਹਿਰ ਦੇ ਰਹਿਣ ਵਾਲੇ ਸੀ, ਉਹਨਾਂ ਦੇ ਲਾਇਆ। ਸੰਗਤ ਸਿੰਘ ਵੀ ਨਾਲ ਸੀ। ਇਹ 5 ਸਿੰਘ ਸਨ। ਤਾਂ ਕੁਝ ਵਿਦਵਾਨਾਂ ਪੁਰਾਣੇ ਸਮੇਂ ਤੋਂ ਲਿਖ ਦਿੱਤਾ ਕਿ ਕਲਗੀ ਤੋੜਾ ਸੰਗਤ ਸਿੰਘ ਦੇ ਲਾਇਆ, ਪਰ ਇੱਕੋ ਹੀ ਰੂਪ ਹਨ, ਸਾਨੂੰ ਇਸ ਦੁਬਿਧਾ 'ਚ ਪੈਣ ਦੀ ਲੋੜ ਨਹੀਂ। ਸੰਤ ਸਿੰਘ ਦੇ ਕਲਗੀ ਤੋੜਾ ਲਾ ਕੇ ਤਾਂ ਹਜੂਰ ਨੇ ਵਿਉਂਤ ਸਮਝਾਈ ਕਿ ਤੁਸੀਂ ਇੱਥੇ ਜਕਾਰੇ ਛੱਡਦੇ ਰਹਿਣਾ ਤੇ ਮੇਰੀ ਥਾਂ ਤੇ ਕਲਗੀ ਤੋੜੇ ਵਾਲਾ ਸਿੰਘ ਬੈਠਾ ਤੀਰ ਚਲਾਉਂਦਾ ਰਹੇਗਾ, ਜਦੋਂ ਤੱਕ ਤੁਹਾਡੇ 'ਚ ਪ੍ਰਾਣ ਨੇ, ਜਕਾਰੇ ਛੱਡਦੇ ਰਹਿਣਾ। ਮੇਰੇ ਨਾਲ 3 ਸਿੰਘ ਨਿਕਲਣਗੇ, ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ, ਚੌਰ ਬਰਦਾਰ। ਔਰ ਅਸੀਂ ਪਿਛਲੀ ਜਿਹੜੀ ਖਿੜਕੀ ਉਹ ਖੋਲ੍ਹ ਕੇ ਪਿਛਲਾ ਛੋਟਾ ਦਰਵਾਜ਼ਾ ਤੇ ਇੰਜ ਨਿਕਲਾਂਗੇ, ਸਾਡਾ ਵਿਛੋੜਾ ਪੈ ਜਾਏਗਾ। ਇੱਕ ਤਾਰੇ ਦੀ ਸੇਧ ਦੱਸੀ ਕਿ ਉਸ ਨੂੰ ਸੱਜੇ ਮੋਢੇ 'ਤੇ ਰੱਖ ਕੇ ਤੁਸੀਂ 3 ਸਿੰਘਾਂ ਨੇ ਆਉਣਾ, ਅੱਗੇ ਮੇਰਾ ਮਿਲਾਪ ਹੋਵੇਗਾ। ਇਸ ਵਿਉਂਤ ਦੇ ਨਾਲ ਸੱਚੇ ਪਾਤਸ਼ਾਹ ਨੇ ਨਰਸਿੰਘਾ ਵਜਾ ਕੇ ਪੀਰੇ ਹਿੰਦ ਮੇਰ ਵੱਧ, ਹਿੰਦ ਦਾ ਪੀਰ ਜਵਾਨਾ ਹੋ ਰਿਹਾ ਜਾ ਰਿਹਾ, ਇੰਜ ਕਹਿ ਕੇ ਹਜੂਰ ਨਿਕਲੇ। ਦੁਸ਼ਮਣ ਦਲ ਵਿੱਚ ਤੜਥੱਲੀ ਮੱਚੀ ਹੈ, ਆਪਸ ਵਿੱਚ ਕੱਟ ਵੱਢ ਮਰੇ। ਮੈਂ ਹੁਣ ਅੱਗੇ ਚੱਲਦਾ ਹਾਂ ਕਿਉਂਕਿ ਤੁਸੀਂ ਹੁਕਮ ਲਾਇਆ ਸਾਕਾ ਸਰਹੰਦ। ਔਰ ਹਜੂਰ ਫਿਰ ਰਸਤੇ ਜਾ ਰਹੇ ਸਨ ਇਕੱਲੇ। ਕਿਹੜੀ ਪਿੰਡ ਦੇ ਲਾਗੇ ਜਾ ਕੇ ਹਜੂਰ ਦੇ ਜੋੜਾ ਜਿਹੜਾ ਸੀ ਚਰਨਾਂ ਦਾ ਟੁੱਟ ਗਿਆ, ਉਤਾਰ ਦਿੱਤਾ। ਕਦਮਾਂ 'ਚ ਕੰਡੇ ਵੱਜੇ ਹਨ ਔਰ ਜਾਮਾ ਹਜੂਰ ਦਾ ਲੀਰੋ ਲੀਰ ਹੋ ਗਿਆ ਸੀ। ਤੇ ਇੱਕ ਥਾਂ ਜਾ ਕੇ ਸਤਿਗੁਰੂ ਦੇ ਸਰੀਰ ਨੂੰ ਆਸਰੇ ਦੀ ਲੋੜ ਪਈ ਤਾਂ ਹਜੂਰ ਨੇ ਅੱਕ ਦੀਆਂ ਕਰੂੰਬਲੀਆਂ ਤੋੜ ਕੇ ਦੁੱਧ ਪਾ ਕੇ ਤਲੀ ਤੇ ਚਟਿਆ ਅਤੇ ਅੱਕ ਦੀਆਂ ਕਰੂੰਬਲੀਆਂ ਵੀ ਛਕੀਆਂ। ਔਰ ਇੰਜ ਸਰੀਰ ਨੂੰ ਆਸਰਾ ਦੇ ਕੇ ਫਿਰ ਅੱਗੇ ਚੱਲ ਪਏ। 2 ਗੁੱਜਰ ਅੱਗੋਂ ਮਿਲੇ ਸਨ, ਰੌਲਾ ਪਾਉਣ ਲੱਗੇ, ਇੱਕ ਨੂੰ ਮਾਇਆ ਦਿੱਤੀ ਔਰ ਦੂਸਰਾ ਫਿਰ ਵੀ ਨਾ ਮੰਨਿਆ। ਹਜੂਰ ਨੇ ਫਿਰ ਗੜਵਾ ਮਾਰਿਆ ਸੀ ਕਿਤੇ। ਇੰਜ ਸੱਚੇ ਪਾਤਸ਼ਾਹ ਜੀ ਜਿੱਥੇ ਚਰਨ ਕਮਲ ਸਾਹਿਬ ਹੈ ਮਾਛੀਵਾੜਾ, ਉੱਥੇ ਹਜੂਰ ਜੰਗਲ ਦੇ ਵਿੱਚ ਪਏ ਸਨ। ਜਿਹੜੇ ਪਾਸਿਓਂ ਕੋਈ ਆ ਸਕਦਾ ਸੀ ਉਧਰ ਨੂੰ ਹਜੂਰ ਦਾ ਚਿਹਰਾ ਸੀ। ਸ੍ਰੀ ਸਾਹਿਬ ਬੇਮਿਆਨੀ ਸੀ। ਇਉਂ ਲੈ ਕੇ ਸ੍ਰੀ ਸਾਹਿਬ ਇੱਕ ਟਿੰਡ ਪਈ ਵੇਖੀ ਹਜੂਰ ਨੇ ਤੇ ਉਹਦੇ 'ਤੇ ਚਾਦਰਾ ਲਪੇਟ ਕੇ ਕਮਰ ਕੱਸੇ ਵਾਲਾ ਹਜੂਰ ਉੱਥੇ ਵਿਸ਼ਰਾਮ ਕਰਨ ਲੱਗੇ। ਔਰ 3 ਸਿੰਘ ਆ ਰਹੇ ਸਨ ਪਿੱਛੇ ਤੇ ਹਜੂਰ ਦੀ ਉਂਗਲੀ ਦੇ ਵਿੱਚ ਇੱਕ ਛੱਲਾ ਸੀ। ਉਹ ਆਮ ਮੁੰਦਰੀ ਨਹੀਂ, ਉਹਨੂੰ ਕਹਿੰਦੇ ਨੇ ਗੁਲ ਸ਼ਤਰਾਣ। ਉਹ ਤੀਰ ਅੰਦਾਜ਼ ਲੋਕ ਪਹਿਨਦੇ ਨੇ ਵੀ ਤੀਰ ਚਲਾਉਣ ਵੇਲੇ ਅੱਟੀਆਂ ਨਾ ਪੈਣ। ਉਹਦੇ ਵਿੱਚ ਇੱਕ ਹੀਰਾ ਜੜਿਆ ਹੋਇਆ ਸੀ। ਤਾਂ ਉਹ ਹੀਰਾ ਚਮਕਿਆ। ਅੰਮ੍ਰਿਤ ਵੇਲਾ ਹੋ ਚੁੱਕਾ ਸੀ, ਚੌਥਾ ਪਹਿਰ ਰਾਤ ਦਾ। ਉਸ ਵੇਲੇ ਭਾਈ ਦਇਆ ਸਿੰਘ ਕਹਿਣ ਲੱਗੇ ਕਿ ਠਹਿਰੋ ਜਰਾ। ਔਰ 3 ਸਿੰਘ ਠਹਿਰੇ, ਨੇੜੇ ਆਏ। ਹਜੂਰ ਦਾ ਦਰਸ਼ਨ ਕਰਕੇ ਭੁੱਬਾਂ ਨਿਕਲ ਗਈਆਂ ਕਿ ਸੱਚੇ ਪਾਤਸ਼ਾਹ ਇਹ ਕੀ ਵਿਖਾ ਰਹੇ ਹੋ ਸਾਨੂੰ, ਤ੍ਰਿਲੋਕੀ ਦੇ ਨਾਥ ਹੋ। ਤਾਂ ਮਹਾਰਾਜ ਜੀ ਕਦੇ 22 ਲੱਖ ਦੀ ਕਲਗੀ ਹੁੰਦੀ ਸੀ ਤੁਹਾਡੇ ਸੀਸ ਤੇ, ਕਦੇ ਸੱਚੇ ਪਾਤਸ਼ਾਹ ਪ੍ਰਸ਼ਾਦੀ ਹਾਥੀ ਹੁੰਦਾ ਸੀ, ਮਖਮਲੀ ਫਰਸ਼ ਵਿਛਿਆ ਹੁੰਦਾ ਸੀ, ਲੱਖਾਂ ਲੋਕ ਸਜਦੇ 'ਚ ਹੁੰਦੇ ਸਨ, ਸੋਨੇ ਦਾ ਸਿੰਘਾਸਣ ਹੁੰਦਾ ਸੀ। ਅੱਜ ਆਹ ਹਾਲਤ ਸਾਨੂੰ ਵਿਖਾ ਰਹੇ ਹੋ। ਤਾਂ ਹਜੂਰ ਨੇ ਨੇਤਰ ਖੋਲ੍ਹੇ ਔਰ ਸਿੰਘਾਂ ਨੂੰ ਗਲਵੱਕੜੀ 'ਚ ਲਿਆ, ਬੜਾ ਪਿਆਰ ਕੀਤਾ, ਦਇਆ ਸਿੰਘ ਜੀ ਭਾਣਾ ਮੰਨੋ। ਤਾਂ ਫਿਰ ਹਜੂਰ ਨੇ ਕਿਹਾ ਸਾਡਾ ਚਿੱਤ ਕਰਦਾ ਇਸ਼ਨਾਨ ਕਰਨ ਨੂੰ, ਅੰਮ੍ਰਿਤ ਵੇਲਾ ਹੋ ਗਿਆ। ਫਿਰ 2 ਸਿੰਘਾਂ ਨੇ ਹਜੂਰ ਨੂੰ ਮੋਢਿਆਂ ਦਾ ਆਸਰਾ ਦਿੱਤਾ ਹੈ,
ਭਾਈ ਵੀਰ ਸਿੰਘ ਦੀ ਲਿਖਤ ਕਿਤੇ ਪੜ੍ਹਨੀ। ਨੇੜੇ 2 ਸਿੱਖਾਂ ਦਾ ਬਾਗ ਸੀ, ਪੰਜਾਬੇ ਤੇ ਗੁਲਾਬੇ ਦਾ। ਉਸ ਬਾਗ ਵਿੱਚ ਪਹੁੰਚੇ। ਭਾਈ ਵੀਰ ਸਿੰਘ ਜੀ ਲਿਖਦੇ, ਸਿੰਘਾਂ ਨੇ ਜਲ ਕੱਢ ਕੇ ਹਜੂਰ ਨੂੰ ਛਕਾਇਆ ਤੇ ਇਸ਼ਨਾਨ ਕਰਾਇਆ। ਤੇ ਉਸ ਵੇਲੇ ਹਜੂਰ ਦੇ ਪੱਟ ਸੁੱਜ ਚੁੱਕੇ ਸੀ ਤੇ ਜਿਹੜੇ ਪਹੁੰਚੇ ਸਨ ਕਸ਼ਹਿਰੇ ਦੇ, ਉਹ ਜੰਗਾਂ ਦੇ ਵਿੱਚ ਖੁੱਭ ਚੁੱਕੇ ਸਨ। ਬੜੀ ਮੁਸ਼ਕਲ ਦੇ ਨਾਲ ਕਸ਼ਹਿਰਾ ਬਦਲਵਾਇਆ। ਉੱਥੇ ਹਜੂਰ ਨੇ ਨਿਤਨੇਮ ਬਾਣੀ ਸੁਣੀ ਹੈ। ਫਿਰ ਉਹ ਪੰਜਾਬੇ ਗੁਲਾਬੇ ਦਾ ਨੌਕਰ ਘਰ ਨੂੰ ਗਿਆ, ਦੁੱਧ 'ਚ ਛਵਾਰੇ ਪਾ ਕੇ ਵਾਲ ਕੇ ਲਿਆਇਆ ਤਾਂ ਹਜੂਰ ਦੇ ਸਿੰਘਾਂ ਨੂੰ ਤੇ ਆਪ ਜੀ ਨੂੰ ਛਕਾਇਆ। ਉਧਰੋਂ ਪੰਜਾਬਾ ਗੁਲਾਬਾ ਆ ਕੇ ਬੇਨਤੀ ਕੀਤੀ, ਘਰ ਚਰਨ ਪਾਓ। ਤਾਂ ਹਜੂਰ ਨੇ ਇਹ ਦਿਨ ਵੇਲੇ ਵਿਸ਼ਰਾਮ ਇੱਥੇ ਕੀਤਾ ਬਾਗ 'ਚ। ਰਾਤ ਦੇ ਹਨੇਰੇ 'ਚ ਪੰਜਾਬੇ ਤੇ ਗੁਲਾਬੇ ਦੇ ਘਰ ਗਏ, ਕਿਹਾ ਸੀ ਕਿ ਵੇਖ ਲਓ ਅਸੀਂ ਹਕੂਮਤ ਦੇ ਬਾਗੀ ਹਾਂ, ਹਿੰਮਤ ਹੈ। ਤਾਂ ਪਹਿਲਾਂ ਤਾਂ ਕਹਿ ਗਏ ਮਹਾਰਾਜ ਆਓ, ਸ਼ਰਮ ਮਹਿਸੂਸ ਕਰਦੇ ਸਨ ਵੀ ਕੀ ਕਹੀਏ, ਨਹੀਂ ਸਾਡੇ ਘਰ ਜਾਣ। ਹਜੂਰ ਚਲੇ ਗਏ। ਇੱਕ ਰਾਤ ਉਹਦੇ ਘਰ ਰਹੇ ਨੇ ਉਹਨਾਂ ਦੇ, ਤੇ ਫਿਰ ਉਹਨਾਂ ਨੇ ਕੁਝ ਬਸਤਰ ਤੇ ਮਾਇਆ ਤੇ ਮਠਿਆਈ ਲਿਆ ਕੇ ਹਜੂਰ ਦੇ ਕੋਲ ਰੱਖਤੀ। ਮਤਲਬ ਸੀ ਕਿ ਅਸੀਂ ਇੰਨੇ ਕੁ ਜੋਗੇ ਹਾਂ, ਤੁਸੀਂ ਜਾਓ। ਉਧਰੋਂ ਇਹ ਜਿਹੜਾ ਸੀ ਗੁਲਾਬਾ ਘਰ 'ਚੋਂ ਥੱਲੇ ਉਤਰਿਆ ਤੇ ਨਬੀ ਖਾਂ ਗਨੀ ਖਾਂ ਕਿਧਰੇ ਗਏ ਹੋਏ ਸਨ। ਉਹ ਵਾਪਸ ਪਰਤੇ ਘਰ ਤੇ ਉਹਨਾਂ ਦੀ ਬੇਟੀ ਸੀ, ਬੱਚੀ ਛੋਟੀ ਜੀ। ਉਹਨੇ ਦੱਸਿਆ ਕਿ ਬਾਪੂ ਜੀ ਅਨੰਦਪੁਰ ਸਾਹਿਬ ਉਜੜ ਗਿਆ ਹੈ। ਤੇ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਚਮਕੌਰ ਦੀ ਜੰਗ ਵਿੱਚ ਬੜੇ ਸਿੰਘਾਂ ਨੂੰ ਸ਼ਹੀਦ ਕਰਵਾ ਕੇ ਪਤਾ ਨਹੀਂ ਹੁਣ ਕਿੱਥੇ ਚਲੇ ਗਏ, ਲੱਭਦੇ ਨਹੀਂ। ਤਾਂ ਉਸ ਵੇਲੇ ਫਿਰ ਇਹ ਗੁਲਾਬੇ ਨੂੰ ਪੁੱਛ ਲਿਆ ਵੀ ਤੂੰ ਗੁਰੂ ਦਾ ਸਿੱਖ ਹੈ ਭਾਈ, ਦੱਸ ਕੋਈ ਸੂਹ ਹੈ? ਕਹਿਣ ਲੱਗਾ ਸੂਹ ਕਾਹਦੀ, ਮੈਂ ਤੇ ਮੁਸੀਬਤ ਗਲ ਪਾ ਲਈ, ਮੇਰੇ ਘਰ ਉਤਰੇ ਹੋਏ ਨੇ। ਉਸੇ ਵੇਲੇ ਨਬੀ ਖਾਂ ਗਨੀ ਖਾਂ ਗਏ ਤਾਂ ਹਜੂਰ ਨੂੰ ਬੇਨਤੀ ਕੀਤੀ, ਮਹਾਰਾਜ ਸਭ ਕੁਝ ਤੁਹਾਡਾ ਹੈ, ਆਓ। ਤਾਂ ਹਜੂਰ ਕਲਗੀਧਰ ਪਾਤਸ਼ਾਹ ਨੂੰ ਨਬੀ ਖਾਂ ਤੇ ਗਨੀ ਖਾਂ ਆਪਣੇ ਘਰ ਲਿਆਏ ਔਰ ਉਹਨਾਂ ਬਾਰੇ ਇੱਕ ਹੁਕਮਨਾਮਾ ਵੀ ਕਲਗੀਧਰ ਨੇ ਬਾਅਦ 'ਚ ਲਿਖਿਆ। ਨਬੀ ਖਾਂ ਤੇ ਗਨੀ ਖਾਂ ਮੇਰੇ ਫਰਜ਼ੰਦ ਹੈਨ। ਔਰ ਉਹਨਾਂ ਦੀ ਬੱਚੀ ਨੂੰ ਕਿਹਾ ਸੀ ਤੂੰ ਸਾਡੀ ਪੋਤੀ ਆ। ਔਰ ਉਹ ਗਾਇਆ ਕਰਦੀ ਸੀ, ਉਹਨੂੰ ਕਿਹਾ ਸੀ ਇਹ ਪੋਤੀ ਸੁੱਚਾ ਮੋਤੀ, ਮੈਂ ਪੋਤੀ ਮੈਂ ਪੋਤੀ ਮੈਂ ਸੁੱਚਾ ਮੋਤੀ, ਇਹ ਗਾਉਂਦੀ ਰਹਿੰਦੀ ਸੀ ਉਹ ਬੱਚੀ। ਔਰ ਨਬੀ ਖਾਂ ਤੇ ਗਨੀ ਖਾਂ ਦੀਆਂ ਜਿਹੜੀਆਂ ਕਬਰਾਂ ਬਣੀਆਂ, ਸਮਾਧਾਂ, ਉਹ ਵੀ ਹਜੂਰ ਦੇ ਦਰਬਾਰ ਦੇ ਅੱਗੇ ਬਣੀਆਂ ਆ। ਇਸ ਪ੍ਰਕਾਰ ਉਹ ਨਬੀ ਖਾਂ ਤੇ ਗਨੀ ਖਾਂ ਨੇ ਸਤਿਗੁਰਾਂ ਨੂੰ ਘਰ ਠਹਿਰਾਇਆ ਤੇ ਫਿਰ ਦੱਸਿਆ ਸੀ ਕਿ ਸਿੱਖੋ ਮੈਂ ਇਸ ਪਿੰਡ ਵਿੱਚ ਭਲਾ ਕਿਉਂ ਆਇਆ। ਕਹਿੰਦੇ ਮਹਾਰਾਜ ਤੁਸੀਂ ਜਾਣੋ। ਕਹਿੰਦੇ ਇੱਕ ਨਿਹਾਲਾ ਖੱਤਰੀ ਤੁਹਾਡੇ ਪਿੰਡ 'ਚ ਵੱਸਦਾ, ਉਹਦੀ ਬਿਰਧ ਮਾਈ ਜਿਹਦੀ ਅੱਖਾਂ ਦੀ ਜੋਤ ਚਲੀ ਗਈ ਹੈ, ਗੁਰਦੇਈ ਉਹਦਾ ਨਾਂ ਹੈ, ਉਹਨੇ ਸਾਡੇ ਵਾਸਤੇ ਬਸਤਰ ਤਿਆਰ ਕੀਤਾ ਹੈ, ਉਹ ਲੈਣ ਵਾਸਤੇ ਆਏ। ਤਾਂ ਫਿਰ ਉਹਨਾਂ ਨੂੰ ਸੱਦਿਆ ਗਿਆ, ਮਾਂ ਪੁੱਤਰ ਦੋਵੇਂ ਆਏ ਤਾਂ ਹਜੂਰ ਦੇ ਚਰਨਾਂ 'ਚ ਬਸਤਰ ਅਰਪਣ ਕਰਕੇ ਮਾਈ ਨੇ ਕਿਹਾ ਦਾਤਾ ਜੀ ਮੁਰਾਦ ਪੂਰੀ ਹੋ ਗਈ, ਇਸੇ ਵਾਸਤੇ ਮੈਂ ਹੁਣ ਤੱਕ ਜਿਉਂਦੀ ਸਾਂ, ਹੁਣ ਬਖਸ਼ਿਸ਼ ਕਰੋ, ਇਹ ਪਿੰਜਰਾ ਛੱਡ ਕੇ ਮੈਂ ਜਾਵਾਂ। ਤਾਂ ਹਜੂਰ ਦੇ ਚਰਨਾਂ 'ਤੇ ਮੱਥਾ ਜਦੋਂ ਟੇਕਿਆ ਤੇ ਉੱਥੇ ਹੀ ਪ੍ਰਾਣ ਤਿਆਗ ਦਿੱਤੇ ਮਾਈ ਗੁਰਦੇਈ ਨੇ। ਉਹਦਾ ਸੰਸਕਾਰ ਫਿਰ ਹੋਇਆ। ਫਿਰ ਹਜੂਰ ਉੱਚ ਦੇ ਪੀਰ ਬਣ ਕੇ ਨੀਲੇ ਬਸਤਰ ਧਾਰਨ ਕਰਕੇ ਨਬੀ ਖਾਂ ਗਨੀ ਖਾਂ ਦਇਆ ਸਿੰਘ ਮਾਨ ਸਿੰਘ ਤੇ ਧਰਮ ਸਿੰਘ ਇਹਨਾਂ 5 ਸੇਵਾਦਾਰਾਂ ਦੇ ਨਾਲ ਪਲੰਘ ਤੇ ਬੈਠ ਕੇ ਸਤਿਗੁਰੂ ਜੀ ਇੱਥੋਂ ਨਿਕਲੇ ਔਰ ਮੋਹੀ ਪਿੰਡ ਜਾ ਕੇ ਹਜੂਰ ਨੇ ਉਹ ਛੱਲਾ ਜਿਹੜਾ ਉਂਗਲ 'ਚ ਖੁੱਭ ਚੁੱਕਾ ਸੀ ਉਹ ਕਟਵਾਇਆ, ਮੋਹੀ ਪਿੰਡ। ਔਰ ਇਸੇ ਪ੍ਰਕਾਰ ਫਿਰ ਅੱਗੇ ਗਏ ਸਤਿਗੁਰੂ ਮਹਾਰਾਜ ਆਲਮਗੀਰ ਆਦਿਕ। ਤੇ ਫਿਰ ਸੱਚੇ ਪਾਤਸ਼ਾਹ ਨੇ ਨੂਰੇ ਮਾਈ ਨੂੰ ਸਰਹੰਦ ਭੇਜਿਆ ਸੀ, ਰਾਏ ਕੱਲੇ ਨੂੰ ਕਹਿ ਕੇ ਆਪਣਾ ਸੇਵਕ ਇਹ ਨੂਰਾ ਮਾਈ ਭੇਜ ਸਰਹੰਦ ਤੋਂ ਖਬਰ ਲਿਆਵੇ। ਔਰ ਅੰਤਰਜਾਮੀ ਸਤਿਗੁਰੂ ਮਹਾਰਾਜ ਸਭ ਕੁਝ ਜਾਣਦੇ ਹਨ। ਔਰ ਕੀ ਹੋਇਆ ਜਦੋਂ ਚਮਕੌਰ ਲੰਘ ਕੇ ਨਾ ਸਰਸਾ ਤਾਂ ਹਜੂਰ ਤੇ ਇੱਧਰ ਨੂੰ ਚਲੇ ਗਏ ਸਨ ਕੋਟਲਾ ਨਿਹੰਗਾਂ ਨੂੰ, ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ। ਇਹ ਇੱਕ ਚੌਂਤਾ ਕਲਾਂ ਪਿੰਡ ਦੇ ਕੋਲ ਕੁੰਮੇ ਮਾਸ਼ੀ ਦੀ ਝੁੱਗੀ ਸੀ। ਕੁੰਮਾ ਮਾਸ਼ਕੀ, ਮਾਸ਼ੀ ਨਹੀਂ ਮਾਸ਼ਕੀ, ਮਾਸ਼ਕੀ ਮਤਲਬ ਪਾਣੀ ਦੀਆਂ ਮਸ਼ਕਾਂ ਭਰ ਭਰ ਕੇ ਲੋਕਾਂ ਨੂੰ ਪਿਆਉਣ ਵਾਲਾ, ਪਾਣੀ ਢੋਣ ਵਾਲਾ। ਉਸ ਕੁੰਮੇ ਮਾਸ਼ਕੀ ਦੀ ਝੁੱਗੀ 'ਚ ਇੱਥੋਂ ਮੈਂ ਬੇਨਤੀ ਕਰਦਾ, ਇੱਕ ਪੁਰਾਤਨ ਲਿਖਤ ਹੈ ਦੁਨਾ ਸਿੰਘ ਹੰਡੂਰੀਆ ਜਿਹੜਾ ਗੁਰੂ ਘਰ ਸਤਿਗੁਰੂ ਕਲਗੀਧਰ ਦਾ ਸਮਕਾਲੀ ਤੇ ਗੁਰੂ ਚਰਨਾਂ 'ਚ ਰਿਹਾ। ਉਹ ਕਹਿੰਦਾ ਇੱਥੇ ਮੇਰਾ ਮਿਲਾਪ ਹੋਇਆ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨਾਲ। ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਨੇੜੇ ਇੱਕ ਲక్ష్ਮੀ ਨਾਂ ਦੀ ਬ੍ਰਾਹਮਣੀ ਦਾ ਘਰ ਸੀ, ਉਹਨੇ ਲਿਆ ਕੇ ਕੁਝ ਪਦਾਰਥ ਛਕਾਇਆ, ਸੋ ਸਾਦੀ ਜੀ ਦਾਲ ਫੁਲਕਾ ਛਕਾਇਆ ਸੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ। ਉੱਥੋਂ ਫਿਰ ਧੂਮਾ ਤੇ ਦਰਬਾਰੀ ਨਾਂ ਦੇ 2 ਗੁਰੂ ਘਰ ਦੇ ਮਸੰਦ ਇਹ ਮਾਤਾ ਜੀ ਨੂੰ ਨਾਲ ਲੈ ਕੇ ਚਲੇ ਗਏ। ਮੈਂ ਨਾਲ ਨਹੀਂ ਗਿਆ, ਬਹੁਤੇ ਜਾਣੇ ਨਾਲ ਹੋਏ ਤੇ ਬਾਹਰ ਪਤਾ ਲੱਗ ਜਾਏਗਾ। ਮੇਰਾ ਇੱਥੋਂ ਵਿਛੋੜਾ ਪੈ ਗਿਆ। ਦੁਨਾ ਸਿੰਘ ਹਡੂਰੀਆ ਕਹਿੰਦਾ ਕਥਾ ਗੁਰੂ ਜੀ ਕੇ ਸੁਤਨ ਕੀ, ਉਹਦੀ ਲਿਖੀ ਕਿਤਾਬ ਦਾ ਖਰੜਾ ਅੰਮ੍ਰਿਤਸਰ ਸਾਹਿਬ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਮੌਜੂਦ ਸੀ। 1984 ਵਿੱਚ ਉਹ ਨਸ਼ਟ ਹੋਇਆ ਔਰ ਉਹਦੇ ਉਤਾਰੇ ਹੋ ਚੁੱਕੇ ਨੇ। ਵੈਸੇ ਇਹ ਚੰਗੀ ਗੱਲ ਕਿ ਉਹਦਾ ਉਤਾਰਾ ਪਿਆਰਾ ਸਿੰਘ ਪਦਮ ਨੇ ਕਰਕੇ ਛਾਪਿਆ, ਕਥਾ ਗੁਰੂ ਜੀ ਕੇ ਸੁਤਨ ਕੀ, ਗੁਰੂ ਦੇ ਸਪੁੱਤਰਾਂ ਦੀ ਕਥਾ। ਔਰ ਫਿਰ
ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਮਸੰਦਾਂ ਨਾਲ ਗਏ ਤੇ ਇਹ ਪਿੰਡ ਦਾ ਨਾਂ ਸੀ ਸਹੇੜੀ। ਖੇੜੀ ਪਿੰਡ ਤਾਂ ਪ੍ਰਚਲਿਤ ਹੋਇਆ ਜਦੋਂ ਇਹ ਨਗਰ ਉਜਾੜਿਆ ਬੰਦਾ ਸਿੰਘ ਬਹਾਦਰ ਨੇ। ਸਿੰਘਾਂ ਨੇ ਨਗਰ ਉਜਾੜ ਦਿੱਤਾ ਸੀ, ਗੰਗੂ ਦਾ ਘਰ-ਬਾਰ ਸਭ ਕੁਝ, ਤੇ ਉਹ ਪਾਗਲ ਹੋ ਕੇ ਮਰਿਆ ਸੀ। ਬਾਅਦ 'ਚ ਫਿਰ ਕਹਿਣ ਲੱਗੇ ਸਿੰਘ ਸਹੇੜੀ ਉਖੇੜੀ, ਉੱਥੇ ਬਣ ਗਈ ਸੀ, ਬਾਅਦ 'ਚ ਨਗਰ ਵਸਿਆ, ਇਸ ਕਰਕੇ ਪ੍ਰਚਲਿਤ ਹੋਇਆ, ਪਰ ਪਿੰਡ ਦਾ ਨਾਮ ਸਹੇੜੀ ਸੀ। ਉੱਥੇ ਲੈ ਵੜਿਆ, ਜਿਹੜੇ ਮਸੰਦ ਸੀ ਗੰਗੂ ਦੇ ਘਰ ਉਤਾਰਾ ਕੀਤਾ ਵੀ ਲੋਕਾਂ ਨੂੰ ਪਤਾ ਨਾ ਲੱਗੇ। ਉੱਥੇ ਉਹ ਗਰੀਬੜਾ ਜਿਹਾ ਸੀ ਗੰਗੂ, ਔਰ ਮੋਹਰਾਂ ਦੀ ਥੈਲੀ ਵੇਖ ਕੇ ਮਨ ਬੇਈਮਾਨ ਹੋਇਆ। ਪਿੰਡ ਦੇ ਚੌਧਰੀ ਨੂੰ ਲੈ ਆਇਆ, ਉਹ ਬੰਦੇ ਉੱਥੇ ਬਿਠਾ ਗਿਆ। ਚੌਧਰੀ ਤੇ ਚਲਾ ਗਿਆ ਜਾਨੀ ਖਾਂ ਮਾਨੀ ਖਾਂ ਕੋਲ ਮੁਰੰਡੇ, ਸੋ ਜਿੱਥੇ ਕੋਤਵਾਲੀ ਗੁਰਦੁਆਰਾ ਸਾਹਿਬ ਹੈ ਉੱਥੇ ਉਹ ਥਾਣਾ ਸੀ। ਉਹ ਜਿਹੜੇ ਸੀ ਬੜੇ ਖੁਸ਼ ਪ੍ਰਸੰਨ ਹੋਏ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਸਾਡੇ ਹੱਥ ਲੱਗਣ ਲੱਗੇ। ਉਹ ਭੱਜੇ ਆਏ ਤਾਂ ਭਾਵੇਂ ਕੁਛ ਵਿਦਵਾਨਾਂ ਲਿਖ ਦਿੱਤਾ ਵੀ ਰੱਥ ਤੇ ਸਵਾਰ ਕਰਾ ਕੇ ਲੈ ਗਿਆ, ਪਰ ਦੁੰਨਾ ਸਿੰਘ ਹਡੂਰੀਆ ਲਿਖਦਾ ਹੈ ਕਿ ਸਾਹਿਬਜ਼ਾਦਿਆਂ ਨੂੰ 2 ਬੋਰੀਆਂ ਵਿੱਚ ਪਾ ਕੇ ਉੱਪਰੋਂ ਮੂੰਹ ਬੰਦ ਕੀਤੇ ਗਏ, ਤੇ ਜਿਵੇਂ ਛਟਾਂ ਲਟਕਾਈ ਦੀਆਂ ਨਾ ਖਚਰਾਂ ਦੇ ਉੱਪਰ, ਇਸ ਤਰ੍ਹਾਂ ਬੰਨ੍ਹ ਕੇ ਉਹਨਾਂ ਨੂੰ ਲਟਕਾਇਆ ਗਿਆ। ਖਬਰੇ ਕਿਸ ਤਰ੍ਹਾਂ ਸਵਾਸ ਆਉਂਦੇ ਹੋਣਗੇ। ਔਰ ਮਾਤਾ ਜੀ ਨੂੰ ਰੱਸੀਆਂ ਦੇ ਨਾਲ ਬੰਨ੍ਹਿਆ ਗਿਆ। ਦੁੰਨਾ ਸਿੰਘ ਹਡੂਰੀਆ ਕਹਿੰਦਾ ਇਹ ਸਾਰੀ ਕਥਾ ਮੈਂ ਲੋਕਾਂ ਤੋਂ ਸੁਣ ਕੇ ਲਿਖ ਰਿਹਾ, ਆਪ ਅੱਖੀਂ ਨਹੀਂ ਵੇਖੀ, ਪਰ ਲੋਕਾਂ ਨੇ ਮੈਨੂੰ ਦੱਸਿਆ, ਪਿੰਡ ਵਾਸੀਆਂ ਨੇ, ਸਹੇੜੀ ਪਿੰਡ ਵਾਲਿਆਂ ਕਿ ਇੰਜ ਹੋਇਆ। ਤੇ ਇਸ ਤਰ੍ਹਾਂ ਬੰਨ੍ਹ ਕੇ ਲਿਜਾਇਆ ਗਿਆ। ਤਸੀਹੇ ਦੇਣੇ ਸ਼ੁਰੂ ਕੀਤੇ ਆਪਣੇ ਵੱਲੋਂ ਕਿ ਕਿਸੇ ਤਰ੍ਹਾਂ ਇਸਲਾਮ ਕਬੂਲ ਕਰ ਲੈਣ ਤੇ ਮੈਨੂੰ ਵੱਡਾ ਨਾਮ ਮਿਲੇਗਾ, ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਮੁਸਲਮਾਨ ਬਣਾਤਾ। ਔਰ ਕੋਤਵਾਲੀ 'ਚ ਰੱਖਿਆ ਗਿਆ, ਭੁੱਖੇ ਧਿਆਏ। ਇਹ ਤਸੀਹਾਂ ਦਾ ਦੌਰ ਇੰਜ ਚੱਲਿਆ। ਫਿਰ ਅਗਲੇ ਦਿਨ ਸੂਬਾ ਸਰਹੰਦ ਵਜ਼ੀਰ ਖਾਂ ਸਰਹੰਦ ਪਹੁੰਚ ਗਿਆ ਸੀ ਵੀ ਗੁਰੂ ਤੇ ਕਾਬੂ ਨਹੀਂ ਆਇਆ। ਭਾਈ ਸੰਤ ਸਿੰਘ ਦਾ ਸੀਸ ਇਹਨਾਂ ਦੇ ਭੇਟ ਚੜ੍ਹਿਆ, ਕਾਬੂ ਆਇਆ, ਤੇ ਇਹਨਾਂ ਨੇ ਸਮਝਿਆ ਵੀ ਗੁਰੂ ਗੋਬਿੰਦ ਸਿੰਘ ਆ। ਕੁਝ ਸਮਾਂ ਸ਼ਨਾਖਤ ਹੋਈ, ਫਿਰ ਪਤਾ ਲੱਗ ਗਿਆ ਵੀ ਨਹੀਂ, ਗੁਰੂ ਨਹੀਂ ਮਾਰਿਆ ਗਿਆ। ਫਿਰ ਆਖਰੇ ਵਾਪਸ ਪਰਤਿਆ ਨਿਰਾਸ਼ ਹੋ ਕੇ, ਇੰਨੀ ਫੌਜ ਮਰਵਾ ਕੇ, ਘਾਣ ਕਰਾ ਕੇ ਫੌਜ ਦਾ। ਤੇ ਇਸ ਨੂੰ ਜਦੋਂ ਖਬਰ ਦਿੱਤੀ ਬੜਾ ਪ੍ਰਸੰਨ ਹੋਇਆ। ਔਰ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡਾ ਬੁਰਜ ਜਿਹੜਾ ਨੇ ਆਪਣੀ ਰਿਹਾਇਸ਼ਗਾਹ ਬਣਾਇਆ ਸੀ, ਨੇੜਿਓਂ ਦੀ ਨਦੀ ਵਗਦੀ ਸੀ, ਗਰਮੀਆਂ ਦੇ ਉੱਥੇ ਚਵਾਰੇ 'ਚ ਕੱਟਦਾ ਸੀ। ਉਸ ਠੰਡੇ ਬੁਰਜ ਵਿੱਚ ਬਿਨਾਂ ਕੱਪੜਿਆਂ ਤੋਂ, ਬਿਨਾਂ ਵਿਛਾਈ ਤੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ। ਭਾਈ ਮੋਤੀ ਰਾਮ ਮਹਿਰਾ ਕਮੰਦ ਲਾ ਕੇ ਹਕੂਮਤੀ ਬੰਦਿਆਂ ਨੂੰ ਸੋਨਾ ਗਹਿਣੇ ਦੇ ਕੇ ਵੱਢੀ ਤੇ ਦੁੱਧ ਪਿਆਲਦਾ ਰਿਹਾ। ਇਸ ਪ੍ਰਕਾਰ 10 ਤੇ 11 ਤੇ 12 3 ਰਾਤਾਂ ਇਹ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਇੱਥੇ ਰਹੇ ਨੇ। 10 ਦੀ ਰਾਤ ਲੰਘ ਗਈ ਤੇ 11 ਤਰੀਕ 11 ਪੋਹ ਦਾ ਦਿਨ ਚੜ੍ਹਿਆ ਤੇ ਸਾਹਿਬਜ਼ਾਦਿਆਂ ਦੀ ਪੇਸ਼ੀ ਹੋਈ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਵਿੱਚ। ਔਰ ਉਹਨਾਂ ਨੇ ਦਰਵਾਜ਼ਾ ਛੋਟਾ ਰੱਖਿਆ ਗਿਆ ਭਈ ਇਹ ਝੁਕਣਗੇ ਤੇ ਕਹਾਂਗੇ ਸਲਾਮ ਕਰ ਦਿੱਤੀ ਹੈ, ਪਰ ਸਾਹਿਬਜ਼ਾਦਿਆਂ ਨੇ ਆਪਣੇ ਪੈਰਾਂ ਦੀ ਜੁੱਤੀਆਂ ਅੱਗੇ ਕੀਤੀਆਂ ਤਾਂ ਉਹਨੇ ਕਿਹਾ ਦਬਕਾ ਮਾਰ ਕੇ ਕਿ ਸੂਬਾ ਸਰਹੰਦ ਨੂੰ ਸਲਾਮ ਕਰੋ। ਸਾਹਿਬਜ਼ਾਦਿਆਂ ਕਿਹਾ ਸਾਡੀ ਸੱਚੇ ਸਾਹਿਬ ਨੂੰ ਸਲਾਮ ਹੈ, ਅਸੀਂ ਝੁਕ ਚੁੱਕੇ ਹਾਂ, ਹੁਣ ਬਾਰ-ਬਾਰ ਥੋੜ੍ਹਾ ਸਿਰ ਝੁਕਾਉਣਾ, ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੋਈ ਹੈ। ਔਰ ਇਸ ਪ੍ਰਕਾਰ ਫਿਰ ਉਹਨਾਂ ਨੂੰ ਡਰਾਉਣਾ ਸ਼ੁਰੂ ਕੀਤਾ ਗਿਆ। ਸਾਹਿਬਜ਼ਾਦਿਓ ਪਿਤਾ ਤੁਮਾਰਾ ਗੜ ਚਮਕੌਰ ਘੇਰ ਗਹਿ ਮਾਰਾ, ਤਹਿ ਤੁਮਰੇ ਦੋਏ ਭਰਾਤ ਪ੍ਰਹਾਰੇ, ਸੰਗੀ ਸਿੰਘ ਸਗਲ ਸੋ ਮਾਰੇ। ਤੁਹਾਡਾ ਪਿਤਾ ਅਸੀਂ ਮਾਰ ਦਿੱਤਾ, ਤੁਹਾਡੇ ਭਰਾ ਵੀ ਮਾਰੇ ਗਏ ਨੇ, ਤੁਹਾਡੇ ਨਾਲ ਦੇ ਸੰਗੀ ਸਾਥੀ ਸਿੰਘ ਸਭ ਮਾਰੇ ਜਾ ਚੁੱਕੇ, ਤੁਹਾਡਾ ਦੁਨੀਆ ਤੇ ਵਾਲੀ ਵਾਰਸ ਕੋਈ ਨਹੀਂ। ਚੰਗੇ ਰਹੋਗੇ, ਇਸਲਾਮ ਕਬੂਲ ਕਰ ਲਓ, ਤੁਹਾਨੂੰ ਔਰੰਗਜ਼ੇਬ ਨੂੰ ਕਹਿ ਕੇ ਉੱਚੇ ਮਰਤਬੇ ਦਿਵਾਵਾਂਗੇ, ਸੂਬਾ ਸਰਹੰਦ ਆਪਣੀਆਂ ਪੁੱਤਰੀਆਂ ਦੇ ਨਾਤੇ ਤੁਹਾਡੇ ਨਾਲ ਕਰ ਦੇਵੇਗਾ, ਬੜੇ ਬੜੇ ਮਰਤਬੇ ਪਾਓਗੇ। ਸਾਹਿਬਜ਼ਾਦਿਆਂ ਨੇ ਕਿਹਾ ਪਹਿਲੀ ਗੱਲ ਇਹ, ਸਾਡੇ ਪਿਤਾ ਨੂੰ ਮਾਰਨ ਵਾਲੀ ਸ਼ਕਤੀ ਕੋਈ ਤਾਕਤ ਦੁਨੀਆ ਤੇ ਨਹੀਂ ਹੈ, ਔਰ ਅਸੀਂ ਡਰਦੇ ਨਹੀਂ ਹਾਂ, ਔਰ ਇਸ ਲਾਲਚ ਦੇ ਵਸ ਵੀ ਨਹੀਂ ਆ ਸਕਦੇ। ਅਸੀਂ ਆਪਣਾ ਧਰਮ ਨਹੀਂ ਤਿਆਗ ਸਕਦੇ, ਸਾਡੇ ਦਾਦਾ ਜੀ ਕੁਰਬਾਨ ਹੋਏ ਸਨ, ਸਾਡੇ ਵੱਡੇ ਵਡੇਰੇ ਕੁਰਬਾਨੀਆਂ ਕਰਦੇ ਆ ਰਹੇ ਨੇ, ਅਸੀਂ ਸ਼ਹਾਦਤ ਦਾ ਰਾਹ ਸਾਨੂੰ ਮਨਜ਼ੂਰ ਹੈ। ਛੋਟੀ ਜਿਹੀ ਉਮਰ ਹੈ। ਅੱਲਾ ਯਾਰ ਖਾਂ ਜੋਗੀ ਨੇ ਜੋ ਲਿਖਿਆ ਹੈ, ਭਾਵੇਂ ਇਸਲਾਮ ਵਾਲੇ ਕਰਬਲਾ ਦੀ ਸ਼ਹਾਦਤ ਨੂੰ ਬਹੁਤ ਵੱਡੀ ਮੰਨਦੇ ਨੇ। ਅੱਲਾ ਯਾਰ ਖਾਂ ਦੇ ਖਿਲਾਫ ਹੋ ਗਏ ਸੀ ਕਿ ਤੂੰ ਕਰਬਲਾ ਦੀ ਸ਼ਹਾਦਤ ਨਹੀਂ ਲਿਖੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਕਿੱਸਾ ਲਿਖਣ ਬਹਿ ਗਿਆ, ਤੂੰ ਮਸਜਿਦ ਵਿੱਚ ਆ ਕੇ ਨਮਾਜ਼ ਨਹੀਂ ਅਦਾ ਕਰ ਸਕਦਾ। ਕਹਿਣ ਲੱਗਾ ਜੇ ਪੈਗੰਬਰ ਮੁਹੰਮਦ ਸਾਹਿਬ ਦਾ ਦਰਵਾਜ਼ਾ ਤੁਸਾਂ ਲੋਕਾਂ ਬੰਦ ਕਰ ਲਿਆ ਤਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੇ ਚਾਰੇ ਦਰਵਾਜ਼ੇ ਖੁੱਲ੍ਹੇ, ਉਧਰ ਦੀ ਮੈਂ ਸੱਚਖੰਡ ਜਾ ਵੜਨਾ, ਨਹੀਂ ਤੁਸੀਂ ਦਰਵਾਜ਼ਾ ਖੋਲ੍ਹਣਾ ਨਾ ਖੋਲ੍ਹੋ, ਪਰ ਮੈਂ ਸੱਚ ਲਿਖਿਆ। ਕਿਉਂਕਿ ਯਾਦ ਰਹੇ ਇਹ ਫਰਕਾ ਨਾਂ ਦਾ ਦਰਿਆ ਇਰਾਕ ਦੇ ਵਿੱਚ, ਬਗਦਾਦ ਤੋਂ 60 ਮੀਲ ਦੀ ਵਿੱਥ 'ਤੇ। ਉੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਫਾਤਮਾ ਦੇ ਉਦਰ ਤੋਂ ਜੰਮੇ ਹਜ਼ਰਤ ਅਲੀ ਦੇ ਸਪੁੱਤਰ ਹਸਨ ਤੇ ਹੁਸੈਨ। ਜਿਹੜਾ ਹਸਨ ਸੀ
ਉਹਦੀ ਜਿਹੜੀ ਘਰਵਾਲੀ ਸੀ ਉਹਨੇ ਇਹਦੇ ਜਿਹੜੇ ਖਿਲਾਫ ਲੋਕ ਸਨ, ਯਜ਼ੀਦ ਖਲੀਫੇ ਬਣਦੇ ਸਨ ਇਸਲਾਮ 'ਚ, ਪੈਗੰਬਰ ਤੋਂ ਬਾਅਦ ਖਲੀਫਾ ਮੁਖੀਆ ਮੰਨਿਆ ਜਾਂਦਾ ਸੀ ਇਸਲਾਮ ਦਾ। ਔਰ ਉਹ ਖਲੀਫਾ ਜਿਹੜਾ ਯਜ਼ੀਦ ਸੀ ਉਹਦੇ ਆਖੇ ਲੱਗ ਕੇ ਉਹਦੇ ਨਾਲ ਰਲ ਕੇ ਤੇ ਇਹ ਰੋਟੀ ਜ਼ਹਿਰ ਪਾ ਕੇ ਹਸਨ ਨੂੰ ਮਾਰਿਆ ਸੀ। ਜਿਹੜਾ ਹੁਸੈਨ ਸੀ ਇਹਦੇ ਨਾਲ 72 ਆਦਮੀ ਸਨ। ਇਹਦੇ ਬਾਰੇ ਪਤਾ ਲੱਗ ਗਿਆ ਕਿ ਇਹ ਖਲੀਫਾ ਬਣਨਾ ਚਾਹੁੰਦਾ, ਇਸਲਾਮ ਦਾ ਮੁਖੀਆ ਬਣਨਾ ਚਾਹੁੰਦਾ। ਇਹ ਵਿਉਂਤਾਂ ਗੁੰਦ ਰਿਹਾ। ਇਸ ਕਰਕੇ ਯਜ਼ੀਦ ਨੇ ਹਜ਼ਾਰਾਂ ਦੀ ਗਿਣਤੀ 'ਚ ਫੌਜ ਲਿਆ ਕੇ ਤੇ ਹਮਲਾ ਕੀਤਾ। ਠੀਕ ਇਹ ਲੜਿਆ, ਮਜਬੂਰੀ ਵਸ ਲੜਿਆ, 72 ਆਦਮੀ ਇਹਦੇ ਨਾਲ ਦੇ ਮਾਰੇ ਗਏ। ਤੇ ਫਿਰ ਕੀ ਹੋਇਆ, ਮੈਦਾਨੇ ਜੰਗ 'ਚ ਹੁਸੈਨ ਦੀ ਮੌਤ ਨਹੀਂ ਹੋਈ, ਸ਼ਹਾਦਤ ਨਹੀਂ ਹੋਈ। ਆਪਣੇ ਛੋਟੇ ਜਿਹੇ ਬੱਚੇ ਨੂੰ ਹੱਥਾਂ ਤੇ ਚੁੱਕ ਕੇ ਤੇ ਯਜ਼ੀਦ ਦੇ ਅੱਗੇ ਆ ਕੇ ਪੇਸ਼ ਹੋਇਆ ਕਿ ਮੈਨੂੰ ਖਿਮਾ ਕਰ ਦੇ, ਪਰ ਉਹਨਾਂ ਨੇ ਮਾਰ ਦਿੱਤਾ। ਇਹਦੇ ਛੋਟੇ ਛੋਟੇ ਤੋਂ ਬੱਚੇ ਵੀ ਮਾਰ ਦਿੱਤੇ ਤੇ ਇਹਨੂੰ ਵੀ। ਇਹ ਸਨ ਦੋਵੇਂ ਭਰਾ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ। ਉਹਨਾਂ ਦਿਨਾਂ 'ਚ ਮੁਸਲਮਾਨ ਤਾਜੀ ਅੱਜ ਵੀ ਕੱਢਦੇ ਨੇ, ਕਾਲੇ ਕੱਪੜੇ ਪਹਿਨਦੇ ਨੇ ਤੇ ਸੰਗਲ ਮਾਰ ਮਾਰ ਕੇ ਆਪਣੇ ਸਰੀਰਾਂ ਨੂੰ ਲਹੂ ਲੁਹਾਨ ਕਰ ਲੈਂਦੇ ਨੇ। ਔਰ ਇਸ ਪ੍ਰਕਾਰ ਜਿਹੜਾ ਸੀ ਇਕਬਾਲ, ਉਹਨੇ ਵੀ ਲਿਖ ਦਿੱਤਾ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਪਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਦਾ ਰਾਜ ਅਜੇ ਤੱਕ ਨਹੀਂ ਹੋਇਆ। ਸ਼ੀਆ ਸੁੰਨੀ ਦਾ ਇਹ ਝਗੜਾ ਹੈ। ਇਹ ਸ਼ੀਆ ਮੁਸਲਮਾਨ ਸਨ, ਦੂਜੇ ਸੁੰਨੀ ਸਨ। ਅਜੇ ਤੱਕ ਉਹਨਾਂ ਦੇ ਬਖੇੜੇ ਆਪਸ ਵਿੱਚ ਪਏ ਹੋਏ ਨੇ। ਮੁਸਲਮਾਨਾਂ ਦੇ ਦੋ ਧਿਰਾਂ ਦੀ ਲੜਾਈ ਉੱਥੇ ਹੋਈ ਸੀ ਕਰਬਲਾ ਦੇ ਮੈਦਾਨ 'ਚ। ਇੱਧਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਜਿਹੜੇ ਨੰਨੇ ਨੌ ਨਿਹਾਲ ਹਨ, ਉਹਨਾਂ ਬਾਰੇ ਉਹ ਲਿਖਦਾ ਕਿ ਮੈਂ ਤਾਂ ਇਹਨਾਂ ਦੀ ਕੁਰਬਾਨੀ ਦਾ ਕਿੱਸਾ ਲਿਖਿਆ ਕਿ ਇਹਨਾਂ ਵਾਸਤੇ ਜ਼ਿੰਦਗੀ ਬਚਾਉਣ ਦੇ ਰਾਹ ਸਨ। ਇਹਨਾਂ ਆਪ ਸ਼ਹਾਦਤ ਦਾ ਰਾਹ ਚੁਣਿਆ। ਹਜ਼ੂਰ ਦੇ ਛੋਟੇ ਸਾਹਿਬਜ਼ਾਦੇ, ਉਮਰ ਬੜੀ ਛੋਟੀ, 7 ਸਾਲ ਤੇ 9 ਸਾਲ ਵੱਧ ਤੋਂ ਵੱਧ ਵਿਦਵਾਨਾਂ ਲਿਖੀ ਹੈ। ਅਵਲ ਤੇ 5 ਸਾਲ 8 ਮਹੀਨੇ, 6 ਸਾਲ ਤੇ 10 ਮਹੀਨੇ ਦੋਹਾਂ ਸਾਹਿਬਜ਼ਾਦਿਆਂ ਛੋਟਿਆਂ ਦੀ। ਪਰ ਵੱਧ ਤੋਂ ਵੱਧ ਜਿੰਨੀ ਉਮਰ ਲਿਖੀ ਹੈ ਨਾ ਵਿਦਵਾਨਾਂ ਨੇ, ਉਹ ਲਿਖੀ ਹੈ 7 ਸਾਲ ਤੇ 9 ਸਾਲ। ਇਹਦੋਂ ਵੱਧ ਉਮਰ ਨਹੀਂ ਕਿਸੇ ਨੇ ਲਿਖੀ। ਤੇ 7 ਸਾਲ ਤੇ 9 ਸਾਲ ਵੀ ਮੰਨ ਲਈਏ, ਏਡੀ ਕੁ ਉਮਰ ਦੇ ਬੱਚਿਆਂ ਨੂੰ ਤੇ ਆਪਣੀ ਕਿਰਿਆ ਨਹੀਂ ਸੰਭਾਲਣੀ ਆਉਂਦੀ ਤੇ ਏਡੇ ਉੱਚੇ ਬਚਨ ਕਰਨੇ। ਬਹੁਤ ਵੱਡੇ ਮਹਾਨ ਬਚਨ ਉਹਨਾਂ ਕੀਤੇ ਸਨ। ਅਗਲੇ ਦਿਨ ਫਿਰ ਪੇਸ਼ੀ ਹੋਈ, ਫਿਰ ਡਰਾਇਆ ਧਮਕਾਇਆ ਗਿਆ। ਫਿਰ ਉਹਨਾਂ ਦੀ ਪਰਖ ਕੀਤੀ ਗਈ, ਖਿਡੌਣਿਆਂ ਦੀ, ਮਠਿਆਈ ਦੀ ਤੇ ਸ਼ਸਤਰਾਂ ਦੀ ਦੁਕਾਨਾਂ ਸਜਾਈਆਂ ਗਈਆਂ। ਸਾਹਿਬਜ਼ਾਦਿਆਂ ਦੋਵਾਂ ਵੱਲ ਧਿਆਨ ਨਹੀਂ ਦਿੱਤਾ, ਤੀਜੀ ਵੱਲ ਧਿਆਨ ਦਿੱਤਾ, ਸ਼ਸਤਰਾਂ ਨੂੰ ਹੱਥ ਪਾਇਆ। ਔਰ ਉਧਰੋਂ ਸ਼ੇਰ ਮੁਹੰਮਦ ਖਾਂ ਮਲੇਰਕੋਟਲੀਆ ਆ ਗਿਆ ਤੇ ਉਸ ਨੂੰ ਇਹ ਫਸਲਾਉਣ ਲੱਗਾ, ਗੱਲਾਂ 'ਚ ਲਿਆਉਣ ਲੱਗਾ ਸੂਬਾ ਵੀ ਤੇਰੇ ਭਰਾਵਾਂ ਦੇ ਵੈਰੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਬਦਲਾ ਲੈ ਲਾ। ਕਹਿਣ ਲੱਗਾ ਹਾਂ ਤੋਬਾ ਤੋਬਾ, ਸ਼ੀਰਖੁਰ ਬੱਚਿਆਂ ਤੋਂ ਬਦਲਾ। ਕੁਰਾਨ ਸ਼ਰੀਫ ਦੇ ਵਿੱਚ ਇੱਕ ਆਇਤ ਲਿਖੀ ਹੋਈ ਹੈ, ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਕਹਿ ਦਿਆਂ, ਵਾਮਨ ਯਕੇਤੁਲ ਮੋਮਨਾ ਮੁਤਆਮਦੰ ਫਾਇਜ਼ੁਜ਼ ਉ ਜਹੰਨਮ ਗਜ਼ਬ ਅੱਲਾਹੁ ਅਲਾਹਮ ਅਜ਼ਾਬੁਲ ਅਜ਼ੀਮ। ਇਹ ਅਰਬੀ ਫਾਰਸੀ ਮਿਲਵੀਂ ਹੈ। ਇਸ ਆਇਤ ਦਾ ਮਤਲਬ ਇਹ ਹੈ, ਉਹ ਵਿਅਕਤੀ ਜੋ ਜਾਣਦਾ ਹੈ ਕਿ ਜਿਸ ਦੇ ਉੱਪਰ ਮੈਂ ਹੱਥ ਚੁੱਕਣ ਲੱਗਾ ਇਹ ਨਿਰਦੋਸ਼ ਹੈ। ਮੋਮਨ ਸ਼ਬਦ ਦੇ ਅਰਥ ਉਹਨਾਂ ਦੇ ਕੋਸ਼ਾਂ ਵਿੱਚ, ਡਿਕਸ਼ਨਰੀਆਂ ਵਿੱਚ ਜਿਹੜੇ ਲਿਖੇ ਹੋਏ ਨੇ ਉਹ ਹਨ ਪਰਹੇਜ਼ਗਾਰ, ਪਾਕ ਦਾਮਨ, ਨਿਰਦੋਸ਼, ਬੇਗੁਨਾਹ। ਇਹ ਅਰਥ ਨੇ। ਅੱਜ ਦਾ ਮੁਸਲਮਾਨ ਕਹਿ ਰਿਹਾ ਵੀ ਜਿਹੜੇ ਮੁਸਲਮਾਨ ਉਹ ਸਾਰੇ ਮੋਮਨ ਤੇ ਬਾਕੀ ਸਾਰੇ ਕਾਫਰ। ਇਹ ਗਲਤ ਅਰਥ ਕਰਦੇ ਨੇ। ਉਹਨਾਂ ਦੀਆਂ ਡਿਕਸ਼ਨਰੀਆਂ ਇਹ ਕਹਿ ਰਹੀਆਂ ਨੇ ਵੀ ਜਿਹੜਾ ਨਿਰਦੋਸ਼ ਹੋਵੇ, ਜਿਸ ਬਾਰੇ ਪਤਾ ਇਹ ਨਿਰਦੋਸ਼ ਹੈ, ਫਿਰ ਵੀ ਜਾਣਬੁੱਝ ਕੇ ਕੋਈ ਹਥਿਆਰ ਚੁੱਕਦਾ, ਹੱਥ ਚੁੱਕਦਾ, ਤਸੀਹਾ ਦਿੰਦਾ, ਤੇ ਕੁਰਾਨ ਸ਼ਰੀਫ ਗ੍ਰੰਥ ਕਹਿ ਰਿਹਾ ਉਹਨਾਂ ਦਾ ਵੀ ਉਹ ਬੰਦਾ ਕਦੇ ਬਖਸ਼ਿਆ ਨਹੀਂ ਜਾਏਗਾ। ਫਾਇਜ਼ੁਜ਼ ਉ ਜਹੰਨਮ, ਜਹੰਨਮ ਕਹਿੰਦੇ ਨਰਕਾਂ ਨੂੰ, ਸਾਰੇ ਨਰਕਾਂ 'ਚ ਉਹਨੂੰ ਵਾਰੀ ਵਾਰੀ ਪਾਇਆ ਜਾਏਗਾ। ਤੇ ਗਜ਼ਬ ਅੱਲਾਹੁ ਅਲਾਹਿਮ, ਅੱਲਾ ਪਰਮਾਤਮਾ ਦਾ ਗਜ਼ਬ ਕਹਿਰ ਉਹਨਾਂ ਤੇ ਵਰੇਗਾ, ਉਹਨਾਂ ਲੋਕਾਂ ਦੇ। ਅਜ਼ਾਬੁਲ ਅਜ਼ੀਮ, ਅਜ਼ਾਬ ਨਾਮ ਹੈ ਦੁੱਖ ਦਾ, ਅਜ਼ੀਮ ਦਾ ਅਰਥ ਹੈ ਬੇਹੱਦ। ਜਿਨ੍ਹਾਂ ਦੁੱਖਾਂ ਦੀ ਹੱਦ ਨਹੀਂ ਉਹ ਦੁੱਖ ਉਹਨੂੰ ਮਿਲਦੇ ਰਹਿਣਗੇ, ਕਦੇ ਮਾਫ ਨਹੀਂ ਹੋਵੇਗਾ। ਪੈਗੰਬਰ ਸਾਹਿਬ ਦੀ ਤੇ ਏਡੀ ਹਦਾਇਤ ਆ। ਤੇ ਹੁਣ ਕਿਹੜੀ ਆਇਤ ਦੇ ਤਹਿਤ ਫਤਵਾ ਲਾਉਣਾ ਸੀ ਕਿ ਸਾਹਿਬਜ਼ਾਦਿਆਂ ਨੂੰ ਮਾਰ ਦਿੱਤਾ ਜਾਏ? ਜਦੋਂ ਉਹਨੇ ਜਵਾਬ ਦਿੱਤਾ ਕਿ ਸ਼ੀਰਖੋਰਾਂ ਤੇ ਕੋਈ ਕਾਨੂੰਨ ਆਇਦ ਨਹੀਂ ਹੁੰਦਾ, ਬੱਚੇ ਨਿਰਦੋਸ਼ ਮੰਨੇ ਗਏ। ਇਹਨਾਂ ਕੀਤਾ ਵੀ ਕੀ ਆ? ਇੰਜ ਕਿਉਂ? ਬਦਲਾ ਲੈਣਾ ਹੋਵੇਗਾ ਤੇ ਇਹਨਾਂ ਦੇ ਪਿਤਾ ਤੋਂ ਲਵਾਂਗੇ, ਮੈਦਾਨੇ ਜੰਗ ਚ ਲਵਾਂਗੇ। ਸੂਰਮਗਤੀ ਤਾਂ ਆ। ਸ਼ਾਬਾਸ਼ ਉਸ ਮਾਈ ਦੇ ਪੁੱਤ ਦੇ, ਭਾਵੇਂ ਵੈਰੀ ਸੀ। ਔਰ ਬੰਦਾ ਸਿੰਘ ਬਹਾਦਰ ਨਾਲ ਵੀ ਉਹਨਾਂ ਜੰਗ ਲੜੀ ਹੈ। ਸ਼ੇਰ ਮੁਹੰਮਦ ਖਾਂ ਉੱਥੇ ਮਾਰਿਆ ਗਿਆ। ਹੈ ਵਿਰੋਧੀ ਸਨ, ਗੁਰੂ ਕਿਆਂ ਦੇ ਵਿਰੋਧੀ, ਪਰ ਫਿਰ ਵੀ ਉਹਨੇ ਚੰਗੀ ਗੱਲ ਕੀਤੀ। ਫਿਰ ਸੁੱਚਾ ਆਨੰਦ ਜਿਹੜਾ ਸੀ, ਝੂਠਾ ਆਨੰਦ, ਦੁਸ਼ਟ ਹੈ, ਹਿੰਦੂਆਂ ਦੇ ਘਰ ਜੰਮਿਆ ਪਰ ਲਾਲਚੀ, ਤੇ ਇਸ ਨੇ ਸ਼ੈਤਾਨ ਬੰਦੇ ਨੇ ਕਿਹਾ ਕਿ ਨਾ ਨਾ ਨਾ, ਸ਼ੇਰ ਮੁਹੰਮਦ ਖਾਨ ਦੀ ਗੱਲ ਵਿੱਚ ਨਹੀਂ ਆਉਣਾ। ਸੂਬਾ ਸਾਹਿਬ ਹੁਣੇ ਤੁਹਾਨੂੰ ਦੱਸ ਦਿੰਦਾ,
ਇਹ ਸੱਪ ਦੇ ਬੱਚੇ ਸਪੋਲੀਏ ਨੇ, ਤੇ ਸੱਪਾਂ ਨੂੰ ਨਾਲ ਵੈਰ ਤੇ ਸਪੋਲੀਆਂ ਨੂੰ ਦੁੱਧ ਪਿਆਉਣਾ। ਨਾ ਨਾ ਨਾ। ਉਹ ਕਹਿਣ ਲੱਗਾ, ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕੀ ਕਰੋਗੇ? ਉਹਨਾਂ ਕਿਹਾ, ਜਾਵਾਂਗੇ ਜੰਗਲਾਂ 'ਚ ਸਿੰਘਾਂ ਨੂੰ ਲੱਭਾਂਗੇ, ਆਪਣੇ ਪਿਤਾ ਦੀ ਖੋਜ ਕਰਾਂਗੇ, ਜਿੰਨੇ ਮਿਲੇ ਨਾਲ ਲੈ ਕੇ ਸ਼ਸਤਰ ਲੈ ਕੇ ਆਵਾਂਗੇ, ਇਹਦੇ ਟੁਕੜੇ ਕਰਾਂਗੇ ਜਿਹੜਾ ਤੁਹਾਡਾ ਸੂਬਾ। ਔਰ ਟੁਕੜੇ ਹੀ ਹੋਏ ਸਨ, 2 ਟੁਕੜੇ ਹੋਏ ਸਨ ਸੂਬੇ ਦੇ। ਕਹਿਣ ਲੱਗੇ ਇਹਦੇ ਟੁਕੜੇ ਕਰਾਂਗੇ। ਕਹਿਣ ਲੱਗੇ ਜੇ ਨਾ ਕਾਮਯਾਬ ਹੋਏ, ਕਹਿੰਦੇ ਜਦੋਂ ਤੱਕ ਪ੍ਰਾਣ ਆ 19 ਵਾਰੀ ਯਤਨ ਕਰਾਂਗੇ, ਜਦੋਂ ਤੱਕ ਪ੍ਰਾਣ ਹਨ ਉਦੋਂ ਤੱਕ ਯਤਨ ਕਰਾਂਗੇ। ਚੇਤੇ ਰਹੇ ਖਾਲਸਾ ਜੀ, ਜਦੋਂ ਸਿਕੰਦਰ ਬਾਦਸ਼ਾਹ ਆਇਆ ਚੜ੍ਹ ਕੇ ਪੰਜਾਬ 'ਤੇ, ਜਿਹਲਮ ਦਰਿਆ ਦੇ ਨੇੜੇ ਦਾ ਟਾਕਰਾ ਹੋਇਆ ਪੋਰਸ ਨਾਲ, ਔਰ ਹੋਰ ਕਿਸੇ ਨੇ ਤਾਂ ਅੱਗਾ ਨਹੀਂ ਸੀ ਰੋਕਿਆ, ਪੰਜਾਬੀਆਂ ਨੇ ਰੋਕਿਆ। ਪੋਰਸ ਨੇ, ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਜਦੋਂ ਇਹਦਾ ਅੱਗਾ ਰੋਕਿਆ, ਲੜੇ, ਨਾਲ ਦੇ ਸਾਥੀ ਮਾਰੇ ਗਏ ਤੇ ਪੋਰਸ ਜੰਜੀਰਾਂ 'ਚ ਜਕੜਿਆ ਆਇਆ। ਪੋਰਸ ਨੂੰ ਕਿਹਾ ਸਿਕੰਦਰ ਨੇ ਵੀ ਜੇ ਮੈਂ ਤੈਨੂੰ ਛੱਡ ਦਿਆਂ ਫਿਰ ਕੀ ਕਰੇਂਗਾ? ਮਿੱਤਰਤਾ ਪਾ ਲਵਾਂ, ਦੱਸ ਕੀ ਖਿਆਲ ਹੈ? ਕਹਿਣ ਲੱਗਾ, ਫਿਰ ਉਹ ਕੁਝ ਕਰਾਂਗਾ ਜੋ ਪਹਿਲਾਂ ਕੀਤਾ। ਸਾਨੂੰ ਮਨਜ਼ੂਰ ਨਹੀਂ ਕਿ ਵਿਦੇਸ਼ੀ ਲੋਕ ਆ ਕੇ ਸਾਡੀ ਪੰਜਾਬ ਦੀ ਧਰਤੀ 'ਤੇ ਰਾਜ ਕਰਨ ਤੇ ਅਸੀਂ ਅਧੀਨ ਹੋ ਕੇ ਚੱਲੀਏ, ਗੁਲਾਮ ਬਣ ਜਾਈਏ, ਸਾਨੂੰ ਮਨਜ਼ੂਰ ਨਹੀਂ ਹੈ। ਫਿਰ ਸਿਕੰਦਰ ਨੇ ਕਿਹਾ ਸੀ ਕਿ ਮੈਂ ਹਾਰਿਆ, ਤੂੰ ਨਹੀਂ ਹਾਰਿਆ, ਮੈਂ ਤੈਨੂੰ ਅੰਦਰੋਂ ਤੋੜਨਾ ਚਾਹੁੰਦਾ ਸੀ। ਜਦੋਂ ਬੰਦਾ ਅੰਦਰੋਂ ਟੁੱਟ ਜੇ ਉਦੋਂ ਹਾਰਦਾ, ਤੇ ਮੈਂ ਤੇਰੇ ਨਾਲ ਮਿੱਤਰਤਾ ਗੰਢ ਲੈਣਾ, ਮੈਂ ਹਾਰ ਕੇ ਚੱਲਿਆ ਇੱਥੋਂ। ਉਂਝ ਜਿੱਤਿਆ ਸੀ ਸਰੀਰਕ ਤੌਰ 'ਤੇ, ਪਰ ਅੰਦਰੋਂ ਹਾਰ ਕੇ ਗਿਆ ਸਿਕੰਦਰ ਪੰਜਾਬ ਦੀ ਧਰਤੀ ਤੋਂ। ਇਸ ਪ੍ਰਕਾਰ ਹੀ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਪਰ ਉਹ ਹਾਰੇ ਨਹੀਂ ਹਨ। ਕਲਗੀਧਰ ਪਾਤਸ਼ਾਹ ਦੇ ਨਾਲ ਦੇ ਸਾਥੀ ਸ਼ਹੀਦ ਹੋ ਗਏ, ਪਰ ਹਾਰੇ ਨਹੀਂ। ਫਤਿਹ ਦੀ ਚਿੱਠੀ ਲਿਖਦੇ ਜ਼ਫਰਨਾਮਾ ਔਰੰਗਜ਼ੇਬ ਨੂੰ। ਔਰ ਹਜੂਰ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਹਜੂਰ ਨੇ ਕਾਂਗੜ ਪਿੰਡ ਤੋਂ ਜਦੋਂ ਜ਼ਫਰਨਾਮਾ ਲਿਖਿਆ, ਉਦੋਂ ਲਿਖਿਆ ਸੀ, ਚਿਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤਹਿ ਚਾਰ, ਕਿ ਬਾਕੀ ਬਿਮਾਦਸਤ ਪੇਚੀਦਾ ਹੈ ਮਾਰ। ਪੇਚੀਦਾ ਹੈ ਮਾਰ ਨਾਮ ਸੱਪ ਦਾ। ਕੁੰਡਲੀਆ ਨਾਗ ਖਾਲਸਾ ਪੈਦਾ ਕਰ ਦਿੱਤਾ, ਤੇਰੇ ਪੈਰਾਂ ਹੇਠ ਅੰਗਾਰ ਰੱਖ ਦੇਗਾ, ਫਿਰ ਕੀ ਹੋਇਆ? ਤੂੰ ਮੇਰੇ ਬੱਚੇ 4 ਮਾਰ ਦਿੱਤੇ। ਚਿਹਾ ਸ਼ੁੱਧ, ਕੋਈ ਬਾਪ ਇਹ ਗੱਲ ਕਹਿ ਸਕਦਾ ਵੀ ਮੇਰੇ ਬੱਚੇ ਮਾਰ ਦਿੱਤੇ ਫਿਰ ਕੀ ਹੋਇਆ? ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਕਹਿੰਦੇ ਨੇ। ਪਰਮ ਸਿੰਘ ਧਰਮ ਸਿੰਘ ਨੇ ਜਦੋਂ ਅਫਸੋਸ ਕੀਤਾ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਤਾਂ ਹਜ਼ੂਰ ਨੇ ਕਿਹਾ, ਲਕੀਰਾਂ ਖਿੱਚੋ। ਧਰਤੀ 'ਤੇ ਲਕੀਰਾਂ ਖਿੱਚੀਆਂ। ਮਹਾਰਾਜ ਕਹਿੰਦੇ, ਕੋਈ ਖੁਸ਼ੀ ਹੋਈ? ਕਹਿੰਦੇ ਨਹੀਂ। ਮੇਟ ਦਿਓ। ਮੇਟ ਦਿੱਤੀਆਂ। ਗਮੀ ਹੋਈ? ਨਾ ਜੀ। ਮਹਾਰਾਜ ਕਹਿਣ ਲੱਗੇ, ਮੈਂ ਕਿਹਾ ਹੋਇਆ ਬਚਨ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਰਮ ਸਿੰਘਾ ਧਰਮ ਸਿੰਘਾ, ਮੇਰੇ ਵਾਸਤੇ ਜਗਤ ਤਮਾਸ਼ਾ ਹੈ। ਔਰ ਸਾਹਿਬਜ਼ਾਦੇ ਕੁਰਬਾਨੀ ਦੇ ਘਰ ਵਿੱਚ ਉਹਨਾਂ ਦੀ ਮ੍ਰਿਤੂ ਹੋਈ ਹੈ। ਇੱਕ ਚੇਤੇ ਰਹੇ, ਅਰਦਾਸ ਵਿੱਚ ਕੇਵਲ 4 ਸਾਹਿਬਜ਼ਾਦਿਆਂ ਦਾ ਨਾਮ ਹੈ। ਸਾਹਿਬਜ਼ਾਦੇ ਜ਼ਿਆਦੇ ਹੋਏ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਿੰਨੇ ਗੁਰੂ ਕੇ ਸਾਹਿਬਜ਼ਾਦੇ ਹੋਏ ਨੇ, ਉਹਨਾਂ ਦਾ ਨਾਮ ਨਹੀਂ ਅਰਦਾਸ ਵਿੱਚ ਪੰਥ ਨੇ ਜੋੜੇ। ਇਹਨਾਂ ਦੀ ਸਰੀਰਕ ਮ੍ਰਿਤੂ ਕੁਰਬਾਨੀ ਦੇ ਘਰ 'ਚ ਹੋਈ ਹੈ, ਸ਼ਹਾਦਤ ਹੋਈ, ਤਾਂ ਇਹਨਾਂ 4 ਸਾਹਿਬਜ਼ਾਦਿਆਂ ਦਾ ਅਰਦਾਸ ਵਿੱਚ ਨਾਮ ਹੈ। ਔਰ ਉਮਰਾਂ ਛੋਟੀਆਂ ਸਨ, ਬਹੁਤ ਉੱਚੇ ਬਾਬੇ ਹੋਏ ਨੇ ਸਾਡੇ। ਸੋ ਇਸ ਪ੍ਰਕਾਰ ਜਦੋਂ ਇੰਜ ਕਿਹਾ, ਤੇ ਫਿਰ ਉਸ ਵੇਲੇ ਜਿਹੜਾ ਕਾਜੀ ਸੀ ਉਹਨੂੰ ਅੱਖਾਂ ਵਿਖਾਈਆਂ ਗਈਆਂ, ਡਰਾਵਾ ਦਿੱਤਾ ਗਿਆ ਤੇ ਸੋਨੇ ਦੀਆਂ ਮੋਹਰਾਂ ਦਾ ਲਾਲਚ ਦਿੱਤਾ ਗਿਆ। ਉਹਨੇ ਧਰਮ ਬਦਲਿਆ, ਕਹਿਣ ਲੱਗਾ ਭਈ ਇਹ ਸ਼ੀਰਖੋਰ ਬੱਚੇ ਨੇ ਭਾਵੇਂ, ਪਰ ਇਹਨਾਂ ਤੋਂ ਇਸਲਾਮ ਨੂੰ ਹਮੇਸ਼ਾ ਖਤਰਾ ਹੈ, ਹਕੂਮਤ ਨੂੰ ਖਤਰਾ ਹੈ, ਇਹਨਾਂ ਨੂੰ ਜਿੰਦੇ ਨਹੀਂ ਚਿਣ ਦਿੱਤਾ ਜਾਣਾ ਚਾਹੀਦਾ। ਔਰ ਇਸ ਤਰ੍ਹਾਂ ਦਾ ਫਤਵਾ ਜਾਰੀ ਹੋ ਗਿਆ। ਸਾਹਿਬਜ਼ਾਦਿਆਂ ਨੂੰ ਵਾਪਸ ਰਵਾਨਾ ਕੀਤਾ ਗਿਆ। ਸਿਪਾਹੀ ਛੱਡਣ ਆਏ, ਮਾਤਾ ਜੀ ਨੂੰ ਆ ਕੇ ਦੱਸਿਆ। ਮਾਤਾ ਜੀ ਨੇ ਫਿਰ ਸਾਰੀ ਰਾਤ ਸਿੱਖਿਆ ਪੜ੍ਹਾਈ, ਔਰ ਬੜੀ ਦੁੱਖ ਦੀਆਂ ਰਾਤਾਂ ਇਹ ਬਤੀਤ ਕੀਤੀਆਂ, ਪਰ ਫਿਰ ਵੀ ਮਾਤਾ ਜੀ ਚੜ੍ਹਦੀ ਕਲਾ 'ਚ ਰਹੇ। ਉਹਨਾਂ ਦੇ ਚਿੱਤ ਡੁਲਾਏ ਨਹੀਂ, ਸਗੋਂ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ, ਸਾਹਿਬਜ਼ਾਦਿਓ ਆਪਣੇ ਦਾਦਾ ਜੀ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ, ਧਰਮ ਨਹੀਂ ਛੱਡਣਾ ਬੇਟਾ, ਧਰਮ ਬੜੀ ਉੱਚੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਮਾਂ ਵੀ ਧਰਮ ਤੋਂ ਡੇਗਣਾ ਚਾਹੇ ਤੇ ਮਾਂ ਨੂੰ ਵੀ ਛੱਡ ਦਿਓ, ਧਰਮ ਐਡਾ ਉੱਚਾ। ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਿਓ, ਰੁਦਨ ਕਰੈ ਨਾਮੈ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਪਰ ਉਹ ਮਾਂ ਐਡੀ ਮਹਾਨ ਸੀ ਕਿ ਮੋਹ ਸੀ। ਸਿਆਣੇ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ। ਪੋਤਰੇ ਸਨ, ਪਿਆਰ ਮੁਹੱਬਤ ਬਹੁਤ ਜ਼ਿਆਦਾ, ਕਠੋਰ ਚਿੱਤ ਤਾਂ ਨਹੀਂ ਮਾਤਾ ਜੀ, ਕੋਈ ਪੱਥਰ ਤਾਂ ਨਹੀਂ ਸਨ, ਪਰ ਧਰਮ ਐਡੀ ਉੱਚੀ ਚੀਜ਼ ਹੈ। ਕਹਿਣ ਲੱਗੇ, ਕੋਈ ਬਾਤ ਨਹੀਂ ਬੇਟਾ, ਸਾਡੀ ਅੰਸ ਅੱਗੇ ਚਲੇ ਜਾਣਾ, ਪਰ ਤੁਸੀਂ ਧਰਮ ਤੋਂ ਨਹੀਂ ਡੋਲਣਾ। ਇੱਕ ਮੈਂ ਆਪਦੀ ਗਿਆਤ ਵਾਸਤੇ ਅਰਜ਼ ਕਰਾਂ, ਇਸ ਦੇਸ਼ ਅਮਰੀਕਾ ਦੇ ਵਿੱਚ ਇੱਕ ਇੰਡੀਆ ਤੋਂ ਪੜ੍ਹਿਆ ਲਿਖਿਆ ਸੱਜਣ ਫਤਿਹਗੜ੍ਹ ਸਾਹਿਬ ਦੇ ਇਲਾਕੇ ਦਾ, ਉਹ ਆਇਆ ਸੀ, ਤੇ ਉਸ ਨੇ ਇੱਕ ਇੰਜ ਹਾਲ ਲੈ ਕੇ, ਤੇ ਗੋਰੇ ਲੋਕ ਵੀ ਉੱਥੇ ਆਏ ਸਨ ਤੇ ਆਪਣੇ ਪੰਜਾਬੀ ਵੀ, ਤੇ ਉਹਨੇ ਇੱਕ ਭਾਸ਼ਣ ਦਿੱਤਾ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ। ਤੇ ਸਾਹਮਣੇ ਬੈਠੀ ਇੱਕ ਗੋਰੀ, ਉਹਦਾ 9 ਤੇ 11 ਸਾਲ ਦੇ 2 ਬੱਚੇ ਸਨ, ਦੋਵੇਂ ਪਾਸੇ ਬੈਠੇ ਹੋਏ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਿੱਸਾ ਸੁਣਿਆ ਤੇ ਉਹ ਜ਼ਾਰੋ ਕਤਾਰ ਰੋ ਰਹੀ ਸੀ, ਆਪਣੇ ਬੱਚਿਆਂ ਨੂੰ ਘੁੱਟ-ਘੁੱਟ ਕੇ ਛਾਤੀ ਨਾਲ ਲਾ ਰਹੀ ਸੀ।
ਜਦੋਂ ਉਹਦਾ ਭਾਸ਼ਣ ਸਮਾਪਤ ਹੋਇਆ ਤਾਂ ਉਹਨੇ ਕਿਹਾ ਕਿ ਇਸ ਸੰਬੰਧ ਵਿੱਚ ਜੇ ਕਿਸੇ ਨੇ ਕੋਈ ਪ੍ਰਸ਼ਨ ਪੁੱਛਣਾ ਤਾਂ ਪੁੱਛੋ। ਪਰ ਵੇਖੋ ਕਿੱਡੇ ਦਿਮਾਗੀ ਗੋਰੇ ਸਿਆਣੇ ਕਿੱਡੇ ਨੇ। ਇੱਕ ਦੋ ਵਚਨ ਇਹਨਾਂ ਦੇ ਸੁਣਾ ਦਿਆਂ। ਉਹਨਾਂ ਨੇ ਜਿਹੜੇ 2 ਪ੍ਰਸ਼ਨ ਬਾਰ-ਬਾਰ ਪੁੱਛੇ ਉਹ ਇਹ ਸਨ। ਇੱਕ ਪ੍ਰਸ਼ਨ ਇਹ ਸੀ ਕਿ ਕਿਸ ਵਕਤ ਸ਼ਹਾਦਤ ਹੋਈ ਦੋਵਾਂ ਸਾਹਿਬਜ਼ਾਦਿਆਂ ਦੀ। ਦਿਨ ਦਾ ਸਮਾਂ ਸੀ ਕਿ ਰਾਤ ਦਾ, ਸਵੇਰ ਦਾ, ਦੁਪਹਿਰ ਦਾ ਕਿ ਸ਼ਾਮਾਂ ਦਾ, ਕਿਹੜਾ ਸਮਾਂ ਸੀ? ਉਦੋਂ ਉਸ ਸੱਜਣ ਨੂੰ ਪਤਾ ਨਹੀਂ ਸੀ। ਬਾਅਦ ਵਿੱਚ ਹੋਰ ਖੋਜ ਹੋਈ ਤੇ ਪਤਾ ਲੱਗਾ 11:45 ਤੋਂ ਲੈ ਕੇ 11:30 ਤੱਕ ਦਿਨ ਦਾ ਸਮਾਂ ਸੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਤਾਂ ਫਿਰ ਉਹਨਾਂ ਕਿਹਾ ਸੀ ਗੋਰਿਆਂ ਨੇ ਕਿ ਤੁਹਾਨੂੰ ਸਿੱਖਾਂ ਨੂੰ ਉਸ ਵੇਲੇ ਸਾਰਾ ਕਾਰੋਬਾਰ ਛੱਡ ਕੇ ਨਾਮ ਜਪਣਾ ਚਾਹੀਦਾ, ਉਹਨਾਂ ਆਪਣੇ ਪੁਰਖਿਆਂ ਨੂੰ ਚੇਤੇ ਕਰਨਾ ਚਾਹੀਦਾ, ਆਪਣੇ ਬੱਚਿਆਂ ਨੂੰ ਸਿਖਾਉਣਾ ਦੱਸਣਾ ਚਾਹੀਦਾ ਵੀ ਉਹਨਾਂ ਇੰਝ ਸ਼ਹਾਦਤ ਪਾਈ ਸੀ। ਸੋ ਇਸ ਪ੍ਰਕਾਰ ਦੂਸਰਾ ਜਿਹੜਾ ਪ੍ਰਸ਼ਨ ਸੀ, ਉਹ ਪ੍ਰਸ਼ਨ ਜਿਹੜਾ ਬਾਰ-ਬਾਰ ਪੁੱਛਿਆ ਗਿਆ ਕਿ ਸ਼ਹਾਦਤ ਤੋਂ ਪਹਿਲਾਂ ਸਾਹਿਬਜ਼ਾਦੇ ਕਿਸ ਦੀ ਕਸਟਡੀ ਵਿੱਚ ਸਨ। ਦੱਸਿਆ ਗਿਆ ਕਿ ਉਹਨਾਂ ਦੇ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਕੋਲ ਸਨ। ਕਹਿਣ ਲੱਗੇ ਉਹ ਮਾਂ ਐਡੀ ਮਹਾਨ ਹੋਵੇਗੀ ਜਿਹਨੇ ਐਡਾ ਵੱਡਾ ਸਬਕ ਉਹਨਾਂ ਦੇ ਅੰਦਰ ਪਾਇਆ ਤੇ ਉਹ ਕੁਰਬਾਨੀ ਕਰ ਗਏ, ਨਹੀਂ ਤਾਂ ਬੱਚੇ ਨਹੀਂ ਕਰ ਸਕਦੇ। ਉਹ ਇਹ ਗੱਲ ਕਹਿ ਰਹੇ ਸਨ। ਪਰ ਉਹ ਬੱਚੇ ਵੀ ਮਹਾਨ ਸਨ। ਜਿਵੇਂ ਕੱਲ੍ਹ ਅਰਜ਼ ਕੀਤੀ ਸੀ ਕਿ ਕੁਝ ਧੁਰੋਂ ਹੀ ਬਖਸ਼ੀਆਂ ਹੋਈਆਂ ਰੂਹਾਂ ਆਉਂਦੀਆਂ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 5 ਸਾਲ 3 ਮਹੀਨੇ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਵਾਰਸ ਬਣੇ। ਗੁਰਿਆਈ ਪ੍ਰਾਪਤ ਹੋਈ 6ਵੇਂ 8ਵੇਂ ਪਾਤਸ਼ਾਹ ਨੂੰ, 7ਵੇਂ ਪਾਤਸ਼ਾਹ ਨੇ ਆਪ ਦਿੱਤੀ। ਪੂਰੇ ਕਾ ਕੀਆ ਸਭ ਕੁਛ ਪੂਰਾ, ਤੇ ਬਾਖੂਬੀ ਗੁਰਿਆਈ ਨਿਭਾਈ ਵੀ ਉਹਨਾਂ ਨੇ। ਜ਼ਿੰਮੇਵਾਰੀ ਪੂਰੀ ਨਿਭਾਈ, ਕੋਈ ਊਣਤਾ ਨਹੀਂ ਹੋਣ ਦਿੱਤੀ ਵੀ ਕਿਸੇ ਗੱਲੋਂ ਘਾਟਾ ਰਹਿਣ ਦਿੱਤਾ ਹੋਵੇ। ਬੇਅੰਤ ਬਖਸ਼ਿਸ਼ਾਂ ਵੰਡੀਆਂ 8ਵੇਂ ਪਾਤਸ਼ਾਹ ਨੇ। ਇਸੇ ਤਰ੍ਹਾਂ ਇਹ ਸਾਹਿਬਜ਼ਾਦੇ ਆਪ ਵੀ ਮਹਾਨ ਹੋਣਗੇ, ਪਰ ਗੁਰੂ ਘਰ ਦੇ ਪਵਿੱਤਰ ਮਾਹੌਲ ਵਿੱਚ ਇਹਨਾਂ ਦੀ ਪਰਵਰਿਸ਼ ਹੋਈ ਤੇ ਦਾਦੀ ਮਾਂ ਨੇ ਵੀ ਨਹੀਂ ਚਿੱਤ ਡੋਲਣ ਦਿੱਤਾ, ਉਹਨਾਂ ਦਾ ਹੌਸਲਾ ਵਧਾਇਆ, ਬੇਟਾ ਕੁਰਬਾਨੀ ਦੇ ਘਰ ਜਾਓ। ਔਰ ਫਿਰ ਗਏ ਤੇ ਉਹਨਾਂ ਨੂੰ ਲਿਖਿਆ ਹੈ ਦੁਨਾ ਸਿੰਘ ਹੰਡੂਰੀਏ ਨੇ ਵੀ ਹੋਰ ਤਸੀਹੇ ਦਿੱਤੇ ਗਏ। ਫਿਰ ਪਹਿਲਾਂ ਧਮਕੀਆਂ ਤੇ ਲਾਲਚ, ਤੀਜੇ ਦਿਨ ਛੋਟੇ-ਛੋਟੇ ਹੋਰ ਤਸੀਹੇ ਦੇਣ ਦਾ ਯਤਨ ਕੀਤਾ। ਉਹਨਾਂ ਦੀਆਂ ਉਂਗਲਾਂ ਦੇ ਵਿੱਚ ਬਰੂਦ ਦੇ ਕੇ ਨਾ ਛੋਟੇ-ਛੋਟੇ ਪਲੀਤੇ ਤੇ ਅੱਗ ਲਾਈ ਗਈ, ਹੱਥ ਸੜਨ ਬੰਨ੍ਹ ਦਿੱਤੇ ਗਏ। ਹੱਥ ਤੋਂ ਹੱਥਾਂ ਦੀਆਂ ਉਂਗਲਾਂ ਸੜਨਗੀਆਂ ਤੇ ਮੰਨ ਜਾਣਗੇ। ਫਿਰ ਉਹਨੇ ਲਿਖਿਆ ਹੈ ਕਿ ਖਮਚੀਆਂ ਮਾਰੀਆਂ ਗਈਆਂ। ਜਿਹੜੀ ਤੂਤ ਦੀ ਛਟੀ ਹੁੰਦੀ ਆ ਉਹਨੂੰ ਖਮਚੀ ਕਹਿੰਦੇ ਨੇ, ਤੂਤ ਦੀ ਸ਼ਮਕ, ਉਹਦੇ ਨਾਲ ਵੀ ਉਹਨਾਂ ਦੇ ਨੀਲ ਪਾਏ ਗਏ। ਠੰਡੇ ਬੁਰਜ ਵਿੱਚ ਰਹਿਣ ਕਰਕੇ ਉਹਨਾਂ ਦੇ ਬੁੱਲ੍ਹ ਤੇ ਨੱਕ ਜਿਹੜੇ ਨੀਲੇ ਹੋ ਚੁੱਕੇ ਸਨ। ਸੋ ਇਸ ਪ੍ਰਕਾਰ ਠੰਡ ਜਦੋਂ ਇੰਨੀ ਲੱਗੀ ਹੋਵੇ ਤੇ ਉਦੋਂ ਸੱਟਾਂ ਮਾਰੀਆਂ ਜਾਣ ਤੇ ਬਹੁਤ ਭਾਰੀ ਦੁੱਖ ਤਕਲੀਫ ਹੁੰਦਾ ਹੈ। ਔਰ ਫਿਰ ਉਹ ਲਿਖਦਾ ਹੈ ਕਿ ਪੀਪਰਾ ਬੰਦ ਗੁਲੇਲੇ ਮਾਰੇ, ਪਿੱਪਲਾਂ ਦੇ ਦਰਖਤਾਂ ਨਾਲ ਦੋਵਾਂ ਨਾਲ ਬੰਨ੍ਹ ਕੇ ਰੱਸੀਆਂ ਨਾਲ, ਤੇ ਗੁਲੇਲ ਹੁੰਦੀ ਉਹਦੇ 'ਚ ਪਾ ਕੇ ਰੋੜ, ਤੇ ਉਹ ਰੋੜ ਵੀ ਮਾਰੇ ਗਏ। ਡਰਾਇਆ ਧਮਕਾਇਆ ਗਿਆ ਤੇ ਦੁੱਖ ਦਿੱਤਾ ਗਿਆ। ਸਾਹਿਬਜ਼ਾਦਾ ਫਤਿਹ ਸਿੰਘ ਦੀ ਅੱਖ ਵਿੱਚ ਉਹ ਰੋੜ ਵੱਜਾ ਔਰ ਖੂਨ ਨਿਕਲਿਆ ਬਹੁਤ ਜ਼ਿਆਦਾ। ਉਸ ਵੇਲੇ ਹੱਥ ਪਿੱਛੇ ਬੱਧੇ ਹੋਏ ਸਨ। ਇੰਨੇ ਕਸ਼ਟ ਦਿੱਤੇ ਗਏ, ਫਿਰ ਵੀ ਨਹੀਂ ਜਦੋਂ ਮੰਨੇ। ਫਿਰ ਨੀਹਾਂ ਬਣਾਈਆਂ ਗਈਆਂ, ਕੰਧਾਂ ਦੇ ਵਿੱਚ ਇਹਨਾਂ ਨੂੰ ਚਿਣਿਆ ਗਿਆ। ਫਿਰ ਛਾਤੀ ਤੋਂ ਉੱਪਰ ਜਾ ਕੇ ਕੰਧ ਡਿੱਗ ਪਈ। ਫਿਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਜਲਾਲੂਦੀਨ ਸਮਾਣੇ ਵਾਲਾ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕਲਮ ਕੀਤਾ ਸੀ, ਇਹ ਉਹਦੇ ਪੋਤਰੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਇਹਨਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਫੜ ਲਿਆ ਤੇ ਇਹਨਾਂ ਦੀ ਸਾਹ ਰਗ ਵੱਢ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਛੋਟੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਅੱਧੀ ਘੜੀ ਆਪਣਾ ਕਦਮ ਮਾਰਦੇ, ਪੈਰ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ। ਇਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋਈ, ਉਹਨਾਂ ਪੁਰਖਿਆਂ ਦੀ, ਸਾਡੇ ਬਾਬਿਆਂ ਦੀ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਅੱਲਾ यार खां लिखता है कि साहबजादे ने कहा हम अपनी जानें देकर औरों की जान बचा चले, सिक्खी की नींव हम सरों पे उठा चले, गुरियाई का किस्सा हम जहाँ में बना चले, और सिंहों की सल्तनत का हम पौधा लगा चले, गद्दी व तख्त बस अब कौम पाएगी, सो जमी से जालमों का नाम तक मिटाएगी, जोगी जी इसके बाद हुई बस थोड़ी ही देर थी, बस्ती सरहिंद शहर की बस ईंटों का ढेर थी। बंदा सिंह बहादुर ने फिर इस नगर ਨੂੰ ਤਹਿਸ ਨਹਿਸ ਕਰਤਾ ਸੀ। ਵੀਰ ਰਸ ਵਿੱਚ ਆ ਕੇ ਵਜੀਦੇ ਨੂੰ ਫਗੜਿਆ ਸੀ, ਚੱਪੜ ਚਿੜੀ ਦੇ ਮੈਦਾਨ 'ਚ ਪਕੜ ਕੇ ਜਿਉਂਦੇ ਨੂੰ ਟੁਕੜੇ ਕੀਤੇ ਸਨ, ਵੱਛਿਆਂ ਮਗਰ ਪਾ ਕੇ ਖੇਤਾਂ 'ਚ ਘਸੀਟਿਆ ਸੀ ਤੇ ਇਸ ਤਰ੍ਹਾਂ ਦੁੱਖ ਦੇ ਦੇ ਕੇ ਮਾਰਿਆ ਸੀ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਇਹ ਸ਼ਹਾਦਤਾਂ ਹੋਈਆਂ ਸਨ। ਮੈਂ ਬਹੁਤ ਸੰਖੇਪ ਜੇ ਢੰਗ ਨਾਲ ਮਿੱਥੇ ਹੋਏ ਸਮੇਂ ਦੌਰਾਨ 5 ਮਿੰਟ 10 ਉੱਪਰ ਹੋ ਗਏ ਨੇ, ਆਪ ਜੀ ਨਾਲ ਇਹ ਕਿੱਸਾ ਸਾਂਝਾ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ। ਸਤਿਗੁਰੂ ਮਹਾਰਾਜ ਸਾਡੇ ਤੇ ਮਿਹਰ ਕਰਨ, ਜਿਨ੍ਹਾਂ ਸਤਿਗੁਰਾਂ ਨੇ ਇੰਨਾ ਕੁਝ ਕਰ ਦਿੱਤਾ। ਆਪਣਾ ਸਰਬੰਸ, ਆਪਣੀ ਬਿੰਦੀ ਔਲਾਦ ਸਾਡੇ ਸਿਰਾਂ ਤੋਂ ਨਾਦੀ ਸੰਤਾਨ ਦੇ ਉੱਪਰ ਦੀ ਕੁਰਬਾਨ ਕਰ ਦਿੱਤੀ। ਤੇ ਇਸ ਪਾਏ ਹੋਏ ਜਿਹੜੇ ਪੂਰਨੇ ਹਨ, ਲੀਹਾਂ ਦੇ ਉੱਪਰ ਚੱਲ ਕੇ ਹੀ ਸਾਡੇ ਵੱਡੇ ਵਡੇਰੇ ਹੋਰ ਪੁਰਖਿਆਂ, ਸ਼ਵੇਗ ਸਿੰਘ, ਸ਼ਾਹਬਾਜ਼ ਸਿੰਘ ਵਰਗਿਆਂ ਨੇ ਸ਼ਹਾਦਤਾਂ ਪਾਈਆਂ।
ਏਡੀ ਵੱਡੀ ਲੰਬੀ ਕਤਾਰ ਹੈ ਸਾਡੇ ਪੰਥ ਵਿੱਚ ਸ਼ਹੀਦਾਂ ਦੀ ਕਿ ਗਿਣਤੀ ਨਹੀਂ ਹੋ ਸਕਦੀ। ਨਾਮ ਹੀ ਨਹੀਂ ਲਿਖੇ ਗਏ, ਨਾ ਬੋਲੇ ਹੀ ਜਾ ਸਕਦੇ ਕਿ ਕਿੰਨੇ ਕਿਹੜਾ ਸਿੰਘ ਕਦੋਂ ਕਿੱਥੇ ਸ਼ਹੀਦ ਹੋਇਆ। ਪਰ ਈਸਾਈਆਂ ਦੇ ਕੋਲ ਇੱਕ ਉਹਨਾਂ ਦਾ ਪੈਗੰਬਰ ਸ਼ਹੀਦ ਹੈ ਤੇ ਉਹਨਾਂ ਨੇ ਕਿੰਨਾ ਪ੍ਰਚਾਰ ਆਪਣੇ ਮਤ ਦਾ ਦੁਨੀਆ 'ਚ ਕੀਤਾ, ਕਿੰਨੀ ਮਾਇਆ ਇਸ ਪਾਸੇ ਉਹ ਖਰਚਦੇ ਨੇ। ਅਫਸੋਸ ਦੀ ਗੱਲ ਕਿ ਆਪ ਸੰਗਤਾਂ ਦੀ ਭੇਟਾ ਕੀਤੀ ਮਾਇਆ ਦੀ ਦੁਰਵਰਤੋਂ ਸਾਡੇ ਪੰਥ 'ਚ ਹੋ ਰਹੀ, ਧਰਮ ਪ੍ਰਚਾਰ ਅਸਲੀ ਅਰਥ ਤੇ ਨਹੀਂ ਲੱਗ ਰਹੀ। ਇਹ ਅਫਸੋਸ ਆ ਵੱਡਾ। ਸਤਿਗੁਰੂ ਕਿਤੇ ਸਾਨੂੰ ਸਾਰਿਆਂ ਨੂੰ, ਆਗੂਆਂ ਨੂੰ, ਜਿਹੜੇ ਧਾਰਮਿਕ ਆਗੂ, ਧਾਰਮਿਕ ਸਥਾਨਾਂ ਦੇ ਪ੍ਰਬੰਧਕ, ਸਭਨਾਂ ਨੂੰ ਸਮੱਤ ਦੇ ਦੇਣ ਤਾਂ ਅਸੀਂ ਗੁਰੂ ਘਰ ਦੀ ਮਾਇਆ ਨੂੰ ਜ਼ਹਿਰ ਜਾਣ ਕੇ ਇਹਦੀ ਹੇਰਾ ਫੇਰੀ, ਇਹਦੀ ਕਰਪਸ਼ਨ ਨਾ ਕਰੀਏ। ਇਹ ਮੈਂ ਜਾਣਦਾ ਹਾਂ, ਤਾਂ ਬੋਲ ਰਿਹਾ, ਕੇਵਲ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ, ਮੈਂ ਆਪ ਵਿੱਚ ਰਹਿ ਕੇ ਵੇਖ ਰਿਹਾ ਵੀ ਕੀ ਚੱਲਦਾ ਉੱਥੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸਮੱਤ ਸਾਨੂੰ ਬਖਸ਼ਣ, ਨਾ ਕਿਸੇ ਦਾ ਲੈਣ ਦੀ ਲੋੜ ਨਹੀਂ। ਬਹੁਤ ਵੱਡੇ ਪੱਧਰ ਤੇ ਕਰਪਸ਼ਨ ਹੋ ਕੇ ਮਾਇਆ ਖਾਈ ਜਾਂਦੇ ਨੇ, ਰੱਬ ਭੁੱਲਾ ਹੋਇਆ। ਐਸੀ ਗਿਰਾਵਟ ਲੋਕਾਂ ਦੇ ਅੰਦਰ ਆਈ, ਚਾਹੇ ਸਿੱਖ, ਮੁਸਲਮਾਨ, ਈਸਾਈ, ਹਿੰਦੂ, ਕੋਈ ਵੀ। ਬਹੁਤ ਜ਼ਿਆਦਾ ਸਾਡੇ 'ਚ ਸਾਨੂੰ ਆਪਣਾ ਫਿਕਰ, ਦੂਜਿਆਂ ਦਾ ਕੀ, ਸਾਨੂੰ ਆਪਣਾ ਫਿਕਰ ਆ ਕਿ ਕੀ ਹੋ ਰਿਹਾ ਸਾਡੇ ਨਾਲ। ਪਹਿਲੀ ਗੱਲ ਤਾਂ ਸਾਡੇ ਕੋਲ ਰਾਜ ਨਹੀਂ, ਤੇ ਕਿਰਤੀ ਲੋਕ ਸਿੱਖ ਮਾਇਆ ਭੇਟਾ ਕਰਦੇ ਨੇ, ਤੇ ਜਿਨ੍ਹਾਂ ਦੇ ਹੱਥਾਂ 'ਚ ਆਉਂਦੀ ਆ ਉਹਦੀ ਬੜੀ ਦੁਰਵਰਤੋਂ ਕਰਦੇ ਨੇ। ਬੜਾ ਪ੍ਰਚਾਰ ਧਰਮ ਦਾ ਇਸ ਮਾਇਆ ਨਾਲ ਵੀ ਹੋ ਸਕਦਾ। ਹਜੂਰ ਨੇ ਕਿਹਾ ਸੀ ਕਰਾਮਾਤ ਵਿਖਾਓ, ਤੇ ਹਜੂਰ ਨੇ ਸੋਨੇ ਦੀ ਮੋਹਰ ਕੱਢ ਕੇ ਵਿਖਾਈ ਸੀ ਕਿ ਕਰਾਮਾਤ, ਇਹਦੇ ਨਾਲ ਬੜਾ ਕੁਝ ਹੋ ਸਕਦਾ। ਕਰਾਮਾਤ ਸ਼ਕਤੀ ਦਾ ਨਾਮ ਤੇ ਮਾਇਆ ਸ਼ਕਤੀ ਹੈ, ਜੜ ਚੇਤਨ ਮਾਇਆ ਸ਼ਕਤੀ ਹੈ, ਇਸ ਦੇ ਨਾਲ ਬੜਾ ਕੁਝ ਹੋ ਸਕਦਾ। ਇਹ ਮੋਹਰ ਜਿਹੜੀ ਹੈ, ਇਹ ਦਮੜੇ, ਇਹ ਸ਼ਕਤੀ ਹੈ। ਤੇ ਸਿੱਖ ਪੰਥ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਵੀ ਇਹਦੀ ਦੁਰਵਰਤੋਂ ਨਾ ਲੋਕ ਕਰਨ, ਇਹ ਜ਼ਹਿਰ ਨਾ ਖਾਣ, ਆਪਣੀਆਂ ਬੰਸਾਂ ਕੋਲਾਂ ਵੀ ਨਾਸ ਕਰਨਗੇ ਤੇ ਪੰਥ ਦਾ ਵੀ ਨੁਕਸਾਨ ਕਰ ਰਹੇ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ